ਅੱਖਰ ਤੋਂ ਅੱਗੇ ਚੱਲਦੀ ਹੈ ਗੱਲ। ਬਾਬਾ ਨਖਰੀ ਕਬੀਰ ਦੀ ਹੈ ਇਹ। ਕਹਿੰਦੇ ਇਹ ਮਨ ਖੋੜ 'ਚ ਆ ਜਾਂਦਾ, ਖੋੜ ਦੇ ਵਿੱਚ ਆ ਜਾਂਦਾ। ਅੱਗੇ ਜਿਹੜੇ ਰਸਤੇ ਹੁੰਦੇ ਸੀ ਨਾ ਉਹ ਨੀਵੇਂ ਹੁੰਦੇ ਸੀ, ਰਸਤੇ ਨੀਵੇਂ ਹੋ ਜਾਂਦੇ ਹੁੰਦੇ ਨੇ, ਪਾਣੀ ਚੱਲਦੇ ਹੁੰਦੇ ਸੀ। ਜਿਹੜੇ ਬੌਲਦ ਵੀ ਨਵੇਂ ਸਿਖਾਈ ਦੇ ਨੇ ਨਾ, ਜੇ ਉਹ ਬੌਲਦ ਲੀਹ ਦੇ ਵਿੱਚ ਚੱਲਣ ਲੱਗ ਪਏ, ਜਿਹੜਾ ਹਲਾਈ ਦੇ ਵਿੱਚ ਚੱਲਣ ਲੱਗ ਗਿਆ, ਜਿਹੜੀ ਲਕੀਰ ਖਿੱਚੀ ਹੋਈ ਹੈ, ਤਾਂ ਸਮਝੋ ਵੀ ਉਹ ਠੀਕ ਚੱਲ ਰਿਹਾ। ਜੇ ਕਦੇ ਉਹਨੂੰ ਛੱਡ ਕੇ ਇੱਧਰ ਹੋ ਜਾ ਤਾਂ ਹਾਲੀ ਨੂੰ ਬੜਾ ਔਖਾ ਹੋ ਜਾਂਦਾ। ਫਿਰ ਉਹ ਸਿੱਧਾ ਜਾਂਦਾ, ਬਿਲਕੁਲ ਖੋੜ ਆ ਜਾਣਾ, ਲੀਹ ਤੇ ਆ ਜਾਣਾ, ਲਾਈਨ ਤੇ ਆ ਜਾਣਾ। ਫਿਰ ਐਸਾ ਖੱਖਾ ਖੋੜਮਨ ਆਉਂਦਾ, ਲੀਹ ਤੇ ਆਉਂਦਾ ਹੈ, ਰਸਤੇ ਤੇ ਆਉਂਦਾ ਹੈ। ਖੋੜੇ ਛਾੜਨਾ ਦੇ ਦਿਸਦਾ, ਬਸ ਫਿਰ ਕਿਸੇ ਪਾਸੇ ਹੋਰ ਝਾਕਦਾ ਹੀ ਨਹੀਂ। ਜਿਵੇਂ ਗੱਡੀ ਲਾਈਨ ਤੇ ਚੱਲਦੀ ਹੈ, ਬਸ ਸਿੱਧੀ ਚੱਲਦੀ ਹੈ। ਜੇ ਬਿੰਦੂ ਵੀ ਆਉਂਦਾ ਤਾਂ ਆਪੇ ਉੱਡ ਜਾਂਦੀ। ਖੋੜੇ ਦਾਸ ਛਾੜਨਾ ਦਾ ਦਿਸਦਾ, ਹੋਰ ਕਿਸੇ ਪਾਸੇ ਨਹੀਂ ਭਜਦਾ। ਜਦੋਂ ਅੰਤਰਮੁਖੀ ਮਨ ਚੱਲਦਾ ਹੈ, ਅੰਤਰਮੁਖੀ ਯਾਤਰਾ ਕਰਦਾ, ਤਾਂ ਫਿਰ ਆਲੇ ਦੁਆਲੇ ਤਾਂ ਝਾਕਣ ਦੀ ਲੋੜ ਹੀ ਨਹੀਂ, ਆਲੇ ਦੁਆਲੇ ਕੁਛ ਹੈ ਹੀ ਨਹੀਂ। ਫਿਰ ਸਿੱਧਾ ਅੰਦਰ ਝਾਕਦਾ। ਹਾਂਜੀ, ਖੋੜੇ ਛਾੜਨਾ ਤਾਂ ਦਿਸਦਾ ਵਾ, ਬਾਹਰ ਨੂੰ ਨਹੀਂ ਫਿਰ ਝਾਕਦਾ। ਖਸਮੇ ਜਾਣ ਖਿਮਾ ਕਰ ਰਹੇ, ਤੋ ਹੋਏ ਨਿਖਿਓ ਅਖਾਇ ਪਦ ਲਹੇ। ਬਸ ਅੰਦਰ ਝਾਕਦਾ ਜਿਹੜਾ ਸਾਹ ਲੈ ਰਿਹਾ ਖਸਮ ਨੂੰ, ਉਹਨੂੰ ਜਾਣ ਲੈਂਦਾ, ਉੱਥੇ ਤੱਕ ਪਹੁੰਚ ਜਾਂਦਾ। ਜਿਹਦੀ ਵਜ੍ਹਾ ਨਾਲ ਸਾਹ ਆ ਰਿਹਾ, ਜੋ ਸਾਹ ਲੈ ਰਿਹਾ ਅੰਦਰ ਬੈਠਾ, ਉੱਥੇ ਉਹਨੂੰ ਜਾਣ ਲੈਂਦਾ। ਖਸਮੇ ਜਾਣ ਖਿਮਾ ਕਰ ਰਹੇ ਤੋ ਹੋਏ ਨਿਖਿਓ ਅਖਾਇ ਪਦ ਲਹੇ। ਖਿਮਾ ਹੁੰਦਾ, ਬਾਕੀ ਫਿਰ ਮਾਇਆ ਆਪੇ ਛੱਡ ਦਿੰਦਾ। ਫਿਰ ਇਹਦੇ ਵਿੱਚ ਇੱਛਾ ਜਿਹੜੀ ਹੈ, ਮਾਇਆ ਦੀ ਭੁੱਖ ਬਿਲਕੁਲ ਹੀ ਮਰ ਜਾਂਦੀ, ਖਤਮ ਹੋ ਜਾਂਦੀ। ਵੀ ਆ ਮੇਰੇ ਨਾਲ ਦਾ ਬੈਠਾ ਹੈ, ਦਿਨ ਨਾਲ ਸਾਹ ਲਈ ਜਾਂਦਾ ਹੈ, ਇਹਨੂੰ ਭੁੱਖ ਨਹੀਂ ਲੱਗਦੀ। ਜਿਹੜੀ ਮੇਰੀ ਮਾਇਆ ਦੀ ਭੁੱਖ ਹੈ, ਇਹਦੇ ਵਜ੍ਹਾ ਨਾਲ ਮੈਨੂੰ ਨੀਂਦ ਆਉਂਦੀ। ਜਿਹੜੀ ਨੀਂਦ ਆਉਂਦੀ ਹੈ ਨਾ, ਜਿੰਨਾ ਚਿਰ ਮਾਇਆ ਦੀ ਭੁੱਖ ਉਹਨਾਂ ਚਿਰ ਨੀਂਦ ਆਉਂਦੀ ਹੈ, ਉਹਨਾਂ ਚਿਰ ਪਰੇਸ਼ਾਨੀਆਂ, ਉਹਨਾਂ ਚ ਨੀਂਦ ਆਉਂਦੀ ਹੈ। ਹਾਂ, ਨੀਂਦ ਆਉਂਦੀ ਹੈ। ਸਰੀਰ ਨਾਲ ਜੋ ਜੁੜਿਆ ਹੈ ਉਹਨੂੰ ਤਾਂ ਨਹੀਂ ਨੀਂਦ ਆਉਂਦੀ, ਸਰੀਰ ਨਾਲ ਜੁੜਿਆ ਨਹੀਂ ਹੋਇਆ, ਮਾਇਆ ਦੀ ਭੁੱਖ ਨਹੀਂ ਹੁੰਦੀ। ਗੁਰਮੁਖ ਜਾਗਦਾ ਨੀਂਦ ਨਾ ਸੋਵੇ ਦਾ ਮਤਲਬ ਇਹੀ ਹੈ। ਨੀਂਦ ਕੀ ਆਉਂਦੀ, ਆਪਣਾ ਕੰਮ ਭੁੱਲ ਜਾਂਦਾ, ਮਾਇਆ ਦੇ ਰਸਾਂ ਦੇ ਵਿੱਚ ਲੱਗ ਕੇ ਆਪਣਾ ਕੰਮ ਭੁੱਲ ਜਾਂਦਾ। ਨੀਂਦ ਆਉਣ ਦਾ ਮਤਲਬ ਇਹ ਹੈ, ਜਿਹੜਾ ਕੰਮ ਕਰਨਾ ਆਇਆ ਉਹ ਭੁੱਲ ਜਾਂਦਾ, ਵਿਸਰ ਜਾਂਦਾ। ਇਹਨੂੰ ਨੀਂਦ ਵਿੱਚ ਸਾਨੂੰ ਵਿਸਰਦਾ ਹੀ ਹੈ ਕੰਮ ਆਪਣਾ। ਨੀਂਦ ਦਾ ਮਤਲਬ ਵਿਸਰਨਾ, ਭੁੱਲਣਾ। ਉਹ ਚੂੰਕਿ ਸਾਹ ਲੈ ਰਿਹਾ, ਸਾਹ ਲੈਂਦਾ ਹੀ ਰਹਿੰਦਾ, ਭੁੱਲਦਾ ਨਹੀਂ ਸਾਹ ਲੈਣਾ। ਕਿਉਂ? ਉਹਦੇ ਚ ਮਾਇਆ ਦੀ ਭੁੱਖ ਹੈ ਨਹੀਂ। ਸਾਡੇ ਚ ਮਾਇਆ ਦੀ ਤਰ੍ਹਾਂ ਦੇ ਪਦਾਰਥਾਂ ਦੀ ਭੁੱਖ ਹੈ। ਕਦੇ ਮਨ ਉੱਧਰ ਚਲੇ ਜਾਂਦਾ, ਉਹ ਭੁੱਲ ਜਾਂਦਾ, ਦੂਏ ਪਾਸੇ ਚਲੇ ਜਾਂਦਾ, ਪਿਛਲਾ ਭੁੱਲ ਜਾਂਦਾ, ਹੋਰ ਪਾਸੇ ਚਲੇ ਜਾਂਦਾ, ਜਿੱਥੇ ਪਹਿਲਾਂ ਜੁੜਿਆ ਹੁੰਦਾ ਉਹ ਭੁੱਲ ਜਾਂਦਾ। ਪਿਛਲਾ ਇੱਕ ਪਾਸੇ ਜੇ ਜੁੜਿਆ ਰਹਿਣਾ ਮਨ, ਬਾਕੀ ਸਭ ਕੁਝ ਭੁੱਲ ਜਾਂਦਾ। ਇਸ ਕਰਕੇ ਭੁੱਲਣ ਅੰਦਰ ਸਭ ਕੁਝ ਲਿਖਿਆ ਹੋਇਆ ਹੈ। ਭੁੱਲ ਕੌਣ ਹੈ? ਗੁਰੂ ਕਰਤਾਰ। ਜਾਂ ਗੁਰੂ ਉਹ ਭੁੱਲ ਹੈ ਜਾਂ ਕਰਤਾਰ? ਕਰਤਾਰ ਤਾਂ ਉਹ ਜਿਹੜਾ ਸਾਹ ਲੈ ਰਿਹਾ, ਕਰਤਾਰ ਦਾ ਜਿਹੜਾ ਸਾਹ ਲੈ ਰਿਹਾ ਉਹ ਗੁਰੂ, ਉਹ ਹੈ ਜੋ ਪਰਮੇਸ਼ਰ ਹੈ। ਦੋ ਭੁੱਲ ਨੇ, ਇੱਕ ਤਾਂ ਸਾਹ ਲੈਂਦਾ ਜਿਹੜਾ, ਇਹ ਭੁੱਲ ਹੈ ਕਿ ਗੁਰੂ ਨਾਲ ਜੁੜਿਆ ਹੋਇਆ ਹੈ, ਗੁਰੂ ਨਾਲੇ ਜੁੜਿਆ ਰਹਿੰਦਾ। ਗੁਰੂ ਦੀ ਉਹ ਭੁੱਖ ਹੈ ਇਹਦੇ ਮਨ 'ਚ, ਸੱਚ ਦੀ ਭੁੱਖ ਹੈ ਉਹਦੇ। ਇੱਕ ਗੁਰੂ, ਇੱਕ ਕਰਤਾਰ, ਇਹ ਦੋ ਭੁੱਲ ਨੇ। ਕਰਤਾਰ ਅੰਦਰ ਇਹਨੂੰ ਕਹਿੰਦੇ ਨੇ, ਸਰੀਰ ਦਾ ਕਰਤਾ ਉਹ ਹੈ। ਸਰੀਰ ਦਾ ਅੰਦਰਲਾ ਜਿਹੜਾ ਬੈਠਾ ਹੈ, ਸਾਹ ਲੈ ਰਿਹਾ, ਉਹ ਕਰਤਾ ਹੈ। ਉਹਨੇ ਜਿਵੇਂ ਕਿਹਾ ਉਹ ਇਹਨੇ ਬਣਾਇਆ। ਜਿਵੇਂ ਜਿਵੇਂ ਇਹਨੂੰ ਫਰਮਾਨ ਹੁੰਦਾ ਰਿਹਾ ਆਤਮਾ ਨੂੰ, ਇਹ ਉਵੇਂ ਉਵੇਂ ਕਰਦੀ ਰਹੀ ਹੈ ਉਹਦੇ ਕਹੇ ਤੇ। ਉਹ ਫਰਮਾਨ ਕਰਦਾ ਰਿਹਾ ਪਰਮੇਸ਼ਰ ਦੇ ਹੁਕਮ ਅਨੁਸਾਰ।
ਉਹ ਆਪ ਨਹੀਂ ਕਰਦਾ ਫਰਮਾਨ, ਇਸ ਕਰਕੇ ਕਰਤਾਰ ਉਸ ਨੂੰ ਕਿਹਾ ਜਾਂਦਾ। ਉਸੇ ਦਾ ਨਾਮ ਪ੍ਰਭ ਹੈ, ਪ੍ਰਭ ਹੀ ਉਸੇ ਦਾ ਨਾਮ ਹੈ। ਨਾਨਕ ਰਚਨਾ ਪ੍ਰਭ ਰਚੀ, ਪ੍ਰਭ ਨੇ ਰਚੀ। ਪ੍ਰਭ ਤਾਂ ਪਰਮੇਸ਼ਰ ਨੂੰ ਨਹੀਂ ਕਿਹਾ ਹੋਇਆ, ਉਹ ਤਾਂ ਪਰਮੇਸ਼ਰ ਹੈ। ਬਹੁਤ ਪਰਮੇਸ਼ਰ ਚ ਪ੍ਰਭ ਚ ਕਰਤਾਰ ਔਰ ਪ੍ਰਭ ਚ ਕੀ ਫਰਕ ਹੈ, ਇਹ ਸਾਨੂੰ ਦੱਸਿਆ ਨਹੀਂ ਹੋਇਆ ਟੀਕਿਆਂ ਚ, ਨਾ ਵਿਦਵਾਨਾਂ ਨੂੰ ਪਤਾ ਰਿਹਾ ਫਰਕ ਹੈ ਇਹਦੇ ਵਿੱਚ। ਕਰਤਾਰ ਤਾਂ ਅੱਧਾ ਹੀ ਹੁੰਦਾ, ਕਰਤਾਰ ਨਹੀਂ ਸਾਬਤ ਹੁੰਦਾ, ਕਰਤਾਰ ਅੱਧਾ ਹੀ ਹੁੰਦਾ। ਜਿਹੜਾ ਕਰਤਾ ਪੁਰਖ ਹੈ ਉਹ ਸਾਬਤ ਹੁੰਦਾ। ਕਰਤਾਰ ਅੱਧਾ, ਕਰਤਾ ਪੁਰਖ ਸਾਬਤ ਹੈ। ਜਾਂ ਇਹ ਸਾਬਤ ਹੋ ਜਾਂਦਾ ਫਿਰ ਕਰਤਾ ਪੁਰਖ ਬਣ ਜਾਂਦਾ। ਕਰਤਾਰ ਤਾਂ ਆਪਣਾ ਸਰੀਰ ਸਭ ਨੇ ਆਪ ਬਣਾਇਆ, ਅੱਗੇ ਆ ਜਾਣਾ ਹੁਣ। ਹਾਂਜੀ, ਖਸਮੇ ਜਾਣ ਖਿਮਾ ਕਰ ਰਹੇ। ਖਸਮੇ ਜਾਣ ਖਿਮਾ ਕਰ ਰਿਹਾ। ਜਦ ਖਸਮ ਨੂੰ ਜਾਣ ਲੈਂਦਾ ਸਭ ਕੁਝ ਛੱਡ ਦਿੰਦਾ। ਫਿਰ ਖਿਮਾ ਕੀ ਹੈ? ਔਗਣ ਸਾਰੇ ਛੱਡ ਦਿੰਦਾ। ਖਿਮਾ ਕਰਨੀ, ਕ੍ਰੋਧ ਦਾ ਖਤਮ ਹੋ ਜਾਂਦਾ, ਲੋਭ ਮੋਹ ਸਾਰੇ ਖਤਮ ਹੋ ਜਾਂਦੇ, ਸਾਰੇ ਔਗਣ ਸ਼ਾਂਤ ਹੋ ਜਾਂਦੇ। ਖਿਮਾ ਦਾ ਮਤਲਬ ਹੁੰਦਾ ਤਿਆਗ ਕਰਨਾ। ਕਿਸੇ ਨੂੰ ਗੁੱਸਾ ਆਉਂਦਾ ਕਹਿੰਦੇ ਨੇ ਖਿਮਾ ਕਰੋ, ਵੀ ਛੱਡ ਦੇ ਔਗਣ। ਇਹ ਮਤਲਬ ਹੈ ਗੁੱਸਾ ਤਿਆਗ ਦੇ। ਖਿਮਾ ਦਾ ਮਤਲਬ ਤਿਆਗ, ਤਿਆਗ ਦਿੰਦਾ ਸਭ ਕੁਛ, ਸਭ ਕੁਝ ਛੱਡ ਦਿੰਦਾ। ਉਹ ਮੁੱਠੀ ਖੋਲ ਦਿੰਦਾ ਜਿਹੜੀ ਬਾਂਦਲ ਦੀ ਪਾਈ ਖੱਲਾਂ ਲਈ। ਉਹ ਕਹਿੰਦਾ ਇਹਦੀ ਨਹੀਂ ਪਾਈ ਹੋਈ ਮੁੱਠੀ ਭਰੀ ਹੋਈ, ਮੇਰੀ ਮੁੱਠੀ ਭਰੀ ਹੋਈ, ਉਹ ਮੈਨੂੰ ਬੰਨੀ ਬੈਠੀ ਆ। ਜਿਹੋ ਜਿਹਾ ਇਹ ਹੈ ਜਿਵੇਂ ਇਹ ਬੈਠਾ ਮੈਂ ਬੈਠਾ ਹੁਣ। ਖਿਮਾ ਕਰ ਰਹਾ ਹੈ ਤੋ ਹੋਏ ਨਿਖਿਓ ਅਖੈ ਪਦ ਲਹੇ। ਹਾਂ, ਫਿਰ ਨਿਖਿਓ ਹੋ ਜਾਂਦਾ। ਫਿਰ ਇਹਨੂੰ ਜਰਾ ਰੋਗ ਨਹੀਂ ਰਹਿੰਦਾ। ਦੇਖਿਓ ਫਿਰ ਇਹ ਖਰਦਾ ਨਹੀਂ। ਜਰਾ ਰੋਗ ਤਾਂ ਇਹਨੂੰ, ਜਰਾ ਰੋਗ ਸਰੀਰ ਨੂੰ ਵੀ ਹੈ, ਜਰਾ ਰੋਗ ਬੁੱਧੀ ਨੂੰ ਵੀ ਹੈ। ਬੁੱਧੀ ਵੀ ਘਟਦੀ ਵੱਧਦੀ ਰਹਿੰਦੀ ਹੈ। ਜੇ ਔਗਣ ਵੱਧ ਜਾਣ ਬੁੱਧੀ ਥੋੜੀ ਹੋ ਜਾਂਦੀ ਹੈ, ਅਕਲ ਥੋੜੀ ਹੋ ਜਾਂਦੀ ਹੈ। ਔਗਣ ਘਟ ਜਾਣ ਅਕਲ ਵੱਧ ਜਾਂਦੀ ਹੈ। ਜਿਹੜੀ ਜੋਤ ਹੈ ਵੀ ਘਟਦੀ ਵੱਧਦੀ ਰਹਿੰਦੀ ਹੈ। ਜੋਤ ਘਟਦੀ ਵੱਧਦੀ ਰਹੂ ਹੈ। ਜਿਹੜੇ ਕਹਿੰਦੇ ਨਰਕ ਨੂੰ ਚਲਾ ਗਿਆ, ਨਰਕ ਕਿਹਾ ਜੋਤ ਘਟ ਗਈ ਉਹਨੇ। ਇਹਦੇ ਕੋਲ ਅਛਾਈਆਂ ਘਟ ਜਾਂਦੀਆਂ ਨੇ ਜਿਹੜੀਆਂ, ਇਹੀ ਇਹਦਾ ਖੋਰਾ ਲੱਗਦਾ ਇਹਨੂੰ। ਬੁਰਾਈਆਂ ਵੱਧ ਗਈਆਂ, ਅਛਾਈਆਂ ਘਟ ਗਈਆਂ, ਖੜ ਗਿਆ, ਘਾਟਾ ਪੈ ਗਿਆ। ਰੋਸ਼ਨੀ ਘਟ ਗਈ, ਅਗਿਆਨਤਾ ਵੱਧ ਗਈ, ਘਾਟਾ ਪੈ ਗਿਆ। ਦੂਰ ਦ੍ਰਿਸ਼ਟੀ ਜਿੰਨੀ ਵੱਧ ਗਈ ਨਫਾ ਹੋ ਗਿਆ, ਜਿੰਨੀ ਘਟ ਗਈ ਨੁਕਸਾਨ ਹੋ ਗਿਆ। ਨਿਗਾਹ ਘਟ ਗਈ ਜਿੰਨੀ, ਜਾਂ ਨਿਗਾਹ ਵੱਧ ਗਈ। ਹਾਂਜੀ, ਗੱਗਾ ਗੁਰ ਕੇ ਬਚਨ ਪਛਾਨਾ। ਅਖਾਇ ਪਦ ਲੈ, ਅਖਾਇ ਪਦ ਕਹਿੰਦੇ ਨੇ ਜਿਹਨੂੰ ਜਰਾ ਰੋਗ ਨਹੀਂ ਹੁੰਦਾ। ਜਰਾ ਰੋਗ ਇੱਕ ਨੂੰ ਨਹੀਂ ਹੁੰਦਾ ਹੈ, ਸਾਬਤ ਨੂੰ ਨਹੀਂ ਹੈਗਾ, ਅੱਧੇ ਨੂੰ ਹੈਗਾ ਜਰਾ ਰੋਗ। ਇਹਨੂੰ ਤਾਂ ਹੀ ਥੱਲੇ ਹੋਇਆ ਜੂਨਾਂ ਚੋਂ। ਤਾਂ ਹੀ ਗਿਆਨ ਇੱਕ ਦੂਜੇ ਦਾ ਬਰਾਬਰ ਨਹੀਂ ਹੈ ਆਪਣਾ। ਜੂਨਾਂ ਦਾ ਵੀ ਗਿਆਨ ਬਰਾਬਰ ਨਹੀਂ, ਆਦਮੀਆਂ ਦਾ ਵੀ ਇੱਕ ਦੂਜੇ ਦਾ ਗਿਆਨ ਬਰਾਬਰ ਨਹੀਂ। ਕੋਈ ਗਿਆਨ ਕਿਸੇ ਦਾ ਘਟ ਜਾਂਦਾ, ਦੁਰਮਤ ਲੈ ਕੇ ਗਿਆਨ ਘਟ ਜਾਂਦਾ। ਮੱਤ ਮਾਰੀ ਗਈ ਕਹਿੰਦੇ ਨੇ, ਮੱਤ ਮਾਰੀ ਗਈ, ਮੱਤ ਮਾਰੀ ਗਈ, ਉਹ ਕੀ ਹੋਇਆ? ਹਾਂਜੀ, ਅਖਾਇ ਪਦ ਲਹੈ। ਤੋ ਹੋਏ ਨਿਖਿਓ ਅਖੈ ਪਦ ਲਹੈ। ਅਖਾਇ ਪਦ ਜਦ ਹੁੰਦਾ ਜਦ ਅੰਦਰਲੇ ਦਾ ਦਰਸ਼ਨ ਕਰ ਲੈਂਦਾ। ਆਤਮ ਚੀਨ ਪ੍ਰਾਤਮ ਚੀਨੋ, ਦੋਏ ਚੀਨ ਲੈ, ਫਿਰ ਅਖਾਇ ਪਦ ਹੈ। ਫਿਰ ਕੀ ਹੈ? ਫਿਰ ਪਰਮ ਆਤਮ ਹੈ। ਜਿੰਨੀ ਆਤਮ ਜਾਣਿਆ, ਇਸੇ ਦੀ ਗੱਲ ਦੀ ਵਿਆਖਿਆ ਹੈ ਅੱਗੇ ਜਾ ਕੇ। ਕਬੀਰ ਨੇ ਉਹ ਵਿਆਖਿਆ ਕੀਤੀ ਹੈ ਸਾਰੀ। ਜਿੰਨੀ ਆਤਮ ਜਾਣਿਆ, ਆਤਮ ਜਾਣ ਲਿਆ, ਆਪਣਾ ਮੂਲ ਵੀ ਜਾਣ ਲਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮੂਲ ਇਹ ਹੈ ਜਿਹੜਾ ਉਹ ਜਿਹਨੂੰ ਜਾਣਿਆ, ਪਛਾਣਿਆ। ਮੂਲ ਨੂੰ ਜਾਣ ਲਿਆ, ਮੂਲ ਚ ਸਮਾ ਗਿਆ, ਇੱਕ ਹੋ ਗਿਆ। ਇਹ ਪਰਮਾਤਮਾ ਹੋ ਗਿਆ। ਅਖਾਇ ਪਦ ਇਸ ਨੂੰ ਕਹਿੰਦੇ ਨੇ। ਪਰਮਾਤਮਾ ਅਖਾਇ ਪਦ ਹੈ। ਫਿਰ ਨਹੀਂ ਘਟਦਾ, ਇੱਕ ਨਹੀਂ ਘਟਦਾ ਹੁੰਦਾ। ਨਾ ਵੱਧਦਾ ਇੱਕ ਨਾ ਘਟਦਾ, ਵੱਧਦਾ ਵੀ ਨਹੀਂ ਹੈ ਨਾ ਵੱਧਦਾ ਇੱਕ ਨਾ ਘਟਦਾ, ਇੱਕੋ ਰਹਿੰਦਾ ਬਸ। ਹਾਂਜੀ, ਗੱਗਾ ਗੁਰ ਕੇ ਬਚਨ ਪਛਾਨਾ
ਦੂਜੀ ਬਾਤ ਨਾ ਧਰੀ ਕਰਨਾ। ਇਹ ਜਿਹੜਾ ਅੰਦਰਲਾ ਮੈਂ ਪਛਾਣਿਆ, ਇੱਥੇ ਤੱਕ ਪਹੁੰਚਿਆ ਕਿਵੇਂ? ਕੱਖਾਂ ਦੇ ਬਾਅਦ ਗਗਾਉ ਨਾ ਕਹਿੰਦੇ ਜਿਹੜਾ ਖੈਬਾਤ ਮੈਨੂੰ ਪ੍ਰਾਪਤ ਹੋਇਆ, ਅੰਦਰ ਤੱਕ ਪਹੁੰਚ ਗਿਆ ਮੈਂ। ਜਿਹੜਾ ਸਾਹ ਲੈਂਦਾ ਉਹਨੂੰ ਦੇਖ ਲਿਆ, ਪਛਾਣ ਲਿਆ। ਕਿਵੇਂ? ਗੁਰ ਕੇ ਬਚਨ ਪਛਾਣਾ, ਜਿਹੜਾ ਉਹ ਪਿਆ ਸੀ ਨਾ ਮਗਰ ਚ ਗ੍ਰੰਥ ਗੁਰ ਕੇ ਬਚਨ, ਉਹਨਾਂ ਦੀ ਵਜ੍ਹਾ ਨਾਲ ਪਛਾਣਿਆ ਮੈਂ। ਉਹ ਜਿਹੜੀ ਉੱਥੇ ਪੜ੍ਹਾਈ ਕੀਤੀ ਹੈ ਉਹ ਗੁਰ ਕੇ ਬਚਨ ਨੇ ਗੁਰਬਾਣੀ। ਹੁਣ ਜਿਹਨੇ ਪਛਾਣਨਾ ਨਾ ਇਹ ਗੱਲ, ਤਾਂ ਗੁਰ ਕੇ ਬਚਨ ਗੁਰਬਾਣੀ ਸਾਡੇ ਕੋਲ ਪਈ ਹੈ, ਪਛਾਣ ਸਕਦਾ। ਪਰ ਦੂਜੀ ਬਾਤ ਨੂੰ ਧਾਰੀ ਕਰਨਾ, ਹੋਰ ਕਿਸੇ ਦੀ ਗੱਲ ਨਹੀਂ ਸੁਣੀ ਹੈ। ਆ ਜਿਹੜੀਆਂ ਸਾਖੀਆਂ ਨੇ ਨਾ ਬਾਹਰੋਂ ਮਿਲ ਗਿਆ, ਇਹ ਕਰਾਮਾਤਾਂ ਦੀਆਂ ਬਾਬੇ ਬੁੱਢੇ ਨੇ ਵਰ ਦਿੱਤਾ, ਇਹ ਨਹੀਂ ਸੁਣੀਆਂ। ਜਿਹੜਾ ਇਹ ਸੁਣ ਲੂਗਾ ਉਹਦਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਰਹਿਣਾ, ਉਹਦਾ ਨਹੀਂ ਰਹਿਣਾ ਵਿਸ਼ਵਾਸ। ਇਹ ਸਾਖੀਆਂ ਦਾ ਵਿਸ਼ਵਾਸ ਤੋੜਨ ਵਾਸਤੇ ਬਣਾਈਆਂ ਨੇ, ਉਲਟਾ ਰੰਗ ਚੜ੍ਹਨ ਵਾਸਤੇ ਵੀ ਵਿਸ਼ਵਾਸ ਹੈ ਤੇ ਹੋਵੇ ਹੀ ਨਾ। ਗੁਰਬਾਣੀ ਭਾਣਾ ਬਣਾਉਂਦੀ ਹੈ। ਗੁਰਬਾਣੀ ਕਹਿੰਦੀ ਹੈ ਨਾ ਜਨਤਾ ਕੇ ਬਸ ਕੁਛ ਨਹੀਂ, ਉੱਥੇ ਸਾਰਾ ਕੁਝ ਬਾਬੇ ਬੁੱਢੇ ਦੇ ਹੱਥ 'ਚ ਦੱਸਦਾ। ਉਹ ਤਾਂ ਗੁਰਮਤਿ ਦਾ ਵਿਰੋਧ ਹੈ। ਉਹ ਬਹੁਤ ਸ਼ਾਤਰ ਆਦਮੀ ਸੀਗੇ ਉਹ ਜਿਨ੍ਹਾਂ ਨੇ ਲਿਖਿਆ। ਉਹਨਾਂ ਨੂੰ ਪਤਾ ਸੀ ਵੀ ਕਿਵੇਂ ਆਦਮੀ ਨੂੰ ਉਲਟੇ ਰਾਹ ਪਾਈਦਾ। ਉਲਟੇ ਰਾਹ ਪਾਉਣਾ ਜਾਣਦੇ ਨੇ, ਉਹ ਐਕਸਪਰਟ ਨੇ, ਪਾਉਂਦੇ ਹੀ ਰਹੇ ਨੇ। ਪਹਿਲਾਂ ਵੇਦਾਂ ਤੋਂ ਪਾਇਆ। ਉਲਟੇ ਰਾਹ ਪਾਉਣਾ ਦਾ ਕੋਈ ਔਖਾ ਉਲਟੇ ਰਾਹ ਪਾਉਣਾ ਵੀ ਹੁੰਦਾ। ਉਲਟੇ ਰਾਹ ਪਾਉਣਾ ਔਖਾ ਹੀ ਆ। ਝੂਠੀਆਂ ਸਾਖੀਆਂ ਬੋਲ ਦੇਣੀਆਂ, ਲਿਖ ਦੇਣੀਆਂ। ਸਾਖੀਆਂ ਲੋਕਾਂ ਦੀ ਭਾਸ਼ਾ 'ਚ ਨੇ, ਸਮਝ ਆ ਜਾਂਦੀਆਂ ਨੇ। ਆ ਇਹਨੂੰ ਕੋਈ ਪੜ੍ਹਨਾ, ਲੋਕ ਸਾਖੀਆਂ ਸੁਣਦੇ ਰਹੇ ਨੇ। ਆ ਸਭ ਛੱਡਿਆ ਹੋਇਆ ਗੁਰਬਾਣੀ। ਸਾਖੀਆਂ ਦੇ ਸਿਰ ਤੇ ਗੁਰਮਤਿ ਦਾ ਪ੍ਰਚਾਰ ਖੜਾ। ਸਿੱਖੀ ਸਾਖੀਆਂ ਦੇ ਸਿਰ ਵਾਲੀ ਹੈ ਸਾਡੇ ਕੋਲ, ਗੁਰਬਾਣੀ ਵਾਲੀ ਸਿੱਖੀ ਸਾਡੇ ਕੋਲ ਨਹੀਂ ਹੈ। ਸਿੱਖੀ ਚਾਹੀਦੀ ਤੀ ਗੁਰਬਾਣੀ ਵਾਲੀ, ਸਾਡੇ ਕੋਲ ਸਾਖੀਆਂ ਵਾਲੀ ਸਿੱਖੀ ਹੈ। ਸਾਰੀਆਂ ਇਤਿਹਾਸ ਵਾਲੀ ਸਿੱਖੀ ਹੈ। ਇਸ ਕਰਕੇ ਇਤਿਹਾਸ ਵਾਲੀ ਸਿੱਖੀ, ਇਤਿਹਾਸ ਦੂਜੀ ਬਾਤ ਹੈ। ਸੱਚ ਨੂੰ ਛੱਡ ਕੇ ਦੂਜੀ ਬਾਤ ਹੈ। ਸੱਚ ਨਹੀਂ ਹੁੰਦਾ ਇਤਿਹਾਸ, ਉਹ ਤਾਂ ਦੁਨਿਆਵੀ ਗੱਲ ਹੈ। ਸੰਸਾਰ ਨਾਲ ਰਿਲੇਟਡ ਹੈ ਇਤਿਹਾਸ। ਸੰਸਾਰ ਸਭ ਕੂੜ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਉਹ ਕੂੜ ਦਾ ਪ੍ਰਚਾਰ ਹੋਇਆ, ਕੂੜ ਦਾ ਸਾਰਾ ਕੂੜ ਦਾ। ਕੂੜ ਦੇ ਵਿੱਚੋਂ ਸੱਚ ਕਿਵੇਂ ਲੱਭ ਜਾਂਦਾ? ਸੱਚ ਲੱਭੂਗਾ ਗੁਰਬਾਣੀ ਚੋਂ। ਦੂਜੀ ਬਾਤ ਨਾ ਧਾਰੀ ਜਿੰਨੀਆਂ ਸਾਖੀਆਂ ਲਿਖੀਆਂ ਜਾਂਦੀਆਂ ਪਿੱਛੇ 20 ਵੇਦ ਤੋਂ ਉਲਟ ਸਿਮਰਤ ਸ਼ਾਸਤਰਾਂ ਦੀਆਂ। ਧਰੂ ਨੂੰ ਐ ਮਿਲਿਆ, ਉਹ ਮਿਲਿਆ, ਉਹ ਮੈਂ ਸੁਣੀ ਹੋਈ ਨਹੀਂ, ਉਹ ਤੇ ਕਦੇ ਨਹੀਂ ਰੱਖਿਆ। ਉਹ ਮੰਨ ਲਿਆ ਵੀ ਉਹ ਝੂਠ ਹੈ। ਇਹਨਾਂ ਲੋਕਾਂ ਦਾ ਲਿਖਿਆ ਹੋਇਆ ਜਿਨ੍ਹਾਂ ਨੇ ਉਲਟੇ ਰਾਹ ਪਾਇਆ। ਉੱਥੋਂ ਪਛਾਣਿਆ ਕਬੀਰ ਨੇ ਵੀ ਇਹ ਤਾਂ ਪੰਡਤਾਂ ਦਾ ਜਾਣ ਬੁੱਝ ਕੇ ਕੀਤਾ ਹੋਇਆ ਕੰਮ। ਇਹ ਸਿਮਰਤੀਆਂ ਕੀ ਕਹਿੰਦੀਆਂ ਨੇ, ਉਹ ਟੀਕਾ ਕੀ ਕਹਿੰਦਾ, ਗੁਰਬਾਣੀ ਕੀ ਕਹਿੰਦੀ ਹੈ, ਇਹ ਤਾਂ ਉਹਨੇ ਸ਼ਰਾਰਤ ਕੀਤੀ ਹੈ। 1369 ਨੇ ਬਿਸਲਾਂ ਵਾਲਿਆਂ ਨੇ ਕਰਾਈ ਹੈ। ਫਰੀਦਕੋਟ ਦਾ ਰਾਜਾ ਹੋਇਆ, ਰਣਜੀਤ ਸਿੰਘ ਹੋਇਆ, ਇਹ ਸਾਰੇ ਹੋਏ, ਇਹਨਾਂ ਨੇ ਕਰਵਾਈ ਹੈ। ਸਾਰਿਆਂ ਨੇ ਸਿੱਖ ਰਾਜਿਆਂ ਨੇ। ਉਹਨਾਂ ਨੇ ਆਪਣਾ ਰਾਜ ਮਜ਼ਬੂਤ ਕਰਾਉਣਾ ਤਾਂ ਉਹਨਾਂ ਨੇ ਸਿੱਖੀ ਤੇ ਕੀ ਲੈਣਾ ਸੀ? ਉਸ ਵੇਲੇ ਹਿੰਦੂ ਨਾਲ ਨੇੜਤਾ, ਇਤਿਹਾਸ ਹਿੰਦੂ ਨਾਲ ਨੇੜਤਾ ਦਰਸਾਉਂਦਾ ਹੈ, ਮੁਸਲਮਾਨ ਨਾਲ ਦੂਰੀ। ਗੁਰਬਾਣੀ ਹਿੰਦੂ ਨਾਲ ਦੂਰੀ ਦਰਸਾਉਂਦੀ ਹੈ, ਮੁਸਲਮਾਨ ਨਾਲ ਨੇੜਤਾ। ਗੁਰਬਾਣੀ ਪੜ੍ਹੀਏ ਤਾਂ ਮੁਸਲਮਾਨ ਨਾਲ ਨੇੜਤਾ, ਹਿੰਦੂ ਨਾਲ ਦੂਰੀ ਹੈ। ਕਿ ਉਹ ਅੰਨਾ ਉਹ ਕਹਿਣਾ, ਉਹ ਅੰਨਾ ਉਹ ਕਹਿਣਾ। ਅਰੇ ਇਤਿਹਾਸ ਦਾ ਸੱਚ ਵੀ ਇਹ ਹੈ, ਸਿੱਖੀ ਕਦੇ ਇੱਥੇ ਜਲ ਨਹੀਂ ਸੀ ਫੜ ਸਕਦੀ, ਨਾ ਭਗਤਾਂ ਦੀ ਨਾ ਗੁਰੂਆਂ ਦੀ, ਜੇ ਮੁਸਲਮਾਨ ਦਾ ਰਾਜ ਨਾ ਹੁੰਦਾ। ਮੁਸਲਮਾਨ ਦੇ ਰਾਜ ਤੋਂ ਪਹਿਲਾਂ ਨਾ ਕੋਈ ਭਗਤ ਪੈਦਾ ਹੋ ਗਿਆ ਇੱਥੇ, ਪਹਿਲਾਂ ਨਾ ਹੋ ਗਿਆ। ਸ਼ਾਇਦ ਜਮਲੇ ਨੂੰ ਮਾਰ ਦਿੰਦੇ ਹੋਣੇ। ਕੰਨਾਂ ਦਾ ਸਿੱਕਾ ਢਾਲ ਕੇ ਪਾਉਣ ਦੀ ਗੱਲ ਕੀਤੀ ਹੋਈ ਸੀ। ਜੇ ਕੋਈ ਸੁਣ ਲਵੇ ਗੱਲ, ਜੇ ਕੋਈ ਸੱਚ ਦੀ ਗੱਲ ਸੁਣ ਲਵੇ, ਕੰਨਾਂ 'ਚ ਸਿੱਕਾ ਪਾ ਦਿਓ ਢਾਲ ਕੇ, ਤੇ ਸੱਚ ਪੈਦਾ ਹੋਣ ਦਿੰਦੇ। ਇਹ ਤਾਂ ਪਰਮੇਸ਼ਰ ਦੇ ਹੁਕਮ ਨਾਲ ਮੁਸਲਮਾਨਾਂ ਦਾ ਰਾਜ ਹੋਇਆ ਇੱਥੇ।
ਸੱਚੇ ਨਹੀਂ ਸੀ ਪ੍ਰਗਟ ਹੋਣਾ ਜੇ ਇੱਥੇ ਨਾਰਾਜ਼ ਹੁੰਦਾ। ਸੱਚ ਇਹ ਹੈ, ਅਸਲੀਅਤ ਇਹ ਹੈ। ਦੋਵੇਂ ਪਾਤਸ਼ਾਹ ਦੇ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਪਿੱਛੇ ਇੱਕ ਹਿੰਦੂ ਹੈ, ਮੁਸਲਮਾਨ ਤਾਂ ਹੈ ਨਹੀਂ। ਉਹਦੇ ਨੱਥ ਪਾਈ ਹੈ ਹਿੰਦੂ ਦੇ ਨੱਥ ਕੀ ਪਾਈ ਹੈ। ਫਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪਿੱਛੇ ਇੱਕ ਹਿੰਦੂ ਹੈ ਜਿਹਨੇ ਕਿਹਾ ਮੈਂ 2 ਸਵਾਲ ਕਰਨੇ ਨੇ। ਸ਼ਿਕਾਇਤ ਇਹ ਕੀਤੀ ਕਿ ਵੀ ਜਿਹੜਾ ਗ੍ਰੰਥ ਬਣਾਤਾ ਇਹਨਾਂ ਨੇ ਪੰਜਵੇਂ ਪਾਤਸ਼ਾਹ, ਫਿਕਰੇ ਪੈ ਗਿਆ। ਨਵੇਂ ਕਿਸਮ ਦਾ ਜਿਹੜਾ ਵੇਦ ਬਣਾਤਾ, ਇਹ ਬਾਰ-ਬਾਰ ਸਿੱਖੀ ਪੈਦਾ ਹੁੰਦੀ ਰਹੂਗੀ। ਵੈਦਿਕ ਧਰਮ ਦੀ ਜੜ ਡੂੰਗੀ ਗੜਤੀ ਇਹਨਾਂ ਨੇ, ਸਿਮਰਤੀਆਂ ਸ਼ਾਸਤਰ ਨੂੰ ਪੂਰਾ ਖਤਰਾ ਹੋ ਗਿਆ। ਇਹ ਧਰਮ ਨਹੀਂ ਬਚਣਾ, ਹੋਰ ਕੋਈ ਧਰਮ ਨਹੀਂ ਬਚਣਾ ਇਹ ਤੋਂ ਸਿਵਾ। ਇਹ ਸਾਜ਼ਿਸ਼ ਤਾਂ ਰਚੀ ਗਈ, ਤਾਂ ਹੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਪਾਣੀ ਰਚਿਆ ਗਿਆ ਗ੍ਰੰਥ ਨੂੰ ਬਚਾਉਣ ਵਾਸਤੇ। ਇਹਨੂੰ ਬਹੁਤ ਬੜਾ ਖਤਰਾ ਸੀ। ਮੁਸਲਮਾਨਾਂ ਤੋਂ ਘੱਟ ਸੀਗਾ, ਹਿੰਦੂਆਂ ਤੋਂ ਜ਼ਿਆਦਾ ਸੀ। ਉਹਨਾਂ ਦੀ ਚੋਟ ਕਰਦਾ ਜ਼ਿਆਦਾ, ਮੁਸਲਮਾਨਾਂ ਦੇ ਚੋਟੇ ਨਹੀਂ ਕਰਦਾ। ਇਹ ਮੂਰਤੀ ਪੂਜਾ ਦੇ ਖਿਲਾਫ ਹੈ ਜ਼ਿਆਦਾ। ਦੂਜੀ ਬਾਤ ਨਾ ਧਾਰੀ ਕਾਨਾ ਦਾ ਮਤਲਬ ਕੀ ਹੈ? ਸਿਮਰਤ ਔਰ ਸ਼ਾਸਤਰਾਂ ਦੀ ਕਿਸੇ ਕਹਾਣੀ ਤੇ ਵਿਸ਼ਵਾਸ ਨਹੀਂ ਕੀਤਾ ਮੈਂ, ਕਬੀਰ ਕਹਿੰਦਾ। ਪੰਡਤ ਪਾੜੀ ਬਾੜ ਕਹਿ ਰਿਹਾ, ਮੁਸਲਮਾਨ ਨੂੰ ਕਦ ਕਹਿ ਰਹੇ ਬਾੜ ਪਾੜੀਏ? ਪੰਡਤ ਪਾੜੀ ਬਾੜ ਕਹਿ ਰਿਹਾ ਕਬੀਰ। ਜੋਗੀ ਨੂੰ ਕਦ ਕਹਿ ਰਿਹਾ ਬਾੜ ਪਾੜੀਏ? ਜੋਗੀ ਨੇ ਬਾੜ ਨਹੀਂ ਪਾੜੀ, ਜੋਗੀ ਭੁੱਲਿਆ। ਜੋਗੀ ਸਰੀਰ ਤੱਕ ਸੀਮਤ ਹੈ, ਬਾਹਰਲੇ ਸਰੀਰ ਨਾਲ ਜੁੜਿਆ ਰਹਿ ਗਿਆ, ਅੰਦਰਲੇ ਤੱਕ ਆ ਰਹੀ। ਬਸ ਇੰਨੀ ਗੱਲ ਉਹਦੀ ਤਾਂ ਜੋਗੀ ਦੀ ਹੈ, ਸਰੀਰ ਨਾਲ ਜੁੜਿਆ ਹੋਇਆ। ਖੋਜਦਾ ਤਨ ਵਿੱਚੋਂ ਹੀ ਹੈ, ਪਰ ਤਨ ਵਿੱਚੋਂ ਮਨ ਨਹੀਂ ਖੋਜਿਆ। ਤਨ ਨੂੰ ਤਨ ਬਾਹਰਲਾ ਹੀ ਖੋਜ ਲਿਆ, ਬਾਹਰਲਾ ਤਨ ਖੋਜ ਲਿਆ, ਤਨ ਵਿੱਚੋਂ ਮਨ ਨਹੀਂ ਖੋਜਿਆ। ਬਸ ਇੰਨੀ ਗਲਤੀ ਹੋਈ ਉਹਦੇ ਤਾਂ। ਇਹਨੇ ਬਿਲਕੁਲ ਬਾਟੇ ਪਾੜ ਲਈ। ਇਹਨੇ ਤਨ ਛੱਡ ਕੇ ਪੱਥਰ ਦੀ ਮੂਰਤੀ ਬਣਾ ਲਈ, ਇਹਨੂੰ ਖੋਜੋ ਇਹ ਚੋਂ ਮਿਲੂਗਾ। ਇਹਨੇ ਤਨ ਛਡਾ ਕੇ ਪੱਥਰ ਦੀ ਮੂਰਤੀ ਬਣਾ ਲਈ ਪੰਡਤ ਨੇ। ਇੱਕ ਸਟੈਪ ਉਹ ਤੋਂ ਕਹਾਂ ਹੋਰ ਕਰਤਾ ਵੀ ਇਹ ਪ੍ਰਾਣ ਵੀ ਜਿਹੜੇ ਨੇ ਨਾ, ਸਾਹ ਲੈਣ ਵਾਲਾ ਵੀ ਖਤਮ ਕਰ ਦੋ, ਕਿਤੇ ਉਹਨੂੰ ਨਾ ਡੋਲ ਲਵੇ ਕੋਈ। ਮੂਰਤੀ ਜਿਹੜਾ ਹੈਗਾ ਉਹ ਨਾ ਡੱਬੂਗਾ, ਸਰੀਰ ਤੇ ਉਹਦਾ ਲੱਭ ਸਕਦਾ ਕਿਸੇ ਨੂੰ। ਉਹ ਏਦਾਂ ਕਹਾਂ ਕਰਦਾ ਪੰਡਤ ਨੇ ਜਾ ਕੇ। ਇਹ ਹੈ ਸੱਚ। ਇੱਥੇ ਇਸ ਪਲੇਟਫਾਰਮ ਤੇ ਖੜ ਕੇ ਬਾਣੀ ਰਚੀ ਗਈ ਹੈ। ਇਸ ਦ੍ਰਿਸ਼ਟੀਕੋਣ ਤੋਂ, ਇਸੇ ਦ੍ਰਿਸ਼ਟੀਕੋਣ ਤੋਂ 10 ਗ੍ਰੰਥ ਹੈ ਸਾਰਾ। ਵਿਦਵਾਨ ਕੀ ਜਾਣ ਕੀ ਗੱਲ ਹੈ? ਵਿਦਵਾਨਾਂ ਨੂੰ ਪਤਾ ਹੈ ਕਿਤੇ ਲਿਖਿਆ ਹੋਇਆ ਹੈ ਗੱਲਾਂ। ਦੱਸੋ ਕਿਹੜੇ ਟੀਕੇ 'ਚ ਲਿਖੀਆਂ ਹੋਈਆਂ ਨੇ, ਕਿਹੜੇ ਵਿਦਵਾਨ ਨੇ ਕਿੱਥੇ ਲਿਖੀ ਹੈ, ਕਿਹੜੀ ਕਿਤਾਬ ਹੈ? ਇਸ ਪਲੇਟਫਾਰਮ ਤੋਂ ਬਾਣੀ ਬੋਲੀ ਹੋਈ ਹੈ। ਪ੍ਰਚਾਰ ਇਸੇ ਪਲੇਟਫਾਰਮ ਤੋਂ ਹੁੰਦਾ ਰਿਹਾ ਪਹਿਲਾਂ ਗੁਰਮੁਖਾਂ ਦਾ। ਹੁਣ ਕਿੱਥੇ ਹੁੰਦਾ? ਪਤਾ ਹੋਵੇ ਕਿਸੇ ਨੂੰ ਤਾਂ ਹੋਵੇ, ਪਤਾ ਹੀ ਨਹੀਂ ਕਿਸੇ ਨੂੰ ਗੱਲ ਕੀ ਹੈ। ਹਾਂਜੀ, ਰਹੇ ਬਿਹੰਗਮ ਕਤੇ ਨਾ ਜਾਈ, ਕਤੇ ਨਾ ਜਾਈ ਰਹੇ ਬਿਹੰਗਮ। ਬਿਹੰਗਮ ਹੁੰਦਾ ਜਿਹੜਾ ਮਾਇਆ ਨਾਲ ਕਿਤੇ ਜੁੜਿਆ ਹੀ ਨਹੀਂ ਹੋਇਆ। ਮਾਇਆ ਅੱਜ ਕਿਤੇ ਗਮਨ ਨਹੀਂ ਕਰਦਾ, ਬਸ ਉੱਥੇ ਹੀ ਬਹਿ ਗਿਆ। ਔਰ ਬਿਹੰਗਮ ਹੁੰਦਾ ਜਿਹਦੇ ਕੋਲ ਸਵਾਏ ਆਪਣੇ ਸਰੀਰ ਤੇ ਕੁਝ ਨਾ ਹੋਵੇ। ਕੋਈ ਕੌਲੀ ਗਲਾਸ ਬਣਾ ਹੋਵੇ ਨਾਲ। ਇਹ ਇਹੋ ਜਿਹਾ ਬਿਹੰਗਮ ਜਿਹਦੇ ਕੋਲ ਬਾਹਰਲਾ ਸਰੀਰ ਵੀ ਹੈ ਨਹੀਂ। ਇਹ ਵੀ ਤਾਂ ਮਾਇਆ ਹੈ। ਬਿਹੰਗਮ ਮਾਇਆ ਤੋਂ ਰਹਿਤ ਨੂੰ ਹੈ ਨਾ। ਥਿਰ ਹੋ ਜਾਵੇ ਜਿਹੜਾ, ਥਿਰ ਇੱਕੋ ਜਗ੍ਹਾ। ਬਿਹੰਗਮ ਜਿਹੜਾ ਕਿਤੇ ਗਮਨੇ ਨਹੀਂ ਕਰਦਾ। ਹੁਣ ਕਿਤੇ ਜਾਣਾ ਹੀ ਨਹੀਂ, ਬਹਿ ਗਿਆ ਉੱਥੇ, ਜੰਮ ਗਿਆ। ਥਿਰ ਘਰ ਬੈਸੋ ਹਰ ਜਨ ਪਿਆਰੇ, ਬਸ ਐ ਹੋ ਗਿਆ। ਇੱਥੇ ਦੀ ਗੱਲ ਹੈ ਬਿਹੰਗਮ। ਗਮਨ ਤਿਆਗਤਾ, ਆਉਣਾ ਜਾਣਾ ਤਿਆਗਤਾ ਜਿਹਨੇ। ਥਿਰ ਹੋ ਗਿਆ, ਥਿਰ ਨਾਰਾਇਣ, ਥਿਰ ਗੁਰੂ। ਨਾਰਾਇਣ ਨਾਲ ਜੁੜ ਗਿਆ, ਨਾਰਾਇਣ ਗੁਰੂ ਨਾਲ ਜੁੜ ਜੂਗਾ। ਜਾਂ ਤਾਂ ਨਾਰਾਇਣ ਥਿਰ ਹੈ ਜਿਹੜਾ ਅੰਦਰ ਸਾਹ ਲੈਂਦਾ, ਇਹ ਗੁਰੂ ਥਿਰ ਹੈ। ਗੁਰੂ ਪਰਮੇਸ਼ਰ, ਦੋ ਹੀ ਥਿਰ ਨਤੀਆ, ਕੋਈ ਥਿਰੇ ਨਹੀਂ।
ਗੱਲ ਦੋ ਦੀ ਆਉਂਦੀ ਹੈ ਜਦ ਵੀ ਆਊਗੀ, ਦੋ ਦੀ ਆਉਂਦੀ ਹੈ ਗੱਲ ਜਦ ਵੀ ਆਊਗੀ। ਨਾਰਾਇਣ ਗੁਰੂ ਨੂੰ ਇੱਕੋ ਬੰਦੇ ਨੇ, ਇੱਕ ਕਿਵੇਂ ਹੋ ਜੂ? ਨਾਰਾਇਣ ਤਾਂ ਜੱਗ 'ਚ ਪਰਵਰਿਆ ਹੋਇਆ, ਆਪ ਨਾਰਾਇਣ ਕਲਾਤਾਰ ਜੱਗ ਵਿੱਚ ਪਰਵਰਿਓ। ਜਿਹੜਾ ਜੱਗ ਦੇ ਵਿੱਚ ਪਰਵਰਿਆ, ਸਾਹ ਲੈਂਦਾ, ਜਿਹਨੇ ਆਪਣਾ ਮਨ ਤਾਂ ਜੋੜਿਆ ਸਰੀਰ ਨਾਲ, ਆ ਬੈਠਾ ਅੱਡ, ਉਹ ਨਾਰਾਇਣ ਹੈ। ਜਿਹਦੇ ਅੰਦਰ ਹਨੇਰਾ ਨਹੀਂ ਉਹ ਨਾਰਾਇਣ। ਮਨ ਵਿੱਚ ਹਨੇਰਾ ਪਰ ਉਹਦੇ ਅੰਦਰ ਹਨੇਰਾ ਨਹੀਂ। ਉਹਨੂੰ ਪਤਾ ਹੈ ਵੀ ਸੱਚ ਕੁਝ ਹੋਰ ਹੈ। ਸਾਨੂੰ ਪਤਾ ਹੈ ਵੀ ਨਿਰਾਕਾਰ ਹੁੰਦਾ ਹੈ, ਪਰ ਕੀ ਹੈ ਇਹਦੀ ਸਮਝ ਨਹੀਂ। ਬਸ ਇਹ ਪਤਾ ਵੀ ਨਿਰਾਕਾਰ ਹੁੰਦਾ ਹੈ, ਇਹ ਪਤਾ ਨਿਰੰਕਾਰ ਹੈ ਕੋਈ ਚੀਜ਼, ਅੱਖਾਂ ਨੂੰ ਦਿਖਦਾ ਨਹੀਂ, ਪਰ ਕੀ ਹੈ ਨਹੀਂ ਪਤਾ। ਜਿਹੜਾ ਕੀ ਹੈ ਨਹੀਂ ਪਤਾ, ਮਨ ਵਿੱਚ ਹਨੇਰਾ, ਮਨੌਤ ਵਿੱਚ ਹਨੇਰਾ, ਸਮਝ ਹੈ ਨਹੀਂ, ਪਰ ਉਹ ਪਤਾ ਵੀ ਹੈ ਜ਼ਰੂਰ ਚੀਜ਼ ਕੋਈ। ਇਹਨੂੰ ਅਨਾਣ ਕਹਿੰਦੇ। ਅੱਧੀ ਗੱਲ ਦਾ ਪਤਾ, ਅੱਧੀ ਦਾ ਪਤਾ ਨਹੀਂ। ਇਹਦਾ ਵਿਸ਼ਵਾਸ ਪੱਕਾ ਹੈ ਵੀ ਹੈ, ਅੱਧੀ ਦਾ ਨਹੀਂ ਹੈ। ਅੱਖ ਨਹੀਂ ਨਾ, ਅੱਖ ਨੂੰ ਸੂਤ ਕੇ ਲੱਗਿਆ ਹੈ, ਸੂਤ ਕੇ ਲੱਗਿਆ ਹੈ। ਅੱਖ ਤਾਂ ਹੈਗੀ ਹੈ, ਦੁਖਦੀ ਉਹ ਹੈ ਨਾ, ਹੋ ਜੂਗੀ ਠੀਕ, ਹੋ ਜੂਗੀ ਠੀਕ, ਦੁਖਦੀ ਹੈ। ਜਿੰਨਾ ਚਿਰ ਅੱਖ ਤਕਲੀਫ ਹੈ ਉਹਨਾਂ ਚਿਰ ਪੱਟੀ ਬੰਨੀ ਹੋਈ ਹੈ, ਜਾਂ ਪੱਟੀ ਖੁੱਲ ਜੂਗੀ, ਦਿਖ ਜੂਗਾ। ਭਰਮ ਦਾ ਪਰਦਾ ਚੱਕਿਆ ਜਾਊ, ਦੀ ਜੂਗਾ। ਭਰਮ ਦੇ ਪਰਦਾ ਕਰਕੇ ਨਹੀਂ ਦੀਦਾ। ਭਰਮ ਦਾ ਪਰਦਾ ਪਿਆ ਕਿੱਥੋਂ? ਦੂਜੀ ਬਾਤ ਚੋਂ। ਭਰਮ ਦਾ ਪਰਦਾ ਦੂਜੀ ਬਾਤ ਨੇ ਪਾਇਆ ਹੋਇਆ। ਬੜੀਆਂ ਦੂਜੀਆਂ ਸਾਖੀਆਂ ਨੇ ਨਾ, ਉਹਨਾਂ ਨੇ ਪਾਇਆ ਭਰਮ ਦਾ ਪਰਦਾ। ਹਾਂਜੀ। ਰਹੇ ਬਿਹੰਗਮ ਕਤੇ ਨਾ ਜਾਈ, ਕਦਾ ਨਾ ਜਾਈ, ਕਿਤੇ ਨਹੀਂ ਜਾਂਦਾ। ਹੁਣ ਅਗੈ ਗਹੇ ਗੈ ਗਗਨ ਰਹਾਈ, ਅਗਾਹ ਗਾਹ ਗੈ ਗਗਨ ਰਹਾਈ। ਬਸ ਜਿਹੜੀ ਗੱਲ ਨਹੀਂ ਸੀ ਨਾ ਪਕੜ ਚ ਆਉਂਦੀ, ਉਹ ਪਕੜ ਚ ਆ ਗਈ। ਆਪਣਾ ਮੂਲ ਨਹੀਂ ਸੀ ਪਕੜ ਚ ਆਉਂਦਾ, ਪਕੜ ਚ ਆ ਗਿਆ, ਬਸ ਫੜ ਲਿਆ। ਗੁਰ ਕੇ ਚਰਨਾਂ ਨਹੀਂ ਸੀ ਪਕੜ ਚ ਆ ਰਹੇ, ਗੁਰ ਕੇ ਚਰਨ ਬਾਹਰ ਆਦਮੀ ਦੇ ਚਰਨਾਂ ਨੂੰ ਮੰਨਦਾ ਸੀ। ਚਰਨ ਫੜ ਲੈ। ਗੁਰ ਕੇ ਚਰਨ ਕਿੱਥੇ ਸੀ? ਵਸਾ ਮੇਰੇ ਹੀਰੇ, ਉਹ ਤਾਂ ਹਿਰਦੇ ਚ ਸੀਗੇ, ਉਹ ਫੜ ਲੈ, ਲੱਭ ਕੇ। ਸੰਗ ਪੁਨੀਤਾ ਦੇਹੀ, ਸਾਰੀ ਦੇਹੀ ਵੀ ਉੱਥੇ ਸੀ। ਗੁਰ ਕੀ ਵੀ ਦੇਹੀ ਬਾਹਰ ਹੋਵੇ, ਚਰਨ ਉੱਥੇ ਹੁਣ ਨਾ ਨਾ, ਸਾਰਾ ਹੀ ਉੱਥੇ ਹੀ ਸੀ। ਸੰਗ ਪੁਨੀਤਾ ਦੇਹੀ ਕਿਉਂ ਗਿਆ? ਇਹ ਨਾ ਮੰਨ ਲਓ ਵੀ ਪੈਰ ਪੈਰ ਉੱਥੇ ਨੇ, ਆਪ ਕਿਤੇ ਹੋਰ ਹੈ। ਬਹੁਤ ਕੁਛ ਕਿਹਾ ਗੁਰਬਾਣੀ ਨੇ, ਕੁਛ ਵੀ ਨਹੀਂ ਵਿਚਾਰਿਆ। ਵਿਚਾਰਿਆ ਕੀ ਨੇ? ਸੰਗ ਪੁਨੀਤਾ ਦੇਹੀ ਕਿਉਂ ਕਿਹਾ? ਉਹ ਪੁਨੀਤਾ ਦੇਹੀ ਸਾਰੀ ਨਾਲ, ਪੁਨੀਤਾ ਦੇਹੀ ਹੈ ਨਾਲੇ, ਪਵਿੱਤਰ ਦੇਹੀ ਨਹੀਂ ਹੈ। ਹਾਂ, ਪਵਿੱਤਰ ਨਹੀਂ ਕਿਹਾ ਹੋਇਆ, ਪੁਨੀਤਾ ਦੇਹੀ ਆ। ਪੁਨੀਤਾ ਦੇਹੀ ਨਿਰਾਕਾਰ ਹੁੰਦੀ ਹੈ, ਪਵਿੱਤਰ ਮਾਇਆ ਹੁੰਦੀ ਹੈ। ਗਗਨ ਕਹਤਾ। ਹਾਂ, ਗਏ ਗਗਨ ਰਹਾਈ। ਹੁਣ ਕਾਹਦੇ ਜੁੜਿਆ? ਆਕਾਸ਼ ਚ। ਮਾਇਆ ਨਾਲ ਨਹੀਂ ਜੁੜਿਆ ਹੋਇਆ, ਆਕਾਸ਼ ਮਾਇਆ ਨਹੀਂ ਹੁੰਦੀ। ਮਾਇਆ ਦਾ ਹਿੱਸਾ, ਮਾਇਆ ਆਕਾਸ਼ ਦਾ ਹਿੱਸਾ ਹੈ, ਆਕਾਸ਼ ਮਾਇਆ ਦਾ ਹਿੱਸਾ ਨਹੀਂ ਹੈ। ਜਿੱਥੋਂ ਕੋਈ ਚੀਜ਼ ਅਲੱਗ ਹੋਈ ਹੁੰਦੀ ਹੈ, ਪਾਣੀ ਦਰਿਆ ਸਮੁੰਦਰ ਦਾ ਹਿੱਸਾ ਹੈ, ਸਮੁੰਦਰ ਇਹਦਾ ਹਿੱਸਾ ਨਹੀਂ ਹੈ। ਜਿਹੜੀ ਛੋਟੀ ਚੀਜ਼ ਹੈ ਬੜੀ ਦਾ ਹਿੱਸਾ ਹੁੰਦੀ ਹੈ। ਇਸ ਕਰਕੇ ਮਨ ਆਪਣੇ ਮੂਲ ਦਾ ਹਿੱਸਾ। ਮਨ ਛੋਟਾ ਨਾ, ਉਹ ਬੜਾ। ਹਰ ਜਿਹੜਾ ਬੜਾ, ਉਹ ਮਨ ਛੋਟਾ, ਇਹ ਉਹਦਾ ਹਿੱਸਾ ਹੈ, ਉਹ ਇਹਦਾ ਹਿੱਸਾ ਨਹੀਂ ਹੈ। ਕਿਰਨ ਸੂਰਜ ਦਾ ਹਿੱਸਾ ਹੈ, ਕਿਰਨ ਦਾ ਹਿੱਸਾ ਸੂਰਜ ਨਹੀਂ ਹੈ। ਇਹ ਗੱਲਾਂ ਨੇ ਵਿਚਾਰ ਆਣੀਆਂ। ਗਏ ਗਗਨ ਰਹਾਈ। ਗਗਨ ਮਾਇਆ ਦਾ ਹਿੱਸਾ ਨਹੀਂ, ਮਾਇਆ ਗਗਨ ਦਾ ਹਿੱਸਾ। ਕਿਉਂ? ਗਗਨ ਤੋਂ ਪੈਦਾ ਹੋਈ ਹੈ ਮਾਇਆ ਨਾ, ਅਟਕੀ ਹੋਇਆ, ਅਡ ਹੋਈ ਹਵਾ। ਇਹ ਤਾਂ ਹਵਾ ਦੇ ਬਾਕੀ ਟੁਕੜੇ ਨੇ ਤੇ ਨਾ ਹੋਰ। ਹਵਾ ਜੋ ਪੈਦਾ ਹੋਇਆ, ਜੋ ਕੁਝ ਹੋਇਆ, ਹਵਾ ਹੀ ਹੈ ਮਾਇਆ, ਬਸ ਹੋਰ ਕੁਝ ਨਹੀਂ। ਮਾਇਆ ਨੂੰ, ਮਾਇਆ ਬੇਚੈਨ ਹੈ, ਹਵਾ ਬੇਚੈਨ ਹੈ। ਉਦੋਂ ਦੀ ਉਹ ਬੇਚੈਨ, ਰੁਕਦੀ ਉਹ ਨਹੀਂ ਕਿਤੇ।
ਮਾਇਆ ਬੇਚੈਨ ਹੈ, ਗਗਨ ਚੈਨ ਨਾ ਖੜਾ। ਜੇ ਗਗਨ ਖੜਾ ਨਾ ਹੋਵੇ ਤਾਂ ਕੋਈ ਚੀਜ਼ ਚਲਦੀ ਹੈ ਖੜੀ ਦਾ ਪਤਾ ਹੀ ਨਾ ਲੱਗੇ ਸਾਨੂੰ। ਜੇ ਕੁਝ ਖੜਾ ਹੈ ਤਾਂ ਦੂਈ ਚੀਜ਼ ਚਲਦੀ ਪਤਾ ਲੱਗਦਾ ਸਾਨੂੰ। ਗਗਨ ਦਾ ਹਿੱਸਾ ਮਾਇਆ ਹੈ, ਗਗਨ ਚੋਂ ਪੈਦਾ ਹੋਇਆ, ਗਗਨ ਚ ਸਮਾ ਜਾਣਾ ਨੇ, ਗਗਨ ਚ ਸੋਣਾ ਨਾ ਜਾ ਕੇ। ਜਿਹਦੇ ਵਿੱਚ ਸਮਾਉਣਾ ਉਹ ਬੜਾ ਹੋਇਆ ਕਿ ਜਿਹੜੀ ਚੀਜ਼ ਨੇ ਸਮਾਉਣਾ ਉਹ ਬੜੀ ਹੋਈ। ਦਰਿਆ ਸਮੁੰਦਰ ਸਮਾ ਜਾਂਦਾ, ਸਮੁੰਦਰ ਬੜਾ ਹੋਇਆ ਤੇ ਦਰਿਆ ਬੜਾ ਹੋਇਆ। ਜਦੋਂ ਪੈਦਾ ਹੁੰਦੀ ਹੈ ਚੀਜ਼ ਜੈ ਤੇ ਉਪਜੀ ਤਹਿ ਲਈ। ਸੱਚੀ ਪ੍ਰੀਤ ਸਮਾਓ, ਸਮਾਓ ਤਾਂ ਜੇ ਪ੍ਰੀਤ ਸੱਚੀ ਹੈ। ਭਰੋਸਾ ਤਾਂ ਜਿੱਥੇ ਸਮਾਉਣਾ ਉਹਦੇ ਭਰੋਸਾ ਹੀ ਨਹੀਂ ਹੈ ਸਾਨੂੰ। ਸਮਾਵੇ ਮਨ ਕਿਵੇਂ ਸਮਾਉਣਾ ਮੌਤ ਹੈ, ਭਰੋਸਾ ਹੀ ਨਹੀਂ ਕਿਸੇ ਚੀਜ਼ ਤੇ ਸਮਾਵੇ ਕਿੱਥੇ ਜਾ ਕੇ। ਜਾਂ ਭਰੋਸਾ ਹੋਊ ਜਾਂ ਸਮਾਊਗਾ ਮਨ। ਸੱਚੀ ਪ੍ਰੀਤ ਹੋਊਗੀ ਤਾਂ ਹੀ ਜੇ ਭਰੋਸਾ ਹੋਊਗਾ। ਸੱਚੀ ਪ੍ਰੀਤ ਸਮਾਓ, ਸਮਾਇਆ ਜਾਂਦਾ, ਸੱਚੀ ਪ੍ਰੀਤ ਬਿਨਾ ਸਮਾਇਆ ਨਹੀਂ ਜਾਂਦਾ। ਪ੍ਰੀਤ ਵੀ ਝੂਠੀ ਹੈ ਸੰਸਾਰ ਦੀ, ਝੂਠੀ ਦੇਖੀ ਪ੍ਰੀਤ ਜਗਤ ਸਭ। ਜਗਤ ਦੀ ਪ੍ਰੀਤ ਵੀ ਝੂਠੀ ਹੈ। ਸੱਚੀ ਪ੍ਰੀਤ ਬਿਨਾ ਸਮਾਇਆ ਨਹੀਂ ਜਾਂਦਾ। ਸੱਚੀ ਪ੍ਰੀਤ ਸੱਚ ਤੇ ਬਿਨਾ ਹੋ ਹੀ ਨਹੀਂ ਸਕਦੀ। ਮਾਇਆ ਝੂਠੀ ਹੈ, ਇਹ ਤਾਂ ਪ੍ਰੀਤ ਵੀ ਝੂਠੀ ਹੈ। ਮਾਇਆ ਹੈ ਹੀ ਝੂਠੀ ਤੇ ਪ੍ਰੀਤ ਵੀ ਝੂਠੀ ਹੈ। ਹਾਂਜੀ। ਘੱਗਾ ਘਟ ਘਟ ਨਿਵਸੇ ਸੋਈ, ਘਟ ਫੁੱਟੇ ਘਟ ਕਵੇ ਨਾ ਹੋਈ। ਘੱਗਾ ਘਟ ਘਟ ਨਿਵਸੈ ਸੋਈ। ਹਰ ਹਿਰਦੇ ਵਿੱਚ ਉਹਦਾ ਨਿਵਾਸ ਹੈ। ਹਰ ਹਿਰਦੇ ਵਿੱਚ ਬੈਠਾ ਉਹ। ਹਿਰਦਾ ਬਣਿਆ ਹੀ ਉਹਦੇ ਪ੍ਰਤਾਪ ਨਾਲ, ਉਹਦੀ ਜੋਤ ਨਾਲ। ਜੋਤ ਪ੍ਰਤਾਪ ਹੈ ਹੁੰਦਾ ਨਾ। ਜਿੰਨੀ ਸੂਰਜ ਤੋਂ ਰੋਸ਼ਨੀ ਪੈਦਾ ਹੁੰਦੀ ਹੈ, ਸੂਰਜ ਦਾ ਪ੍ਰਤਾਪ ਹੈ ਉਹ। ਚਾਨਣ ਪੈਦਾ ਹੋਇਆ ਸੂਰਜ ਤੋਂ, ਉਹਦਾ ਪ੍ਰਤਾਪ ਹੈ। ਜਿਹੜਾ ਚਾਨਣ ਹੈ, ਜਿਹਦੇ ਨਾਲ ਘਟ ਦਾ ਦਾਇਰਾ ਬਣਿਆ ਹੈ, ਉਹਦਾ ਪ੍ਰਤਾਪ ਹੈ ਵਿੱਚ ਬੈਠਾ। ਘਟ ਘਟ ਨਿਵਸੈ ਸੋਏ, ਘਟ ਘਟ ਦੇ ਵਿੱਚ ਨਿਵਾਸ ਹੈ ਉਹਦਾ। ਸਾਰਿਆਂ ਦੇ ਅੰਦਰ ਹੈ। ਘਟ ਘਟ ਮੈਂ ਹਰਜੂ ਵਸੈ, ਹਰਜੂ ਵਸੈ। ਜਿੱਥੇ ਘਟ ਹੈ ਵਸਦਾ, ਉੱਥੇ ਹੀ ਦਸਵਾਂ ਦੁਆਰ ਹੈ। ਜਿਹੜੇ ਦਿਮਾਗ 'ਚ ਕਹਿੰਦੇ ਨੇ ਵਸਦਾ ਜਾਂ ਸੌ ਜਾਂਦਾ, ਫਿਰ ਕਿੱਥੇ ਵਸਦਾ? ਦਿਮਾਗ ਦਾ ਬੰਦ ਹੋ ਜਾਂਦਾ। ਜਿਹੜੀ ਚੀਜ਼ ਬੰਦ ਨਹੀਂ ਨਾ ਹੁੰਦੀ, ਚੱਲਦੀ ਰਹਿੰਦੀ ਹੈ, ਉੱਥੇ ਵਸਦਾ। ਹਾਰਟ ਚੱਲਦਾ ਰਹਿੰਦਾ, ਦਿਲ ਚੱਲਦਾ ਰਹਿੰਦਾ, ਇਸ ਕਰਕੇ ਦਿਲ ਦੇ ਵਿੱਚ ਵਸਦਾ। ਦਿਲ ਔਰ ਦਿਮਾਗ ਦੋ ਚੀਜ਼ਾਂ ਨੇ। ਗੁਰਮੁਖ ਦਿਲ ਦੇ ਵਿੱਚ ਕਹਿੰਦੇ ਨੇ ਨਿਵਾਸ ਹੈ ਉਹਦਾ, ਪੰਡਤ ਦਿਮਾਗ 'ਚ ਕਹਿੰਦਾ ਨਿਵਾਸ ਹੈ। ਪੰਡਤ ਕਹਿੰਦਾ ਸਾਡੇ ਬਿਨਵਾਸ, ਚੂੰਕਿ ਪੰਡਤ ਦੀ ਪੜ੍ਹਾਈ ਪੜ੍ਹੇ ਹੋਏ ਨੇ, ਪੰਡਤ ਦੇ ਚੇਲੇ ਨੇ, ਆਪ ਵੀ ਪੰਡਤ ਨੇ। ਜਿਹੜੇ ਪੰਡਤ ਨੇ, ਬਾਹਮਣ ਨੇ, ਉਹ ਸਾਰੇ ਦਿਮਾਗ 'ਚ ਮੰਨਦੇ ਨੇ। ਜਿਹੜੇ ਦਿਮਾਗ 'ਚ ਮੰਨਦੇ ਨੇ ਉਹੀ ਪੰਡਤ ਨੇ, ਬਾਹਮਣ ਨੇ। ਇਸੇ ਗੱਲ ਤੇ ਜ਼ੋਰ ਕਾਲਾ ਫਾਨਾ ਦਿੰਦਾ ਸੀ ਦਿਮਾਗ 'ਚ। ਪੰਡਤ ਦਾ ਚੇਲਾ ਜੋ ਹੈ, ਹਰ ਕਾ ਮਾਰਗਾਰ ਵਿਪਨ ਕੀ ਰੀਤ ਦੀਆਂ ਕਿਤਾਬਾਂ 10 ਲਿਖ ਮਾਰੀਆਂ ਹੈ ਬਾਬਲ। ਅੰਦਰੋਂ ਬਾਹਮਣ ਹੈ, ਪ੍ਰਚਾਰ ਬਾਹਮਣ ਤੇ ਉਲਟ ਕਰਦਾ। ਮੂੰਹ ਦੇ ਵਿੱਚ ਕੁਝ ਹੋਰ ਹੈ, ਮਨ 'ਚ ਕੁਝ ਹੋਰ ਹੈ। ਬਹੁਤ ਛਾਤਰ ਆਦਮੀ ਹੈ, ਬੰਦੇ ਬਹੁਤ ਛਾਤਰ ਨੇ। ਅਸਲ ਦੇ 14 ਏਜੰਟ ਨੇ। ਮੂੰਹ ਤੋਂ ਗਾਲਾਂ ਉਸਨ ਪੜ ਰਹੇ ਨੇ। ਗਾਲਾਂ ਪੜਨ ਨੂੰ ਕਰ ਰਹੇ ਨੇ, ਪ੍ਰਚਾਰ ਪੜਨ ਦਾ ਹੀ ਕਰ ਰਹੇ ਨੇ। ਸਾਰੇ ਸਿੱਖੀ ਛਡਾ ਰਹੇ ਨੇ, ਪ੍ਰਚਾਰ ਪੜਨ ਦਾ ਕਰ ਰਹੇ ਨੇ। ਉਹਨਾਂ ਨਾਲ ਸੈਟਲਮੈਂਟ ਹੈ, ਗਾਲਾਂ ਤੁਹਾਨੂੰ ਜ਼ਰੂਰ ਕੱਢਾ। ਸਿਆਸਤ ਦੇ ਵਿੱਚ ਇਹੀ ਤਾਂ ਕੰਮ ਹੈ। ਜਿਹਦੀ CID ਕਰਨੀ, ਉਹਨੂੰ ਨਹੀਂ ਜੀ ਬੁਰਾ ਕਿਹਾ ਜਾ ਕੇ ਉਹਦੇ ਦੁਸ਼ਮਣਾਂ ਕੋਲ। ਉਹ ਭੇਤ ਕਿਵੇਂ ਦੇਣਗੇ? ਜਿਹਦੀ CID ਕਰਨੀ ਹੋਵੇ ਨਾ, ਉਹਦੇ ਮੁਖਾਲਫਾਂ ਜਾ ਕੇ ਉਹਨੂੰ ਗਾਲਾਂ ਕੱਢੀਏ, ਬੁਰਾ ਕਹੀਏ ਉਹਨੂੰ। ਬਸ ਚੜ ਕੇ ਦਿੰਦਿਆ ਕਰੀਏ, ਸਾਰੀ CID ਦੇ ਦੇਣਗੇ ਤੁਹਾਨੂੰ ਉਹਦੀ। ਉਹ ਲਿਆ ਕੇ ਬੰਦੇ ਨੂੰ ਦੇ ਦਿਓ, ਦੂਏ ਨੂੰ ਦੇ ਦਿਓ। ਉਹ ਸਾਨੂੰ ਕਹਿੰਦਾ ਸਮਝ ਨਹੀਂ ਇਹਨਾਂ ਗੱਲਾਂ ਦੀ, ਸਾਰੀ ਉਹ ਸਮਝ ਆ ਸਾਨੂੰ।
ਸਿਆਸਤ ਤਾਂ ਬੁੱਧੂਆਂ ਦੀ ਹੁੰਦੀ ਹੈ, ਪਾਗਲਾਂ ਦੀ। ਗੁਰਮੁਖੇ ਸਿਆਸਤ ਕਿਉਂ ਨਹੀਂ ਕਰਦੇ? ਉਹ ਪਾਗਲ ਹੈਗੇ ਨਹੀਂ। ਇਹਦਾ ਮਤਲਬ ਇਹ ਨਹੀਂ ਵੀ ਜਾਣਦੇ ਨਹੀਂ ਹੈ, ਉਹ ਤਾਂ ਇਹ ਤਾਂ ਵਧੀਆ ਜਾਣਦੇ ਨੇ ਸਭ ਕੁਛ। ਇਹਨਾਂ ਨੂੰ ਭੁਲੇਖਾ ਹੋਊਗਾ। ਮੂਰਖ ਕੀ ਜਾਣ, ਵਿਚਾਰੇ ਮੂਰਖ ਨੇ। ਤਾਂ ਜਿਹੜੇ ਗੁਰਬਾਣੀ ਸਾਬਤ ਕਰਦੀ ਹੈ ਵੀ ਇਹ ਮੂਰਖ ਨੇ, ਤੇ ਗੁਰਬਾਣੀ ਨੂੰ ਤਾਂ ਗੁਰਬਾਣੀ ਦੇ ਖਿਲਾਫ ਕੁਝ ਨਹੀਂ ਬੋਲਦੇ। ਗੁਰਬਾਣੀ ਦੇ ਖਿਲਾਫ ਨਹੀਂ ਬੋਲਦੇ। ਗੁਰਬਾਣੀ ਕਹਿੰਦੀ ਹੈ ਮੂਰਖ ਨੇ, ਬੋਲਣ ਦੇ ਖਿਲਾਫ। ਜੇ ਅਕਲਮੰਦ ਨੇ ਬੋਲਣ ਖਿਲਾਫ ਲੀਹੋਂ ਲਾ ਰਹੇ ਨੇ, ਨੁਕਸਾਨ ਕਰ ਰਹੇ ਨੇ। ਅੰਮ੍ਰਿਤ ਨਹੀਂ ਜੀ, ਪਤਾਸੇ ਨਹੀਂ ਜੀ, ਬਾਣੀ ਆ ਨਹੀਂ ਪੜੀ, ਉਹ ਨਹੀਂ ਬਈ, ਕਿਸੇ ਤਰੀਕੇ ਨਾਲ ਤਹਿਸ ਨਹਿਸ ਕਰ ਦਈਏ ਸਭ ਕੁਛ। ਜੋ ਇਹੀ ਹੈ ਉਹਨਾਂ ਦਾ ਇਰਾਦਾ, ਹੋਰ ਕੁਛ ਨਹੀਂ ਹੈ। ਪਰ ਤੁਸੀਂ ਕਿੱਥੋਂ ਕਰ ਦੋਗੇ? ਤੁਹਾਡੇ ਵਰਗਾ ਪਹਿਲਾਂ ਕੋਈ ਜੰਮਿਆ ਹੀ ਨਹੀਂ। ਤੁਹਾਡੇ ਨੂੰ ਤਾਂ ਬੜੇ ਬੜੇ ਸਿਆਣੇ ਜੰਮ ਲਏ। ਜੇ ਤੁਸੀਂ ਜੰਮੇ ਹੋ, ਇਹਨਾਂ ਨੇ ਸੋਚਿਆ ਸੀ ਹੋਊਗਾ ਵੀ ਦੂਏ ਪਾਸੇ ਕੋਈ ਹੈ ਨਹੀਂ, ਪਰ ਇਹਨੂੰ ਤਾਂ ਪਤਾ ਸੀ ਸਿਕੰਦਰ ਨੂੰ। 1996 ਮੈਂ ਦੱਸਦਾ ਸੀ ਵੀ ਉਹਨੇ ਭੁਲੇਖੇ ਨਾ ਕੋਈ ਰਹੇ। 1996 ਦੀ ਜਿਹੜੀ ਲਿਖੀ ਨਾ ਨਾਦਵੇ ਦੇ ਵਿਚਾਰ, ਉਹਦੇ 'ਚ ਲਿਖ ਦਿੱਤਾ ਸੀ ਵੀ ਹੁਣ ਬਹੁਤਾ ਭੁਲੇਖੇ 'ਚ ਨਾ ਰਹੋ ਤੁਸੀਂ ਕਿ ਗੁਰਬਾਣੀ ਦੇ ਅਰਥ ਕਿਸੇ ਨੂੰ ਆਉਂਦੇ ਨਹੀਂ। ਇਸ਼ਾਰਾ ਕਰਤਾ ਸੀਗਾ। ਪਰ ਇਹ ਵਿਸ਼ਵਾਸ ਕਦੋਂ ਕਰਦੇ ਨੇ? ਇਹ ਤਾਂ ਉਦੋਂ ਕਰਦੇ ਨੇ ਜਦ ਮੂੰਹ ਤੇ ਪੈਂਦੀ ਹੈ ਦੂਏ ਪਾਸੇ। ਪਸ਼ੂ ਜਾਣਦਾ ਹੁੰਦਾ, ਕਿਤੇ ਪਸ਼ੂ ਫਸਲ ਦੇਖਦਾ, ਮਾਲਕ ਨੂੰ ਵੀ ਦੇਖਦਾ, ਮੈਨੂੰ ਦੇਖਦਾ, ਫਿਰ ਵੀ ਜਾ ਪੈਂਦਾ। ਜਾਂ ਡਾਂਗ ਪੈਂਦੀ ਹੈ ਜਦੋਂ ਪਤਾ ਲੱਗਦਾ। ਵੱਧ ਸੋਟਾ ਲੱਕੜੀ ਪਵੇ ਤੇਰੀ ਪੀਠ। ਇਹ ਤਾਂ ਜਦ ਬਣਦੇ ਨੇ ਜਾਂ ਸਿਰ 'ਚ ਪੈਂਦੀ ਹੈ, ਫਿਰ ਚੁੱਪ ਕਰ ਜਾਂਦੇ ਨੇ। ਹੁਣ ਹੱਥਾਂ ਪੈਰਾਂ ਦੀਆਂ ਪਈਆਂ ਨੇ, ਕਰ ਜੂਗਾ ਚੁੱਪ। ਹੁਣ ਤਾਂ ਬੋਲੀ ਗਿਆ। ਇੱਕ ਖਾਲਸੇ ਦੀ ਨੀਤੀ ਰਹੀ ਹੈ ਪਹਿਲਾਂ। ਇਹਨਾਂ ਨੂੰ ਕੀ ਸਿਖਾਇਆ ਸੀ ਵੀ ਜੇ ਦੁਸ਼ਮਣ ਜ਼ਿਆਦਾ ਹੋਵੇ, ਤਾਕਤਵਰ ਹੋਵੇ, ਚਾਹੇ ਨਾ ਵੀ ਤਾਕਤਵਰ ਹੋਵੇ, ਜੇ ਗੁੱਸੇ ਨਾਲ ਦੁਸ਼ਮਣ ਆਉਂਦਾ ਨਾ ਜਦ, ਉਹਨੂੰ ਆਉਣ ਦੇਈਦਾ ਹੁੰਦਾ, ਉਹਨੂੰ ਪਿੱਛੇ ਹਟੀ ਜਾਈਦਾ, ਪਿੱਛੇ ਹਟ ਕੇ ਫੈਲ ਜਾਈਦਾ। ਜਦੋਂ ਆਪਣੇ ਜਿਹੜੀ ਵੱਡੀ ਫੌਜ ਉਹ ਤਾਂ ਜ਼ਿਆਦਾ ਵੱਧ ਜਾਵੇ, ਕੁਛ ਆਦਮੀ ਹੁੰਦੇ ਨੇ ਜਿਹੜੇ ਵੱਧਦੇ ਹੁੰਦੇ ਨੇ, ਉਹਨੂੰ ਪਿੱਛੇ ਨਹੀਂ ਕੱਢ ਦੇਵੇ, ਉਹ ਫੌਜ ਨੂੰ ਕੱਢ ਦੋ, ਵਿਚਾਲੇ ਘੇਰ ਲਓ। ਜਦ ਅਹਿਮਦ ਸ਼ਾਹ ਅਬਦਾਲੀ ਆਇਆ ਇੱਥੇ, ਉਹਨੇ ਮੁੰਡੇ ਨੂੰ ਸਮਝਾਇਆ ਸੀ ਵੀ ਏਦਾਂ ਨਾ ਗੱਲ ਨਹੀਂ ਕਿਤੇ ਤੂੰ ਕਹੇ ਮੇਰੇ ਕੋ ਫੌਜ ਬਹੁਤ ਤਕੜਾ, ਮੈਂ ਵੀ ਸਿੰਘ ਥੋੜੇ ਜਿਹੇ ਨੇ, ਇਹ ਬਹੁਤ ਇਹ ਜੰਗ ਦੇ ਪੈਂਤਰੇ ਇੰਨੇ ਜਾਣਦੇ ਨੇ, ਅਸੀਂ ਨਹੀਂ ਜਾਣਦੇ। ਫਿਰ ਵੀ ਮੁੰਡਾ ਫਸ ਗਿਆ, ਉਹਦਾ ਨਵਾਂ ਸੀਗਾ। ਜੋ ਚੱਲਿਆ ਇਹਨਾਂ ਨੇ ਆਪਣਾ ਪੈਂਤਰਾ ਬਦਲ ਲਿਆ। ਉਹ ਐ ਸਾਈਡ ਤੇ ਨੂੰ ਹੋ ਗਏ, ਉਹ ਅੱਗੇ ਲੰਘ ਗਿਆ, ਇਹਨਾਂ ਨੇ ਕੱਟ ਲਿਆ। ਮਥਾ ਜਾ ਕੇ ਛੜਾਇਆ ਉਹਨੇ, ਅਹਿਮਦ ਸ਼ਾਹ ਅਬਦਾਲੀ ਨੇ। ਉਹ ਨਾ ਹੁੰਦਾ ਤਾਂ ਖਤਮ ਹੋ ਗਿਆ ਸੀ। ਫਿਰ ਹੱਥ ਪੈਰ ਫੁੱਲ ਗਏ, ਜਾਂ ਚਾਰੇ ਪਾਸੇ ਤੇ ਘੇਰ ਲਿਆ, ਚਾਰੇ ਪਾਸੇ ਤੇ ਗੋਲੀ ਚੱਲਣ ਲੱਗੀ। ਉਹ ਪਹਿਲਾਂ ਗੋਲੀਆਂ ਨਹੀਂ ਚਲਾਉਂਦੇ, 2 ਕਿਲੋਮੀਟਰ ਆਲੇ ਦੁਆਲੇ ਦੀ ਘੇਰਾ ਪਾਉਂਦੇ ਨੇ। ਉਹਦੇ ਅੱਗੇ ਕੱਟਤਾ, ਪਿੱਛੋਂ ਫੌਜ ਤੋਂ ਕੱਟਤਾ। ਉਹਨਾਂ ਨੇ ਫੌਜ ਰੋਕ ਲਈ, ਪਾ ਲਈ। ਇਹਨਾਂ ਨੇ 3 ਪਾਸੇ ਦੇ ਨੂੰ ਘੇਰਾ ਪਾ ਲਿਆ। ਕੰਨਾਂ ਨੂੰ ਹੱਥ ਲਾ ਕੇ ਮੁੜ ਕੇ ਨਹੀਂ ਆਇਆ। ਇਹਨਾਂ ਨੂੰ ਨੀਤੀਆਂ ਦਾ ਨਹੀਂ ਪਤਾ, ਜਿਹੜੀਆਂ ਨੀਤੀਆਂ ਜੰਗ ਦੀਆਂ ਅਸੀਂ ਸਿੱਖੀਆਂ ਨੇ, ਸੁਣਾਈਆਂ ਨੇ, ਸਾਨੂੰ ਪਤਾ ਹੈ। ਇਹ ਵਿਚਾਰੇ ਕੀ ਜਾਣ ਜਿਹੜੇ ਸਿੱਖ ਨੇ ਆਏ ਅਰੇ ਗੱਲ, ਇਹਨਾਂ ਨੂੰ ਕੀ ਪਤਾ ਗੱਲ ਕੀ ਹੈ। ਸਾਰਾ ਕੁਝ ਸਿਖਾਇਆ ਹੋਇਆ ਸੀ ਖਾਲਸੇ। ਐਵੇਂ ਜਿਹੜੀਆਂ ਫੌਜਾਂ ਨਾਲ ਲੜਦੇ ਰਹੇ ਨੇ, ਕੋਈ ਕਿਲਾ ਨਾ, ਕੋਈ ਲੈਣ ਨਾ, ਕੋਈ ਦੇਣ ਨਾ, ਕੋਈ ਰਾਸ਼ਨ ਸਪਲਾਈ ਲਾਈਨ ਨਾ, ਕੋਈ ਅਸਲੇ ਦਾ ਕਾਰਖਾਨਾ ਨਾ, ਕੋਈ ਮਨੀਸ਼ਨ ਡਿਪੂ ਨਾ। ਪੰਜਾਬ 'ਚ ਰਾਜ ਕਾਇਮ ਕਰ ਲਿਆ। ਪਾਗਲਾਂ ਨੇ ਕਰ ਲਿਆ। ਪਾਗਲ ਸੀਗੇ ਉਹ, ਉਹਨਾਂ ਨੂੰ ਪਾਗਲ ਸਮਝਣ ਵਾਲੇ ਪਾਗਲ ਨੇ। ਜਿਹੜੇ ਪਾਗਲ ਸਮਝਦੇ ਨੇ ਆਪ ਪਾਗਲ ਨੇ। ਇਹਨਾਂ ਨੂੰ ਬੜਾ ਪਤਾ ਕੀ ਸੀ ਉਹ। ਧੱਗਾ ਘਟ ਘਟ ਨਿਮਸੇ ਸੋਈ, ਘਟ ਫੁੱਟੇ ਘਟ ਗਵੇ ਨਾ ਹੋਈ।
ਹਰ ਘਟ ਵਿੱਚ ਉਹਦਾ ਨਿਵਾਸ ਹੈ ਜੋਤ ਦਾ। ਜਿੰਨੀ ਜੋਤ ਨਿਰਮਲ ਹੁੰਦੀ ਹੈ ਜਾਂ ਮਲੀਨ ਹੁੰਦੀ ਹੈ, ਜਿਹੇ ਜੀ ਵੀ ਹੁੰਦੀ ਹੈ, ਅਸਲ 'ਚ ਅਸੀਂ ਜੋਤ ਵਧਾ ਰਹੇ ਹਾਂ ਹਰ ਜਨਮ ਦੇ ਵਿੱਚ। ਪੂਰਨ ਜੋਤ ਤੱਕ ਲੈ ਕੇ ਜਾਣਾ ਅਸੀਂ। ਇੱਕ ਐਸੀ ਸਟੇਜ ਹੈ ਜਿੱਥੇ ਜਾ ਕੇ ਜੋਤ ਇੱਥੇ ਵੱਧਦੀ ਨਹੀਂ, ਫਿਰ ਤਿੰਨ ਲੋਕ ਦਾ ਗਿਆਨ ਹੋ ਜਾਂਦਾ। ਇਹ ਸਾਰੇ ਸੰਸਾਰ ਦਾ ਗਿਆਨ ਤਿੰਨ ਲੋਕ ਦਾ ਗਿਆਨ। ਉਹਦੇ 'ਚ ਆਤਮ ਗਿਆਨ ਵੀ ਆ ਗਿਆ, ਆਤਮਾ ਦਾ ਗਿਆਨ ਵੀ ਵਿੱਚ ਆ ਗਿਆ। ਆਤਮਾ ਵੀ ਵਿੱਚ ਹੀ ਹੈ ਨਾ ਤਿੰਨ ਲੋਕ ਦੇ। ਸੰਸਾਰ ਦਾ ਗਿਆਨ ਤਾਂ ਲੈਣ ਦੀ ਸਾਨੂੰ ਲੋੜ ਨਹੀਂ, ਮੈਟਰ ਦਾ ਤਾਂ ਅਸਲ 'ਚ ਆਤਮਾ ਦਾ ਗਿਆਨ ਹੀ ਲੈਣਾ ਅਸੀਂ। ਸੰਸਾਰ ਦਾ ਗਿਆਨ ਉਹਦੀ ਲੋੜ ਨਹੀਂ। ਪੰਜ ਤੱਤ ਨੇ, ਮਾਇਆ ਦੇ ਪੰਜ ਤੱਤ ਬਣੇ ਹੋਏ ਨੇ, ਇਹਨਾਂ ਜੋ ਰਲਾ ਕੇ ਸਭ ਕੁਝ ਬਣਿਆ ਹੋਇਆ। ਆਤਮਾ ਦੇ ਬਿਨਾਂ ਬਣਦਾ ਨਹੀਂ ਕੁਝ ਵੀ। ਜਿੰਨਾ ਚਿਰ ਆਤਮਾ ਨਹੀਂ ਬਹਿੰਦੀ, ਆਤਮਾ ਨਹੀਂ ਹੁੰਦੀ, ਉਹਨਾਂ ਚਿਰ ਜੀ ਕੋਈ ਵੀ ਸਰੀਰ ਨਹੀਂ ਬਣ ਸਕਦਾ। ਬਸ ਸਰੀਰ ਅਨੇਕਾਂ ਕਿਸਮ ਦੇ ਨੇ, ਅਨੇਕਾਂ ਕਿਸਮ ਦੀ ਮਸ਼ੀਨਰੀ ਹੈ। ਖਾਣ ਪਾਣ ਅਨੇਕਾਂ ਕਿਸਮ ਦੇ ਸਾਡੇ ਸਾਹਮਣੇ ਹੀ ਹੈ। ਤਾਂ ਸਾਡਾ ਵਿਸ਼ਾ ਆਤਮਾ ਦਾ ਜ਼ਿਆਦਾ ਹੈ, ਆਤਮ ਗਿਆਨ ਦਾ। ਕਹਿੰਦੇ ਘੱਟ ਘੱਟ ਦੇ ਵਿੱਚ ਇੱਥੇ ਪੂਰਨ ਜੋਤ ਤੱਕ ਲੈ ਕੇ ਜਾਣਾ। ਆਤਮ ਗਿਆਨ ਨਹੀਂ ਹੋ ਗਿਆ, ਪੂਰਨ ਜੋਤ ਹੋ ਗਈ। ਪਰ ਉਹ ਤੋਂ ਪਹਿਲਾਂ ਜੇ ਮਰ ਜਾਂਦਾ ਹੈ, ਸਰੀਰ ਛੱਡ ਜਾਂਦਾ ਹੈ, ਜਿੰਨਾ ਗਿਆਨ ਹਾਸਲ ਕਰ ਲਿਆ ਨਾ ਸੱਚ ਦਾ ਆਤਮਾ ਬਾਰੇ, ਇਹ ਤਾਂ ਨਹੀਂ ਘਟਦਾ। ਸੰਸਾਰੀ ਗਿਆਨ ਨਹੀਂ ਰਹਿੰਦਾ। ਬਸ ਘੱਟ ਫੂਟੇ ਘੱਟ ਕਾਬੂ ਨਾ ਹੋਈ, ਆਤਮ ਗਿਆਨ ਓਨਾ ਹੀ ਰਹਿ ਜਾਂਦਾ ਹੈ। ਸਰੀਰ ਛੱਡਣ ਤੋਂ ਬਾਅਦ ਅਗਲੇ ਜਨਮ 'ਚ ਉੱਥੇ ਫੇਰ ਸ਼ੁਰੂ ਹੋ ਜਾਂਦਾ। ਜਿਹੜਾ ਸੰਸਾਰੀ ਗਿਆਨ ਹੁੰਦਾ, ਜੇ ਡਾਕਟਰ ਹੈ ਤਾਂ ਦੂਏ ਜਨਮ 'ਚ ਨਹੀਂ ਉਹ ਯਾਦ ਰਹਿੰਦਾ। ਇੱਥੇ ਆ ਕੇ ਬੁੱਧੀ ਨੂੰ ਜਾਲਿਆ ਜਾਂਦਾ। ਇੱਥੋਂ ਕੱਢ ਕੇ ਲੈ ਜਾਂਦੇ ਨੇ ਨਾ ਮਾਇਆ 'ਚੋਂ, ਜਾਲਿਆ ਜਾਂਦਾ ਬ੍ਰਹਮ ਗਿਆਨ ਦੇ ਵਿੱਚ, ਬ੍ਰਹਮ ਜੋਤ ਦੇ ਵਿੱਚ। ਉੱਥੇ ਜਾ ਕੇ ਦੂਆ ਗਿਆਨ ਸੜ ਜਾਂਦਾ, ਸਭ ਕੁਝ ਸੜ ਜਾਂਦਾ, ਤਤ ਗਿਆਨ ਬਚ ਜਾਂਦਾ। ਸਭੇ ਬੁੱਧੀ ਜਾਲੀਆਂ ਨੇ ਕਰਾ ਹੈ ਤਤ ਗਿਆਨ, ਤਤ ਵਸਤੂ ਰਹਿ ਜਾਂਦੀ ਹੈ, ਬਾਕੀ ਸਾਰੇ ਗਿਆਨ ਚਲ ਜਾਂਦੇ। ਇਹਨਾਂ ਗੱਲਾਂ ਦੀ ਵਿਆਖਿਆ ਉੱਥੇ ਕੀਤੀ ਹੋਈ ਹੈ। ਘੱਟ ਫੂਟੇ ਘੱਟ ਕਬੂ ਹੋਇਆ ਹੋਈ। ਹਾਂ, ਆਤਮਾ ਵਾਲਾ ਗਿਆਨ ਦੀ ਘੱਟ ਹੁੰਦਾ, ਬਾਕੀ ਸਾਰੇ ਗਿਆਨ ਖਤਮ। ਸੰਸਾਰ ਦੇ ਗਿਆਨ ਦੀ ਗਾਹ ਲੋੜ ਨਹੀਂ ਨਾ ਹੈ। ਸੰਸਾਰ ਦੇ ਗਿਆਨ ਦੀ ਸੰਸਾਰ 'ਚ ਲੋੜ ਸੀਗੀ, ਉਹ ਰਿਹਾ ਹੀ ਨਹੀਂ। ਇਹਦੇ ਕੋਲ ਸੰਸਾਰ ਹੀ ਨਹੀਂ ਰਿਹਾ। ਸੰਸਾਰ ਗਾਹ ਪਰਲੋਕ ਜੋ ਦੀ ਲੋੜ ਹੈ ਨਹੀਂ। ਇੱਥੇ ਲੋੜ ਸੀ, ਇੱਥੇ ਸਰੀਰ ਰਹੇ ਨਹੀਂ। ਉਹ ਉਹਨਾਂ ਚਿਰ ਰਹਿੰਦਾ ਜਿੰਨਾ ਚਿਰ ਸਰੀਰ ਹੈ। ਔਰ ਸਰੀਰ ਦੀ ਢਿੱਡ ਭਰਨ ਵਾਸਤੇ ਗਿਆਨ ਹੁੰਦਾ, ਹੋਰ ਕਾਹਦੇ ਵਾਸਤੇ ਹੁੰਦਾ? ਆਤਮਾ ਨਾਲ ਉਹਦਾ ਕੋਈ ਸੰਬੰਧ ਨਹੀਂ ਗਿਆਨ ਦਾ। ਆਤਮਾ ਦੇ ਲੋਭ ਦੀ ਪੂਰਤੀ ਵਾਸਤੇ ਹੁੰਦਾ ਉਹ ਗਿਆਨ। ਆਤਮਾ ਨੂੰ ਹੰਕਾਰ ਉਸ ਗਿਆਨ ਦਾ ਹੋ ਜਾਂਦਾ। ਆਤਮਾ ਨੂੰ ਤਾਂ ਵਿਗਾੜਨ ਵਾਲਾ ਗਿਆਨ ਹੈ ਉਹ ਸਾਰਾ ਹੀ। ਇਸ ਕਰਕੇ ਉਹਦਾ ਨਾਮ ਵਿਗਿਆਨ। ਆਤਮਾ ਦਾ ਵਿਕਾਰ ਪੈਦਾ ਕਰਦਾ ਹੈ ਗਿਆਨ ਸੰਸਾਰ ਦਾ, ਇਸ ਕਰਕੇ ਇਹਦਾ ਨਾਮ ਵਿਗਿਆਨ। ਇਹ ਨਹੀਂ ਸਮਝਦੇ ਵਿਗਿਆਨ ਦਾ। ਵਿਗਿਆਨ 'ਚ ਆਕੜੇ ਪਏ ਨੇ। ਵਿਗਿਆਨ ਪਤਾ ਨਹੀਂ ਕੀ ਹੁੰਦਾ। ਗਿਆਨ ਹੁੰਦਾ ਨੁਕਸਾਨ ਕਰਨ ਵਾਲਾ ਆਤਮਾ ਦਾ, ਆਤਮਿਕ ਤੌਰ ਤੇ ਨੁਕਸਾਨ ਕਰਦਾ ਹੈ ਇਹ ਗਿਆਨ ਜਿਹੜਾ, ਉਹ ਵਿਗਿਆਨ। ਵਿਗਾੜਨ ਵਾਲਾ ਗਿਆਨ ਹੁਣ ਦੁੱਧ ਦਾ ਕੱਚਾ ਜੋ ਚ ਖੱਟਾ ਸਰਦਾ ਤਾਂ ਉਹਨਾਂ ਦਾ ਵਿਗੜਨਾ ਹੀ ਹੈ। ਖੱਟੇ ਤੇ ਬਚਾ ਕੇ ਰੱਖੇ ਜਾ, ਖੱਟੇ ਭਾਂਡੇ 'ਚ ਨਹੀਂ ਪਾਈਦਾ, ਵਿਗੜ ਜੂ ਭਾਈ। ਇਹ ਗਿਆਨ ਦੂਜੇ ਗਿਆਨ ਨੂੰ ਵੀ ਵਿਗਾੜ ਦਿੰਦਾ। ਇਸ ਕਰਕੇ ਜਿਹੜੇ ਲੋਕ ਸੰਸਾਰੀ ਗਿਆਨ ਨਾਲ ਪਹਿਲਾਂ ਭਰੇ ਹੋਏ ਨੇ, ਜਿਵੇਂ ਜੋਗਿੰਦਰ ਸਿੰਘ ਭਰਿਆ ਹੋਇਆ, ਮੈਂ ਕਹਿੰਦਾ ਮੈਂ ਵਕੀਲ ਹਾਂ, ਉਹਨਾਂ ਕੋਲ ਤੱਤ ਗਿਆਨ ਹੋ ਹੀ ਨਹੀਂ ਸਕਦਾ। ਉਹ ਭਾਂਡੇ ਦਾ ਜਦ ਪਊ, ਜਦ ਪਹਿਲਾ ਗਿਆਨ ਕੱਢ ਦੂ, ਉਹ ਧੋ ਕੇ ਸਾਫ਼ ਕਰ ਲੂ। ਭਾਂਡਾ ਧੋਏ ਤਾਂ ਦੁੱਧੇ ਕੋ ਜਾ ਦੁੱਧ ਫੇਰ ਪਾਈਦਾ। ਪਹਿਲਾਂ ਸਾਰਾ ਗਿਆਨ ਪੜ੍ਹਿਆ ਅਨਪੜ੍ਹਿਆ ਕਰੀਦਾ ਹੁੰਦਾ। ਇਹਨਾਂ ਨੂੰ ਕੀ ਪਤਾ, ਮੂਰਖਾਂ ਨੂੰ। ਸਾਰਾ ਪੜ੍ਹਿਆ ਅਨਪੜ੍ਹਿਆ ਕਰੇ ਬਿਨਾਂ ਗਿਆਨ ਟਿਕਦਾ ਹੀ ਨਹੀਂ ਹੈ। ਟਿਕਾ ਕੇ ਦਿਖਾਵੇ ਕੋਈ ਟਿਕਾ ਕੇ ਦਿਖਾਵੇ, ਫਿਰ ਮੰਨਾਂਗੇ। ਹਾਂਜੀ, ਤਾਂ ਘਟ ਮੈਂ ਘਾਟ ਜੋ ਪਾਵਾ, ਸੋ ਘਟ ਸਾਰ ਅਵ ਘਟ ਕਤ ਧਾਵਾ। ਕਿਆ ਘਟ ਮੈਂ ਘਾਟ ਜੋ ਪਾਵਾ, ਇਹ ਘਾਟਾ ਹੈ ਨਾ ਜਿਹੜਾ ਹਿਰਦਾ, ਇੱਥੇ ਇੱਕ ਘਾਟ ਹੈ। ਫਿਰ ਉਹ ਘਾਟ ਦਾ ਨਾਮ ਕੀ ਹੈ? ਸਹਿਜ ਸੁਣਨ ਦਾ ਘਾਟ ਹੈ। ਇਹ ਘਟ ਤਾਂ ਹੈਗਾ ਹਿਰਦੇ ਚ, ਮਾਇਆ ਦੇ ਵਿੱਚ। ਇਹ ਘਟ ਮਾਇਆ ਚ।
ਇਹ ਘੱਟ ਘੱਟ ਦਾ ਏਰੀਆ ਪਰਲੋਕ ਹੈ ਮਾਇਆ ਦੇ ਵਿੱਚ, ਪਰ ਇਹਦਾ ਬਾਰਡਰ ਲੱਗਿਆ ਹੋਇਆ ਗਾ ਸੱਚਖੰਡ ਨਾਲ। ਇਹ ਘੱਟ ਦਾ ਬਾਰਡਰ ਲੱਗਿਆ ਹੋਇਆ ਸੱਚਖੰਡ ਨਾਲ, ਹਰੇਕ ਘੱਟ ਦਾ ਬਾਰਡਰ ਸੱਚਖੰਡ ਨਾਲ ਲੱਗਿਆ। ਜਦ ਤਿਰਲੋਕ ਦਾ ਗਿਆਨ ਹੋ ਗਿਆ ਸੱਚਖੰਡ ਨਾਲ ਬਾਰਡਰ ਲੱਗੇ ਗਿਆ, ਆਪੇ ਲੱਗ ਗਿਆ। ਜਦ ਗਿਆਨ ਪੂਰਾ ਹੋਣਾ ਸੱਚਖੰਡ ਨਾਲ ਬਾਰਡਰ ਲੱਗ ਜਾਣਾ ਦਾ, ਜਾ ਕੇ ਲੱਗ ਗਿਆ ਨਾ ਬਾਰਡਰ, ਉਸ ਨੂੰ ਘਾਟ ਕਹਿੰਦੇ ਨੇ। ਹਾਂ ਘਾਟ ਕਹਿੰਦੇ, ਜੇ ਇਸ ਘਾਟ ਦੇ ਵਿੱਚ ਕੋਈ ਘਾਟ ਪਾ ਲਿਆ ਨਾ, ਘਾਟ ਜਦ ਪਾਊਗਾ ਜਾਂ ਗਿਆਨ ਪੂਰਾ ਹੋ ਜਾਊਗਾ। ਸਰਹੱਦ ਨੂੰ ਜਾ ਲੱਗਿਆ, ਸੱਚਖੰਡ ਦੀ ਹੱਦ ਨੂੰ ਜਾ ਲੱਗੀ, ਇਹਦੀ ਹੱਦ ਹੱਦ ਤੇ ਘਾਟ ਆਉਣਾ। ਦਰਿਆ ਦਾ ਘਾਟ ਉੱਥੇ ਹੈ ਜਦੋਂ ਦਰਿਆ ਪਾਰ ਕਰਨਾ। ਆਪਾਂ ਬੈਰੀਅਰ ਕਹਿ ਦਿੰਦੇ ਆ, ਹੁਣ ਬਾਰਡਰ ਕਹਿ ਦਿੰਦੇ ਆ, ਉਹ ਘਾਟ ਗਿਆ ਹੋਇਆ। ਜਿਹਨੂੰ ਅਸੀਂ ਬਾਰਡਰ ਕਹਿੰਦੇ ਆ ਉਹਨੂੰ ਘਾਟ ਗਿਆ ਹੋਇਆ। ਇੱਥੇ ਆਮ ਤੌਰ ਤੇ ਦਰਿਆਵਾਂ ਦੇ ਘਾਟ ਹੁੰਦੇ ਨੇ। ਇੱਥੇ ਕੋਈ ਦਰਿਆ ਵਗਦਾ ਹੈ ਸੂਬਿਆਂ ਦੇ ਵਿੱਚ, ਉਹਦੀ ਹੱਦਬੰਦੀ ਹੁੰਦੀ ਹੈ। ਐਵੇਂ ਮੁਲਕਾਂ 'ਚ ਕਦੇ ਕੋਈ ਪਹਾੜ ਹੁੰਦਾ, ਕਿਤੇ ਕੋਈ ਗਲੇਸ਼ੀਅਰ ਹੁੰਦਾ, ਕਿਤੇ ਕੋਈ ਕੁਛ ਹੁੰਦਾ, ਕਿਤੇ ਕੋਈ ਕੁਛ ਹੁੰਦਾ। ਜਿੱਥੇ ਪਾਲੇ ਪਾਸੇ ਜਾਣਾ ਆਉਣਾ ਔਖਾ ਹੋਵੇ, ਉਰਲੇ ਪਾਸੇ ਇਹ ਕਬਜ਼ਾ ਕਰ ਲੈਂਦੇ ਨੇ, ਪਾਲੇ ਪਾਸੇ ਉਹ ਕਰ ਲੈਂਦੇ ਨੇ। ਹਾਂ ਇਹ ਘੱਟ ਮੈਂ ਘਾਟ ਜੋ ਪਾਵਾ, 100 ਘਟ ਸਾੜ ਅਬ ਘਟ ਘਟਤਾਵਾ। ਬਾਜੀ ਨੂੰ ਘਾਟ ਮਿਲ ਗਿਆ ਨਾ ਸੱਚਖੰਡ, ਜਿਹੜਾ ਆਉਣ ਜਾਣ ਲੱਗ ਗਿਆ। ਗੁਰਮੁਖ ਆਏ ਜਾਏ ਹਾਂ, ਗੁਰਮੁਖ ਦੀ ਆਉਣੀ ਜਾਣੀ ਸੱਚਖੰਡ 'ਚ ਹੋ ਜਾਂਦੀ ਹੈ ਕਿ ਬਾਰਡਰ ਨਾਲ ਮਿਲ ਜਾਂਦਾ ਨਾ ਉਹਦਾ, ਉਹਦਾ ਨਾਲ ਲੱਗ ਗਿਆ। ਚਾਹੇ ਉਧਰ ਆਵੇ ਚਾਹੇ ਇੱਧਰ ਚਲੇ ਜਾਵੇ, ਚਾਹੇ ਆਪਣੇ ਹਿਰਦੇ 'ਚ ਆ ਜਾਵੇ ਚਾਹੇ ਸੱਚਖੰਡ ਚਲੇ ਜਾਵੇ। ਆਏ ਜਾਏ ਨਸੰਗ ਹੋ ਗਿਆ ਨਾ, ਉਹਨੂੰ ਕਿਸੇ ਦੇ ਬਾਰਡਰ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ। ਇਜਾਜ਼ਤ ਨਹੀਂ, ਉਹਦੇ ਕੋਲ ਬੈਠਾ ਨਹੀਂ ਹੈ, ਪੁੱਛਦਾ ਨਹੀਂ ਹੋਈ। ਪੁੱਛਦਾ 2000 ਹੋਇਆ ਜਿਹਨਾਂ ਦਾ ਘਾਟ ਟੱਚ ਨਹੀਂ ਨਾ ਕੀਤੀ, ਜਿਹਨਾਂ ਦੀ ਲਕੀਰ ਉਹਦੇ ਨਾਲ, ਉਹਨਾਂ ਦੀ ਪੁੱਛ ਗਿੱਛ ਹੈ ਦੋਹਾਂ ਦੀ। ਹਾਂਜੀ 100 ਘਟ ਸਾੜ ਅਬ ਘਟ ਘਟਤਾਵਾ। ਫਿਰ ਉਹਨੂੰ ਕੀ ਲੋੜ ਹੈ ਹਿਰਦਾ ਛੱਡ ਕੇ ਹੋਰ ਕਿਤੇ ਜਾਵੇ, ਜਿੱਥੇ ਸਰਬ ਸੁੱਖ ਹੈ ਉਹ ਜਗ੍ਹਾ ਨੂੰ ਛੱਡ ਕੇ ਉਹ ਅਗਨ ਸਾਗਰ ਜ਼ਰੂਰ ਜਾਊਗਾ। ਸੁਖ ਸਾਗਰ ਛੱਡ ਕੇ, ਸੁਖ ਸਾਗਰ ਨੂੰ ਛੱਡ ਕੇ ਅਗਨ ਸਾਗਰ ਜ਼ਰੂਰ ਜਾਊਗਾ। ਉਹਨੂੰ ਕੀ ਲੋੜ ਪਈ ਹੈ। ਇਆਂ ਨਿਰਗਹਿ ਸਨੇਹ ਕਰ ਨਿਰਵਾਰੋ ਸੰਦੇ, ਨਾਹੀ ਦੇਖ ਭਾਜੀਏ ਪਰਮ ਸਿਆਣਪ ਇਹ। ਇਆਂ ਨਿਰਗਹਿ ਨਿਗ੍ਰਹਿ ਸਨੇਹ ਕਰ ਨਿਵਾਰੋ ਸੰਦੇ, ਸਨੇਹ ਕਰ ਨਿਰਵਾਰੋ ਸੰਦੇ। ਸੰਦੇ ਹੁੰਦੀ ਹੈ ਸ਼ੰਕਾ। ਕਹਿੰਦੇ ਸ਼ੰਕਾ ਛੱਡ ਦੇ, ਹਰ ਗੱਲ ਤੇ ਸ਼ੰਕਾ ਕਰਨੀ ਮੰਨਦਾ ਸੁਭਾਅ ਹੈ। ਔਰ ਜਿਹੜੀ ਚੀਜ਼ ਇਹਨੇ ਦੇਖੀ ਨਹੀਂ ਸਮਝੀ ਨਹੀਂ, ਉਹ ਤੇ ਸ਼ੰਕਾ ਕਰਦਾ ਹੀ ਕਰਦਾ। ਨਿਗ੍ਰਹਿ ਕਿਹਾ, ਤੂੰ ਬੇਘਰ ਹੋਇਆ ਹੋਇਆ, ਤੂੰ ਆਪਣੇ ਆਪ ਨੂੰ ਇੱਥੇ ਘਰ ਵਾਲਾ ਨਾ ਸਮਝ। ਪਰ ਕੌਣ ਮੰਨੇ ਇਹ ਗੱਲ ਨੂੰ, ਕੌਣ ਮੰਨੇ? ਰਾਜਾ ਕਹਿੰਦਾ ਮਹਿਲ ਮੇਰੇ ਨੇ, ਉਹ ਕਹਿੰਦਾ ਤੂੰ ਬੇਘਰ ਹੈ, ਇੱਥੇ ਮਨ ਪਰਦੇਸੀ ਹੈ, ਇੱਥੇ ਤੇਰਾ ਕੋਈ ਘਰ ਘਾਟ ਨਹੀਂ, ਐਵੇਂ ਨਾ ਤੂੰ ਮੰਨ। ਆਏ ਗੱਲ, ਤੂੰ ਤਾਂ ਪਰਦੇਸ 'ਚ ਬੈਠਾ, ਇਹ ਘਰ ਬਾਹਰ ਸਭ ਕੁ ਤੇਰਾ ਕੁਛ ਵੀ ਨਹੀਂ ਹੈ ਇੱਥੇ, ਤੇਰਾ ਦੇਸ਼ ਹੀ ਨਹੀਂ ਚੱਲ ਹੈਗਾ। ਨਿਰਾਕਾਰ ਦਾ ਕੁਛ ਨਹੀਂ, ਨਿਰਾਕਾਰ ਦਾ ਤਾਂ ਸਰੀਰ ਨਹੀਂ ਹੈ। ਸਰੀਰ ਵੀ ਤੈਨੂੰ ਤਾਂ ਮਿਲਿਆ ਆਪਣਾ ਗਿਆਨ ਪੂਰਾ ਕਰਨ ਵਾਸਤੇ, ਜੋਤ ਜਿਹੜੀ ਘੱਟ ਹੈ ਤੇਰੇ ਕੋਲ ਪੂਰੀ ਕਰਨ ਵਾਸਤੇ, ਜੋਤ ਨੂੰ ਪੂਰੀ ਕਰਨ ਵਾਸਤੇ, ਜਗਾਉਣ ਵਾਸਤੇ ਮਿਲਿਆ। ਬੁੱਧੀ ਪੂਰੀ ਕਰਨ ਵਾਸਤੇ, ਬੁੱਧੀ ਦੀ ਡਿਵੈਲਪਮੈਂਟ ਵਾਸਤੇ ਸਰੀਰ ਮਿਲਿਆ। ਰਹਿਣ ਵਾਸਤੇ ਨਹੀਂ ਮਿਲਿਆ ਸਰੀਰ ਵੀ ਤੂੰ ਇੱਥੇ ਰਹਿੰਦਾ ਰਹਿ। ਅਸੀਂ ਅਜੇ ਰਹਿਣ ਲੱਗੇ, ਇਹਦਾ ਰਹਿਣ ਨੂੰ ਹੋਰ ਬਣਾ ਲੈ ਪੱਕੇ, ਹੋਰ ਦਾ ਹੋਰੇ ਕੁਛ ਮੰਨ ਲਿਆ। ਜਾਨਵਰਾਂ ਦੇ ਹੈਗੇ ਨੇ, ਜਾਨਵਰਾਂ ਦੇ ਵੀ ਸਰੀਰ ਇਸੇ, ਜਿਵੇਂ ਜਾਨਵਰਾਂ ਦੇ ਸਰੀਰ ਨੇ ਉਵੇਂ ਸਾਡਾ, ਬਸ ਉਹ ਵੀ ਡਿਵੈਲਪਮੈਂਟ ਵਾਸਤੇ ਹੀ ਨੇ, ਸਾਡਾ ਵੀ ਡਿਵੈਲਪਮੈਂਟ ਵਾਸਤੇ ਹੀ ਹੈ। ਜਾਨਵਰ ਸਿਆਣੇ ਨੇ, ਫੌਜਾਂ ਫੂਜਾਂ ਨਹੀਂ ਬਣਾਉਂਦੇ, ਹੋ ਬਹੁਤਾ ਨਹੀਂ ਕੁਛ ਕਰਦੇ ਹੋ। ਉਹ ਦਵਾਈਆਂ ਬੂਟੀਆਂ ਕੁਛ ਨਹੀਂ ਬਣਾਉਂਦੇ, ਡਾਕਟਰੀ ਨਹੀਂ ਪੜ੍ਹਦੇ, ਨਾ ਉਹਨਾਂ ਨੂੰ ਬਿਮਾਰੀ ਨਹੀਂ ਹੁੰਦੀ। ਜਿਹੜਾ ਪੜੂਗਾ ਬਿਮਾਰੀ ਵੀ ਉਸ ਨੂੰ ਹੋਊਗੀ। ਜਿੰਨਾ ਚਿਰ ਆਦਮੀ ਜੰਗਲੀ ਸੀ ਬਿਮਾਰੀਆਂ ਘੱਟ ਸੀ, ਜਿਵੇਂ ਸਿਵਲਾਈਜ਼ ਹੁੰਦਾ ਗਿਆ ਬਿਮਾਰੀਆਂ ਵਧੀਆਂ ਗਈਆਂ, ਹੋਰ ਵਧਣ ਗਿਆ। ਜੋ ਸਾਡੇ ਹਾਰਟ ਅਟੈਕ ਨਹੀਂ ਸੀ ਹੁੰਦਾ, ਯੂਰਪ 'ਚ ਹੁੰਦਾ ਸੀ, ਸਾਡੇ ਵੀ ਆ ਗਿਆ। ਤਰੱਕੀ ਜੋ ਹੋ ਗਈ।
ਜਿੰਨੀ ਤਰੱਕੀ ਹੋਊਗੀ ਬਿਮਾਰੀਆਂ ਉਨੀਆਂ ਤਰੱਕੀ ਚ ਹੋਣਗੀਆਂ। ਤਰੱਕੀ ਅਸਲ ਚ ਬਿਮਾਰੀਆਂ ਦੀ ਹੋਈ ਹੈ, ਵਿਗਿਆਨ ਦੀ ਹੋਈ ਹੈ ਨਾ ਤਰੱਕੀ। ਵਿਗਿਆਨ ਦੀ ਤਰੱਕੀ ਦਾ ਮਤਲਬ ਬਿਮਾਰੀਆਂ ਦੀ ਤਰੱਕੀ, ਔਗਣਾਂ ਦੀ ਤਰੱਕੀ, ਗੁਣਾਂ ਦਾ ਨੁਕਸਾਨ, ਔਗਣਾਂ ਦੀ ਤਰੱਕੀ। ਔਗਣ ਵਧੇ ਨੇ, ਗੁਣ ਘਟੇ ਨੇ ਸੰਸਾਰ। ਗੁਣ ਵਧਣਾ, ਔਗਣ ਘਟਣ, ਇਹ ਤਰੱਕੀ ਹੈ ਅਸਲ ਚ। ਤਰੱਕੀ ਇਹ ਹੈ ਗੁਣ ਵਧਣ, ਔਗਣ ਘਟਣ। ਹੁਣ ਔਗਣ ਵਧ ਰਹੇ ਨੇ, ਗੁਣ ਘਟ ਰਹੇ ਨੇ। ਇਹ ਆਇਆ ਸੀ ਏਦਾਂ, ਗੁਣ ਵਧਾਉਣ, ਔਗਣ ਘਟਾਉਣ। ਪਰ ਹੋਰੇ ਕੰਮ ਲੱਗਿਆ ਹੈ। ਹਾਂ, ਨਿਗ੍ਰਹਿ ਸਨੇਹ ਕਰ ਨਿਰਵਾਰੋ ਕਰ ਸਨੇਹ ਕਰ, ਸਨੇਹ ਨਹੀਂ ਕਰਦੇ ਕਿਸੇ ਨਾਲ। ਆਪਸ ਵਿੱਚ ਜੇ ਪਿਆਰ ਕਿਹਦਾ ਆਪਸ ਵਿੱਚ ਹੀ ਹੈ, ਕਿਸੇ ਦਾ ਕਹਿੰਦੇ ਇੱਕ ਦੂਏ ਨਾਲ ਸਨੇਹ ਕਰੋ। ਜੇ ਸਨੇਹ ਕਰੇ ਕਰਪਸ਼ਨ ਆਪੇ ਘਟ ਜਾ, ਸਨੇਹ ਕਰ ਨਫ਼ਰਤ ਆਪੇ ਘਟ ਜਾ, ਸਨੇਹ ਕਰ ਤੇਰ ਮੇਰ ਆਪੇ ਘਟ ਜਾ। ਸਭ ਕੁਛ ਔਗਣਾਂ ਦਾ ਇਲਾਜ ਹੈ ਸਨੇਹ ਕਰ। ਇੱਕ ਲਫ਼ਜ਼ ਦੇ ਵਿੱਚ ਸਾਰੇ ਔਗਣਾਂ ਦਾ ਇਲਾਜ ਹੈ। ਨਿਰਵਾਰੋ ਸੰਦੇਹ, ਆ ਜਿਹੜਾ ਸੰਦੇਹ ਆ, ਸ਼ੰਕਾ ਛੱਡ ਦੇ ਵੀ ਦੂਏ ਤੇ ਇਤਬਾਰ ਨਹੀਂ ਕਰਦਾ ਤੂੰ, ਵੀ ਜੇ ਇਹ ਕਰੂ ਮੈਂ ਸਨੇਹ ਤਾਂ ਕਰੂੰਗਾ, ਉਹ ਕਹਿੰਦਾ ਇਹ ਕਰੂੰਗਾ ਮੈਂ ਤਾਂ ਕਰੂੰਗਾ, ਕਿਸੇ ਨੇ ਵੀ ਨਹੀਂ ਕਰਨਾ। ਤੂੰ ਕਰਨ ਲੱਗ ਜਾ, ਕੋਈ ਕਰੇ ਕੋਈ ਨਾ ਕਰੇ। ਭਗਤਾਂ ਨੇ ਸਭ ਨੂੰ ਪ੍ਰੇਮ ਕੀਤਾ, ਕੋਈ ਉਹਨਾਂ ਨੇ ਕਰੇ ਕੋਈ ਨਾ ਕਰੇ। ਆਹ ਗੱਲ ਕਹਿ ਰਿਹਾ ਕਬੀਰ। ਤੂੰ ਸ਼ੁਰੂ ਕਰਦੇ ਸਨੇਹ ਕਰਨਾ ਸਾਰਿਆਂ ਨਾਲ, ਕੋਈ ਕਰੇ ਕੋਈ ਨਾ ਕਰੇ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ, ਤੈਂ ਪ੍ਰਭ ਦੀ ਪ੍ਰਾਪਤੀ ਕਰਨੀ ਹੈ, ਇਹਨਾਂ ਨੇ ਕੋਈ ਹੋਰ ਪ੍ਰਾਪਤੀ ਕਰਨੀ ਹੋਊ, ਉਹ ਬਿਨਾਂ ਸਨੇਹ ਤੇ ਹੋਣੀ ਨਹੀਂ। ਤੂੰ ਆਪਣੇ ਕੰਮ ਲੱਗਿਆ ਰਹਿ, ਕੋਈ ਕਰੇ ਕੋਈ ਨਾ ਕਰੇ। ਤੂੰ ਇਹਦਾ ਉਹਨਾਂ ਦੇਖ ਵੀ ਇਹ ਕਰਨਗੇ ਮੈਂ ਤਾਂ ਕਰੂੰਗਾ। ਇਹ ਗੱਲ ਕਹਿ ਰਿਹਾ ਕਬੀਰ। ਇਸੇ ਗੱਲ ਦੀ ਵਿਆਖਿਆ ਗੁਰਬਾਣੀ ਕਰ ਰਹੀ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਨਾ ਹੀ ਦੇਖ ਭਾਜੀਏ, ਨਾ ਹੀ ਨਾ ਦੇਖ ਨਾ ਭਾਜੀਏ, ਪਰਮ ਸਿਆਣਪ ਇਹ। ਜੇ ਮਨ ਮੰਨਦਾ ਨਹੀਂ ਨਾ ਸਨੇਹ ਕਰਨ ਨੂੰ, ਤਾਂ ਇਹਦੇ ਗਲ ਪਿਆ ਰਹਿ। ਬੁੱਧੀ ਨੂੰ ਕਹਿ ਇਹਦੇ ਗਲ ਪਈ ਰਹਿ, ਇਹਨੂੰ ਇਸੇ ਪਾਸੇ ਲਾ। ਇਹ ਲੋਕਾਂ ਦੀ ਰੀਸ ਨਾ ਕਰ ਤੂੰ, ਇਹਨੂੰ ਕਹਿ ਇਹਨਾਂ ਦੇ ਗਲ 'ਚ ਤਾਂ ਫਾਸੀ ਹੈ। ਤੈਂ ਫਾਸੀ ਕੱਟਣੀ ਹੈ ਕਿ ਨਹੀਂ ਕੱਟਣੀ? ਇਹ ਤਾਂ ਹੋਰ ਕੰਮ ਲੱਗੇ ਹੋਏ ਨੇ, ਫਾਸੀ ਨਹੀਂ ਕੱਟ ਰਹੇ। ਗਲ 'ਚ ਸਭ ਦੇ ਫਾਸੀ ਹੈ। ਸਰੀਰ ਕੋਠੀ ਹੈ ਇੱਕ, ਜਿਵੇਂ ਜੇਲ੍ਹ ਦੇ ਵਿੱਚ ਕੈਦੀ ਨੂੰ ਕੋਠੀ ਲੱਗੀ ਹੁੰਦੀ ਹੈ। ਜਿਹਨੂੰ ਮੌਤ ਦਾ ਫਰਮਾਨ ਹੋ ਜਾਣਾ ਉਹਦੇ ਕੋਠੀ ਲੱਗ ਜਾਂਦੀ ਹੈ ਜੇਲ੍ਹ 'ਚ। ਇਹ ਸਾਰਿਆਂ ਨੂੰ ਸਾਡੇ ਮੌਤ ਦਾ ਫਰਮਾਨ ਹੋਇਆ। ਮਰਨ ਲਿਖਾਏ ਮੰਡਲ ਵਿੱਚ ਆਇਆ ਨਾ, ਹਰੇਕ ਨੂੰ ਕੋਠੀ ਲੱਗੀ ਹੈ ਇੱਥੇ। ਇੱਕ ਆਦਮੀ ਦੱਸੇ ਜਿਹਨੂੰ ਕੋਠੀ, ਸਵਾਏ ਭਗਤ ਤੇ ਸਭ ਕੋਠੀ ਲੱਗੀ ਹੈ ਸਭ ਨੂੰ। ਜਿਹਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਇਹਨੂੰ ਸਜ਼ਾਏ ਮੌਤ ਦੇਣੀ ਹੈ, ਕੋਠੀ ਲੱਗੀ ਹੈ। ਸਰੀਰ ਇੱਕ ਕੋਠੀ ਹੈ, ਕਮਰਾ ਜੀ ਚ ਬੰਦ ਹੈ, ਗਲ ਜਿਹਦੇ ਫਸੀ ਹੈ। ਲੈ ਬਾਹੇ ਉੱਠ ਧਾਮ ਤੇ ਅੱਗੇ ਕਹੂਗਾ, ਸਲੋਕਾਂ ਚ ਕਬੀਰ ਇਹੀ ਗੱਲ ਦੱਸੂਗਾ। ਕਬੀਰ ਰਾਤੀ ਕਾਰੀਆਂ ਕਾਰੇ ਉੱਭੇ ਜੰਤ, ਲੈ ਫਾਹੇ ਗਲ, ਲੈ ਫਾਹੇ ਗਲ ਧਾਮ ਤੇ ਸੇ ਜਾਣ ਮਾਰੇ ਭਗਵੰਤ। ਫਾਹੇ ਤਾਂ ਗਲ ਚ ਨੇ ਸਾਰਿਆਂ ਦੇ, ਦੀਦੇ ਨਹੀਂ ਹੈ ਫਾਹੇ ਪਏ ਹੋਏ। ਫਿਰ ਭੱਜੇ ਫਿਰਦੇ ਹੋ ਤੁਸੀਂ, ਜਿੰਨੇ ਭੱਜਦੇ ਉਹਨਾਂ ਬਾਹਰ ਟੈਟ ਹੋਊਗਾ। ਬਹਿ ਜਾਓ ਟਿੱਕੇ, ਆ ਤਾਂ ਬੈਠਿਆ ਜਾ ਕੇ ਅੰਦਰ, ਬੈਠੇ ਦਾ ਬਾਹਰ ਟੈਟ ਨਹੀਂ ਹੁੰਦਾ ਹੈ। ਫਾਹਾ ਹੀ ਕੱਟਿਆ ਜਾਣਾ ਉੱਥੇ, ਨਾਮ ਨਾਲ ਫਾਹਾ ਕੱਟਿਆ ਜਾਣਾ ਉੱਥੇ ਜਿੱਥੇ ਗਿਆ। ਸਭ ਨੂੰ ਕੋਠੀ ਲੱਗੀ ਹੋਈ ਹੈ, ਸਾਰੇ ਜੇਲ੍ਹ ਚ ਨੇ। ਭਾਵਸਾਗਰ ਇੱਕ ਜੇਲ੍ਹ ਹੈ, ਸਰੀਰ ਕੋਠੀ ਕਮਰਾ, ਇਹ ਸਭ ਨੂੰ ਕੋਠੀ ਲੱਗੀ ਹੈ, ਮੌਤ ਲਿਖੀ ਹੋਈ ਹੈ। ਇਹ ਕੋਈ ਇਸ ਨੂੰ ਮੰਨੇ ਕੋਈ ਨਾ ਮੰਨੇ। ਲਿਪਾ ਪੋਤੀ ਕੋਠੀ ਦੀ ਉਹ ਕਰਦੇ ਨੇ। ਕੈਦੀ ਤਾਂ ਕੋਠੀ ਨੂੰ ਭੰਨ ਕੇ ਨਾ ਤੋੜ ਕੇ ਭੱਜਣ ਨੂੰ ਫਿਰਦੇ ਹੁੰਦੇ ਨੇ। ਜੇ ਜੇਲ੍ਹ 'ਚ ਕੋਠੀ ਲੱਗੀ ਹੋਵੇ ਉਹਨੂੰ ਮਜ਼ਬੂਤ ਕਰੂਗਾ, ਉਹਨੂੰ ਭੰਨੂ ਤੋੜੂ।
ਇੱਥੋਂ ਦ੍ਰਿਸ਼ਟੀਕੋਣ ਬਦਲਦਾ। ਜੇ ਨਕਸ਼ਾ ਠੀਕ ਦੇਖ ਲਈਏ ਸੰਸਾਰ ਦਾ, ਫਿਰ ਦ੍ਰਿਸ਼ਟੀਕੋਣ ਬਦਲਦਾ। ਫਿਰ ਉਹਦੀਆਂ ਖਿੜਕੀਆਂ ਮਜ਼ਬੂਤ ਕਰੂਗਾ, ਗਰਿੱਲਾਂ ਜਾਂ ਕੱਟੂਗਾ, ਕੰਧਾਂ ਨੂੰ ਪਲਾਸਟਰ ਕਰੂਗਾ, ਪੱਥਰ ਲਾਊਗਾ ਜਾਂ ਉਹਨਾਂ ਨੂੰ ਤੋੜੂਗਾ, ਸੁਰਗ ਪੱਟੂਗਾ ਉੱਥੇ ਦੀ ਨਿਕਲ ਨੂੰ। ਸੱਚੀ ਮੁੱਚੀ ਕੋਠੀ ਹੁੰਦੀ ਹੈ, ਉੱਥੇ ਕੀ ਕਰਦਾ ਹੈ? ਉੱਥੇ ਜੇਲ੍ਹ ਚੋਂ ਭੱਜਣ ਨੂੰ ਫਿਰਦਾ, ਦੀਵਾਰ ਟੁੱਟ ਜਾਵੇ, ਕੋਈ ਹੀਲਾ ਬਣ ਜਾਵੇ। ਇੱਥੇ ਕੋਈ ਹੀਲਾ ਨਹੀਂ ਕਰ ਰਿਹਾ। ਸੇਮ ਗੱਲ ਹੈ ਬਿਲਕੁਲ। ਸਾਰੀ ਗੱਲ ਸਪਸ਼ਟ ਕੀਤੀ ਹੈ ਕਬੀਰ ਨੇ, ਕੱਲੇ ਨਹੀਂ ਕਰਤੀ ਸਾਰੀ ਗੱਲ। ਹਾਂਜੀ, ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿਤਰੇ ਚੇਤੋ ਚਿਤਕਾਰੀ। ਪਿਛਲਾ ਪੜ। ਯਹੀਆਂ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ। ਨਿਰਵਾਰੋ ਸੰਦੇਹ, ਸੰਦੇਹ ਛੱਡ ਦੇ। ਕੋਈ ਕਰਦਾ ਕੋਈ ਨਹੀਂ ਕਰਦਾ, ਤੂੰ ਆਪਣਾ ਲੱਗ ਜਾ। ਆਪਣਾ ਤੂੰ ਹੀਲਾ ਕਰਨ ਲੱਗ ਜਾ ਕਿ ਤੈਂ ਗਲ ਕੀ ਫਾਂਸੀ ਕੱਟੀ, ਕਾਲ ਪੈ ਫਾਂਸੀ ਅੱਗੇ ਕਬੀਰ ਕਹੂਗਾ। ਇਹ ਕਾਲ ਦੀ ਫਾਂਸੀ ਕੱਟਣੀ ਹੈ ਤਾਂ ਇਸੇ ਜਨਮ ਚ। ਮਨੁੱਖਾ ਜਨਮ ਦੇ ਬਿਨਾਂ ਨਹੀਂ ਕੱਟੀ ਜਾਂਦੀ, ਹੋਰ ਜਨਮ ਨਹੀਂ ਕੱਟੀ ਜਾਂਦੀ ਕਿਸੇ ਚ। ਕੱਟੀ ਕਾਲ ਪੈ ਫਾਂਸੀ ਤੇ ਬਾਅਦ ਦਾਸ ਚ ਕਬੀਰ ਚੜਿਓ ਗੜ ਉੱਪਰ, ਰਾਜ ਲਿਓ ਬਨਾਸ਼ੀ। ਫਿਰ ਰਾਜ ਹੈ ਬਨਾਸ਼ੀ। ਇਹ ਰਾਜ ਹੈ ਖਾਲਸੇ ਦਾ। ਆ ਫਾਂਸੀ ਵਾਲੇ ਰਾਜ ਕਰਦੇ ਨੇ। ਫਾਂਸੀ ਗਲ ਚ ਉਹਦੇ ਜੇਲ੍ਹ ਤੇ ਰਾਜ। ਇਹਦਾ ਜੇਲ੍ਹ ਦਾ ਰਾਜ ਹੈ ਵੀ ਜੇਲ੍ਹ ਚ ਮੈਨੂੰ ਨੰਬਰਦਾਰ ਬਣਾ ਦਿਓ ਜੀ। ਜੇਲ੍ਹ ਚ ਜੀ ਲੱਗਿਆ ਨੰਬਰਦਾਰ ਬਣਨ ਨੂੰ ਫਿਰਦੇ ਨੇ ਜੇਲ੍ਹ ਦੇ। ਨੰਬਰਦਾਰ ਤਾਂ ਅਗਲਾ ਵੀ ਜਨਮ ਪੇ ਨੰਬਰਦਾਰੀ ਦਾ ਹੀ ਭਾਲੂ। ਜੇਲ੍ਹ ਚ ਆਵਾਂ ਨੰਬਰਦਾਰ ਬਣ ਕੇ ਰਹਾਂ। ਇਹਦਾ ਜੇਲ੍ਹ ਦੀਆਂ ਨੰਬਰਦਾਰੀਆਂ ਸਰਪੰਚੀਆਂ ਨੇ ਜਿਹੜੀਆਂ ਇਹ ਰਾਜ ਹੈ ਖਾਲਸੇ ਦਾ। ਇਹ ਨਹੀਂ ਸੀ ਕਿਹਾ, ਇਹ ਤਾਂ ਕਿਹਾ ਹੋਇਆ ਨਹੀਂ ਕਿਤੇ। ਇਹ ਤਾਂ ਸਾਰੇ ਗੁਰਮਤੋਂ ਸਖਣੇ ਨੇ। ਇਹਨਾਂ ਨੂੰ ਇਹਨੇ ਬੋਲੇ ਕਿਹਾ ਹੋਇਆ। ਮਾਇਆ ਧਾਰੀ ਨੇ ਨਾ, ਤੰਨੇ ਬੋਲੇ ਨੇ। ਜਿਹਨਾਂ ਨੂੰ ਗੁਰਬਾਣੀ ਦੀ ਸਮਝ ਹੁੰਦੀ, ਇਹ ਸੰਸਾਰੀ ਅਕਾਲੀ ਫੂਲਾ ਸੀ ਨਾ ਰਾਜ ਦੀ ਗੱਲ ਕਰ ਲਈ। ਕਿਉਂ ਨਾ ਕੀਤੀ? ਸਮਝ ਸੀ ਇਸ ਗੱਲ ਦੀ। ਨਿਹੰਗ ਸਿੰਘ ਦੀ ਜਿਹੜੇ ਉਹਦੇ ਨਾਲ, ਉਹਨਾਂ ਨੇ ਨਾ ਕਰ ਲਈ। ਉਹਨੂੰ ਸਮਝ ਸੀ ਇਸ ਗੱਲ ਦੀ। ਜਿਹਨੂੰ ਸਮਝ ਸੀ ਉਹਨੇ ਨਹੀਂ ਕੀਤੀ। ਜਿਹੜੇ ਰਲੇ ਸੀ ਨਾ ਦੂਜੇ 2 ਨੰਬਰ ਦੇ ਆ ਰਲੇ ਸੀ, ਉਹ ਸਾਰੇ ਮਿਸਲਦਾਰ 2 ਨੰਬਰ ਦੇ ਬਣੇ ਨੇ। ਜਿਹੜੇ ਪਹਿਲਾਂ ਹਿੰਦੂ ਸੀ, ਵਿਰੋਧੀ ਕਰਦੇ ਸੀ, ਜਦ ਦੇਖਿਆ ਵੀ ਇਹ ਹੋ ਜੂ ਕਾਮਯਾਬ, ਹੁਣ ਸਿੱਖ ਹੋ ਜਾਣਗੇ, ਸਿੱਖਾਂ ਚੱਲਣੇ। ਰਲਦੇ ਸਾਰੇ ਕੁਰਸੀਆਂ ਨੂੰ ਪੈ ਗਏ ਵੀ ਅਸੀਂ ਤਾਂ ਇਹ ਰਾਜ ਕਾਇਮ ਕਰਨਾ। ਕਿਉਂ? ਇਸੇ ਨੀਅਤ ਨਾਲ ਰਲੇ ਸੀ ਨਾ। ਇਸੇ ਨੀਅਤ ਨਾਲ ਰਲੇ ਸੀ ਵੀ ਹੁਣ ਇਹਨਾਂ ਦਾ ਪਾਸਾ ਭਾਰੀ ਹੋ ਗਿਆ, ਇੱਧਰ ਬਹਿ ਜਾਓ, ਵੜ ਜਾਓ ਆ ਕੇ, ਰਾਜ ਕਾਇਮ ਕਰ ਲਾਂਗੇ। ਇਹਨਾਂ ਨੇ ਰਾਜ ਕਾਇਮ ਕਰ ਲਏ ਸੀ। ਜਿਹੜੇ ਅਸਲੀ ਸੀ ਉਹ ਕਹਿੰਦੇ ਬਿਲਕੁਲ ਨਹੀਂ ਕਰਨਾ, ਬਾਣਾ ਲਾ ਦਿਓ। ਜੇ ਰਾਜ ਲੈਣਾ ਬਾਣਾ ਲਾ ਦਿਓ। ਗੁਰੂ ਦਾ, ਗੁਰੂ ਦੀ ਜਾਤ ਨਹੀਂ ਹੈ ਸਿੱਖੀ। ਸਿੱਖੀ ਰੋੜ ਦੋਗੇ ਤੁਸੀਂ। ਇਹਨਾਂ ਰੋੜਤੀ ਸਿੱਖੀ। ਸਿੱਖੀ ਰੋੜਤੀ। ਅਜੋ ਫੇਰ ਰਾਜ ਕਰੇਗਾ ਖਾਲਸਾ ਕਹੀ ਜਾਂਦਾ। ਹੁਣ ਤਾਂ ਹਟ ਜਾਣਗੇ, ਹਟਾ ਦੇਣਗੇ ਲੋਕ ਇਹਨਾਂ ਨੂੰ। ਗੁਰਬਾਣੀ ਹਟਾਊਗੀ ਆਪ। ਇਹਨਾਂ ਦੇ ਕੋਲ ਬੋਲਣ ਨੂੰ ਕੁਛ ਨਹੀਂ, ਕਹਿਣ ਨੂੰ ਕੁਛ ਨਹੀਂ ਹੈ ਇਹਨਾਂ ਕੋਲ। ਸਿੱਖੇ ਨਹੀਂ ਮੰਨ ਸਕਦਾ ਕੋਈ ਇਹਨਾਂ ਨੂੰ। ਇਹ ਸਿੱਖ ਨੇ ਇਹਦੇ ਕਰਕੇ ਜਦ ਰਣਜੀਤ ਸਿੰਘ ਨੇ ਚੱਕ ਕੇ ਸੋਨਾ ਮੰਦਰ ਨੂੰ ਦੇਤਾ, ਉਹਨੇ ਗੁਰਦੁਆਰੇ ਦੀ ਤੜਕ ਭੜਕ ਬਣਾਤੀ, ਜ਼ਮੀਨਾਂ ਲਾਤੀਆਂ ਲੋਕਾਂ ਨੂੰ। ਲੋਕ ਕਿਹੜਾ ਗਾਂ ਸਿੱਖ ਸੀ? ਜਿਹੜੇ ਅਸਲੀ ਸਿੱਖ ਸੀ ਉਹਨਾਂ ਤੇ ਪ੍ਰਭਾਵ ਨਹੀਂ ਪਿਆ। ਅਕਾਲੀ ਫੂਲਾ ਸਿੰਘ ਤੇ ਇਸ ਗੱਲ ਦਾ ਪ੍ਰਭਾਵ ਨਹੀਂ ਪਿਆ। ਉਹ ਕਹਿੰਦਾ ਗੁਰਦੁਆਰੇ ਨੂੰ ਜ਼ਮੀਨਾਂ ਲਾਉਣੀ ਆਤਮਘਾਤ ਗੱਲ ਹੈ, ਗਲਤ ਹੈ। ਉਹਦੀ ਬਣੀ ਉਹਦੀ ਸੁਣੀ ਉਹਦੀ। ਬੇਦੀ ਆ ਰਲਿਆ ਵਿੱਚ, ਬੇਦੀ ਲੀਡਰ ਬਣਾ ਲਿਆ। ਬੇਦੀ ਤਾਂ ਚਾਹੁੰਦੇ ਹੀ ਸੀ ਵੀ ਸਿੱਖੀ ਨੂੰ ਲੀਹੋਂ ਲਾ ਦੀਏ। ਕੀ ਹੋਇਆ 300 ਸਾਲ ਦੇ ਵਿੱਚ? ਸਾਰੀ ਹਿਸਟਰੀ ਪਈ ਹੈ। ਆ ਸ਼ੀਸ਼ੇ ਵਾਂਗੂ ਦੀਦਾ ਸਾਰਾ ਕੁਝ ਹੋਇਆ ਹੋਇਆ ਜੋ। ਹੁਣ ਫੇਰ ਉਸੇ ਹੁਣ ਨਹੀਂ ਉਹ ਰਾਹ ਤੋੜ ਸਕਦੇ ਤੁਸੀਂ ਜਨਤਾ ਨੂੰ। ਤੁਸੀਂ ਲਿਆ ਕੇ ਉੱਥੇ, ਇੱਥੇ ਤਾਂ ਖਤਮ ਕਰਤੀ ਸਿੱਖੀ। ਤੁਸੀਂ ਖਤਮ ਹੋ ਚੁੱਕੀ ਸਿੱਖੀ।
ਤੁਸੀਂ ਮੰਨ ਗਏ ਵੀ ਸਿੱਖੀ ਖਤਮ ਹੈ। ਸਿੱਖੀ ਕਹਾਂ ਨੂੰ ਨਹੀਂ ਰਹਿਣੀ, ਬਾਦਲ ਖੁਦ ਮੰਨਿਆ ਹੋਇਆ ਵੀ ਨਹੀਂ ਰਹਿਣੀ ਸਿੱਖੀ 50 ਸਾਲ ਨੂੰ। ਪਰ ਸਿੱਖੀ ਹੈ ਤਾਂ ਚੌਗਣੀ ਹੋਊਗੀ 50 ਸਾਲ ਨੂੰ, 10 ਗੁਣੀ ਹੋਊਗੀ 50 ਸਾਲ ਨੂੰ। ਇਹ ਵੀ ਗੱਲ ਨਾਲ ਹੈ, ਉਹਦਾ ਅੰਦਾਜ਼ਾ ਆਪਣੇ ਹਿਸਾਬ ਨਾਲ ਹੈ। ਉਹਨੂੰ ਜੋ ਦੀਦਾ ਉਹਨੂੰ ਦੀਦਾ, ਉਹਦੀ ਮਾਇਆਦਾਰੀ ਵਾਲੀ ਬੁੱਧੀ ਹੈ, ਸਖਤ ਵਾਲੀ ਬੁੱਧੀ ਹੈ, ਉਹਨੂੰ ਦੀਦਾ। ਉਹ ਸਿੱਖੀ ਨੂੰ ਕੌਣ ਹਿਲਾ ਦੂਗਾ? पंथ चले तब जग तुम्हें जब तुम करो सहाय। पिछे खड़ा है वो। हाँ तू जिन्नी खत्म होती है कर ला, दिते सोते खत्म जिन्नी होती है तुम कर लो। पिछे खड़ा है, बड़ी डांग वाला पिछे खड़ा है। संगत ओदे नाल है, संगत दुखी है। सिक्खी खत्म हो रही है, संगत दुखी है। संगत तो दुखी है ना। संगत ने जब पलटा मारना तो पुछना किसी ने नहीं। जब संगत ने पलटा मारना जिवें समुद्र च छल मारदा, विचलियां लाशां बाहर कड्ढे ते कढ दिंदे जाके। मरिया होईयां मच्छियां बाहर आउंदियां ने, जिउंदियां नहीं आउंदियां। जे समुद्र च बाहर निकलदी है, जिउंदी मच्छी नहीं निकलदी, मरी निकलदी है छल नाल बाहर। इन्हां दा ज्ञान समुद्र नूं भी है। मरी मच्छी नूं बाहर कढ दिंदा। संगत ने बाहर कढ देना तुहानूं मरियां मच्छी गलियां, क्यों कहंदा ना पा दिओ गल के विच। ऐसियां छल्लां आउणियां ने तुहानूं बाहर कढ देना एक दूर। यहियां निग्रह स्नेह कर निर्वारो संदेह। निर्वारो संदेह, संदेह छड़ दे अंदरों, शंका छड़ दे। नहीं देख भाजिया परम सियाणप। जे मन नहीं बनदा तां इहदा खड़ा नहीं छड्डना, इहनूं गल पिया रहना भी भाई ये काम करना ही करना। निआला जे नहीं पढ़दा ਉਹਦੇ ਜ਼ਿਆਦਾ ਧਿਆਨ ਰੱਖੀਏ ਆਪੇ ਪੜ੍ਹਨ ਲੱਗ ਜੂਗਾ। ਜੇ ਧਿਆਨ ਨਾ ਕਰੀਏ ਤਾਂ ਉਹਨੇ ਪੜ੍ਹਨਾ ਹੀ ਨਹੀਂ। ਬੁੱਧੀ ਨੂੰ ਕਹਿਦਾ ਖੜਾ ਨਹੀਂ ਛੱਡਣਾ, ਇਹਨੂੰ ਇੱਧਰੇ ਲਾਉਣਾ। ਹਾਂਜੀ। ਚੱਚਾ ਰਜਤ ਚਿੱਤਰ ਹੈ ਭਾਰੀ, ਤਜ ਚਿੱਤਰੇ ਚੇਤੋ ਚਿਤਕਾਰੀ। ਚੱਚਾ ਕਹਿੰਦਾ ਜਿਹੜਾ ਹੈ ਨਾ ਸੰਸਾਰ ਦਾ ਚਿੱਤਰ, ਪ੍ਰਪੰਚ, ਇਹ ਬਹੁਤ ਬੜਾ ਪ੍ਰਪੰਚ ਹੈ। ਉਹਦਾ ਚਿੱਤਰ ਅਸੀਂ ਤਾਂ ਕਾਗਜ਼ ਤੇ ਰਹਿੰਦੇ, ਉਹਨੇ ਸੱਚੀ ਮੁੱਚੀ ਦਾ ਰਚਿਆ ਹੈ। बहुत बड़ा चित्र है। ਇਹਨੂੰ ਦੇਖਣ ਦੀ ਬੜਾ ਖੁਸ਼ ਹੈ ਆਦਮੀ, ਇਹਨੂੰ ਦੇਖ ਕੇ ਰੱਜਦਾ ਹੀ ਨਹੀਂ ਹੈ। ਇਹ ਭਾਰੀ ਚਿੱਤਰ ਹੈ। ਚਿੱਤਰ ਨੂੰ ਨਾ ਦੇਖ ਤੂੰ, ਇਹ ਨਹੀਂ ਰੱਜਣਾ। ਜਿਹਨੇ ਚਿੱਤਰ ਬਣਾਇਆ ਜੇ ਉਹਨੂੰ ਦੇਖ ਲਵੇਂ ਤਾਂ ਰੱਜੇਗਾ। ਚੇਤੋ चितकारी। चित्रकार जो है ਉਹਨੂੰ ਚੇਤ, ਉਹਨੂੰ ਦੇਖ ਲੈ, ਫਿਰ ਚਿੱਤਰ ਤੇਰੀ ਸਮਝ ਆ ਜੂ। ਚਿੱਤਰ ਤੂੰ ਆਪ ਹੀ ਰਚਣ ਵਾਲਾ ਹੋ ਜਾਏਗਾ। ਜਿਹੜੀ ਚੀਜ਼ ਅਸੀਂ ਆਪ ਬਣਾ ਸਕਦੇ ਉਹਨੂੰ ਦੇਖਣ ਨੂੰ ਜੀ ਨਹੀਂ ਕਰਦਾ। ਜਿਹਦਾ ਚਿੱਤਰ ਰਚਿਆ ਹੁੰਦਾ ਨਾ ਉਹ ਆਪ ਨਹੀਂ ਬਹੁਤਾ ਦੇਖਦਾ। ਉਹ ਚ ਹਲਵਾਈ ਮਠਿਆਈ ਬਣਾਉਂਦਾ, ਆਪ ਨਹੀਂ ਖਾਂਦਾ ਉਹ। ਹਾਂ ਦੂਆ ਉਹਨੂੰ ਕਹੇ ਬਹੁਤ ਵਧੀਆ, ਇਹ ਜ਼ਰੂਰ ਹੈ, ਉਹਦੇ ਨਾਲ ਖੁਸ਼ ਹੋ ਜਾਂਦਾ। ਦੂਏ ਤੋਂ ਪੁੱਛਦਾ ਵੀ ਕਿਵੇਂ, ਕਹਿੰਦਾ ਵੀ ਬਹੁਤ ਵਧੀਆ, ਖੁਸ਼ ਹੋ ਜਾਂਦਾ ਇਹਦੇ ਚ। ਮੇਰੀ ਬਣਾਈ ਹੋਈ ਚੀਜ਼ ਵਧੀਆ, ਬਸ ਇਹੀ ਆ ਉਹਨੂੰ ਇੱਛਾ। ਤੇ ਜਦ ਚਿੱਤਰਕਾਰ ਤੂੰ ਉਹਨੂੰ ਜਾਣ ਲਿਆ ਚਿੱਤਰਕਾਰ ਨੂੰ, ਫਿਰ ਚਿੱਤਰ 'ਚ ਇੰਟਰਸਟ ਨਹੀਂ ਤੇ ਰਹਿਣਾ। ਫਿਰ ਉਹਦੀ ਸਿਫਤ ਸਲਾਹ 'ਚ ਇੰਟਰਸਟ ਹੋ ਜਾਣਾ। ਬਣਾਉਣ ਵਾਲੇ ਦੀ ਚ, ਬਣਾਉਣ ਵਾਲੇ ਦੀ ਸਿਫਤ ਸਲਾਹ। ਬਣਾਉਣ ਵਾਲਾ ਤਾਂ ਠੱਗ ਹੈ। ਪ੍ਰਪੰਚ ਰਹਿ ਜਾਏ ਫਾਜਾਂ ਦੇਖਣ, ਦੇਖਦੇ ਦੇਖਦੇ, ਇਹਨੂੰ ਦੇਖਦੇ ਦੇਖਦੇ ਆਪਣਾ ਕੰਮ ਭੁੱਲ ਜਾਣ। ਜਿਹੜੇ ਕੰਮ ਆਏ ਨੇ ਉਹ ਭੁੱਲ ਜਾਣ, ਉਹ ਭੁੱਲ ਗਏ ਸਾਰੀ। ਇਸ ਕਰਕੇ ਹਰ ਠੱਗ ਜੱਗ ਕੋ ਢਗੌਰੀ ਲਾਈ ਕਿਹਾ ਕਬੀਰ ਨੇ ਗਾਹਾਂ ਜਾ ਕੇ। ਇਹ ਚਿੱਤਰ ਦਾ ਢਗੌਰੀ ਹੈ, ਇਹਨੂੰ ਨਾ ਦੇਖੋ। ਇਹ ਤਾਂ ਤਮਾਸ਼ਾ ਹਮਦਾਰੀ ਦਾ। ਕਰੋ ਗਿਆ ਸੀ ਸੌਦਾ ਲੈਣ ਦੁਕਾਨ ਤੇ, ਗਾਂ ਤਮਾਸ਼ਾ ਹੁੰਦਾ, ਤਮਾਸ਼ਾ ਦੇਖਣ ਲੱਗ ਗਿਆ, ਸੌਦਾ ਭੁੱਲ ਗਿਆ। ਮੈਂ ਬਾਹਰ ਘਰ ਬੈਠੇ ਨੇ, ਘਰ ਵਾਲੀ ਚਾਹ ਪੱਤੀ ਡਿੱਗਦੀ ਹੈ, ਪਾਣੀ ਚੁੱਲ੍ਹੇ ਤੇ ਰਹਿੰਦਾ। ਉਹ ਆਪਣਾ ਉੱਥੇ ਉਹਨੂੰ ਪਤਾ ਹੀ ਨਹੀਂ ਮੈਂ ਕਾਹਦੇ ਵਾਸਤੇ ਆਇਆ। ਇਹ ਤਾਂ ਉਹ ਗੱਲ ਹੈ, ਉਹਨੂੰ ਜਦੋਂ ਪਤਾ ਲੱਗੂ ਜਾ ਕੇ ਹਲਾਉਣਾ ਤਾਂ ਮੋਢੇ ਤੇ ਆ ਕੇ।
ਵੀ ਕਿੱਥੇ ਖੜਾ ਮਹਿਮਾਨ ਤਾਂ ਚਲੇ ਵੀ ਗਏ, ਹੁਣ ਤਾਂ ਆ ਜਾ। ਜਾਂ ਬਾਜੀ ਬੀਜ ਜੂ, ਜਦ ਪਤਾ ਲੱਗੂ ਇਹਨੂੰ ਇਹ ਕੀ ਕੀਤਾ ਯਾਰ, ਮਹਿਮਾਨ ਆਏ ਤਾਂ ਬੜਾ ਮਾੜਾ ਹੋਇਆ। ਮੈਂ ਤੇ ਫਿਰ ਤਾਂ ਮਾੜਾ ਹੀ ਹੋਇਆ ਨਾ। ਉਹ ਕਹਿਣਗੇ ਯਾਰ ਲੋਕਿਆ ਖਾਨੀ ਪੈਸੇ ਨਹੀਂ ਸੀ ਇਹਦੇ ਕੋਲ, ਕੀ ਗੱਲ ਹੈ ਸਾਨੂੰ ਕਹੇ ਜਾਂਦਾ ਨਾ ਇਹ ਪਿਲਾਉਂਦਾ ਚਾਹ, ਗੱਲਾਂ ਤਾਂ ਕਰ ਲੈਂਦੇ ਬਹਿ ਕੇ। ਪਛਤਾਈ ਜਾ, ਫਿਰ ਕੀ ਬਣੂਗਾ ਪਛਤਾਏ ਤੇ। ਫਿਰ ਤਾਂ ਪਛਤਾਉਣਾ ਹੀ ਰਹਿ ਗਿਆ ਨਾ, ਬਾਕੀ ਮੂੰਹ ਦਿਖਾਉਣ ਜੋਗਾ ਵੀ ਨਹੀਂ ਉਹਨਾਂ ਨੂੰ ਬਾਅਦ ਚ। ਚਿੱਤਰ ਬਚਿੱਤਰ ਇਹ ਅਬਝੇਰਾ, ਕਿਆ ਮੁੱਖ ਲੈ ਕੇ ਜਾਏਗਾ? ਉਹਨਾਂ ਦੇ ਘਰ ਜਾਣਾ ਉਹ ਕੀ ਮੁੱਖ ਲੈ ਕੇ ਜਾਊਗਾ? ਐਨੇ ਸਸਤੇ ਮਹਿਮਾਨ ਸੀ ਕਿ ਤਮਾਸ਼ੇ ਚੜ ਗਿਆ, ਮਹਿਮਾਨ ਭੁੱਲ ਗਿਆ ਤੇ ਉਹਨਾਂ ਦੀ ਕੋਈ ਕੀਮਤ ਤਾਂ ਨਾ ਹੋਈ ਫਿਰ ਨਾ। ਹਾਂਜੀ, ਚਿੱਤਰ ਬਚਿੱਤਰ ਇਹ ਅਬਝੇਰਾ, ਇਹ ਚਿੱਤਰ ਜਿਹੜਾ ਵਿਚਿੱਤਰ ਹੈ ਨਾ, ਇਹ ਐ ਸਮਝੋ ਇੱਕ ਖੂਹ ਹੈ, ਉਹ ਖੂਹ ਦੇ ਵਿੱਚ ਹੈ ਚਿੱਤਰ, ਦੇਖਦਾ ਵਿੱਚ ਪੈਂਦਾ। ਇਹ ਅਬਝੇਰਾ ਹੈ, ਬੜਾ ਕਸੂਤਾ ਹੈ, ਟੋਆ ਖੱਡ ਹੈ, ਖੱਡ ਦੇ ਵਿੱਚ ਹੈ ਇਹ ਸਭ ਕੁਛ। ਇਹ ਪਹਾੜਾਂ 'ਚ ਖੱਡ ਦੇ ਵਿੱਚ ਹੁੰਦਾ ਨਹੀਂ ਫੁੱਲ ਫਲ ਹੋਰ ਬਹੁਤ ਕੁਝ, ਇਹ ਉਹ ਹੈ ਡੂੰਘੀ ਖੱਡ ਹੈ, ਡੂੰਘੀ ਖੱਡ। ਤਾਜੀ ਚਿੱਤਰੇ ਚਿਤਰਾਖ ਚਤੇਰਾ, ਤੇਰਾ ਇਹਨੂੰ ਛੱਡ ਦੇ, ਇਹਨੂੰ ਨਾ ਝਾਕ, ਉਹ ਬਣਾਉਣ ਵਾਲੇ ਦਾ ਚੇਤਾ ਕਰ ਤੂੰ। ਇਹ ਬਣਾਇਆ ਜਿਹਨੇ, ਕਿਆ ਉਹਦੇ ਚ ਕਰਾਮਾਤ ਹੈ, ਉਹਦੀ ਸਿਫਤ ਕਰ। ਫੁੱਲ ਦੇ ਰੰਗ ਜਿਹਨੇ ਬਣਾਏ ਨੇ ਉਹਦੀ ਸਿਫਤ ਕਰ। ਫੁੱਲ ਦੀ ਕੀ ਸਿਫਤ ਕਰਨੀ? ਕੁਦਰਤ ਦੇ ਵਿੱਚੋਂ ਕਰਤੇ ਦਾ ਦਰਸ਼ਨ ਕਰ, ਉਹਦੇ ਚਿੱਤਰ ਵਿੱਚੋਂ ਚਿੱਤਰਕਾਰ ਦਾ ਦਰਸ਼ਨ ਕਰ, ਉਹਦੀ ਕਲਾ ਦੇਖ। ਹਾਂਜੀ, ਛਿਕਛਾ ਇਹ ਛਤਰਪਤੀ ਪਾਸਾ, ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ। ਇਹ ਜਿਹੜਾ ਹੈ ਨਾ, ਚਿੱਤਰ ਨੂੰ ਨਾ ਦੇਖਣਾ, ਚਿੱਤਰਕਾਰ ਨੂੰ ਦੀ ਵਿਚਾਰ ਕਰਨੀ, ਇਹ ਪਾਸਾ ਛਤਰਪਤੀਆਂ ਵਾਲਾ ਹੈ। ਇਹ ਅਵਨਾਸ਼ੀ ਰਾਜ ਮਿਲਦਾ ਇਹ ਪਾਸੇ ਤੇ। ਜੇ ਤਾਂ ਚਿੱਤਰ ਵੱਲ ਦੇਖੂਗਾ ਤਾਂ ਫਸ ਜਾਊਗਾ, ਜੇ ਚਿੱਤਰਕਾਰ ਵੱਲ ਦੇਖੂਗਾ ਉਹਨੂੰ ਖੋਜੂਗਾ ਫਿਰ ਛਤਰਪਤੀ ਰਾਜਾ ਬਣ ਜਾਊਗਾ। ਬਸ ਇੱਥੋਂ ਦੋ ਰਾਹ ਫਟ ਜਾਂਦੇ, ਇੱਥੋਂ ਰਾਹ ਦੋ ਹੋ ਗਏ। ਜੇ ਚਿੱਤਰਕਾਰ ਦਾ ਖੋਜ ਕਰ ਲੂ, ਇੱਥੇ ਸ਼ੁਰੂ ਕਰ ਦੂ ਚਿੱਤਰਕਾਰ ਦੀ, ਫਿਰ ਛਤਰਪਤੀ ਬਣ ਜਾਊ, ਅਵਨਾਸ਼ੀ ਰਾਜ ਵੱਲ ਚਲੇ ਜਾਊ। ਜੇ ਚਿੱਤਰ ਵੱਲ ਝਾਕਦਾ ਰਹੂ ਤਾਂ ਇਸੇ ਦੇ ਵਿੱਚ ਮਰ ਜਾਊਗਾ, ਖੁੱਭ ਜਾਊਗਾ। ਫਿਰ ਮਾਇਆ ਦਾ ਦੀਵਾਨਾ ਹੋ ਜੂ, ਚਿੱਤਰ ਦਾ ਹੀ ਦੀਵਾਨਾ ਹੋ ਜੂ, ਫਿਰ ਠੱਗੀ ਜਾ ਜੂ, ਝੂਠ ਠਗੌਰੀ ਭਾਈ। ਇੱਥੋਂ ਦੋ ਰਸਤੇ ਫੜ ਗਏ, ਜਮਣ ਬਣ ਕੇ ਰਹਿ ਜੂਗਾ, ਫਿਰ ਉਧਰ ਛਤਰਪਤੀ ਬਣ ਜੂਗਾ। ਇਹ ਆ ਛਤਰਪਤੀ ਪਾਸਾ, ਉਹ ਛਤਰਪਤੀ ਬਣ ਜਾਣਾ ਇੰਨੀ ਗੱਲ ਚਾਹੀ। ਜੇ ਚਿੱਤਰਕਾਰ ਨੂੰ ਖੋਜਣ ਲੱਗ ਗਿਆ, ਦੇਖਣ ਲੱਗ ਗਿਆ, ਚਿੱਤਰਕਾਰ ਦੀ ਗੱਲ ਕਰਨ ਲੱਗ ਗਿਆ, ਚਿੱਤਰਕਾਰ ਦਾ ਹੀ ਧਿਆਨ ਧਰਨ ਲੱਗ ਗਿਆ ਤਾਂ ਛਤਰਪਤੀ ਰਾਜਾ। ਜੇ ਇੱਧਰ ਰਿਹਾ ਚਿੱਤਰ ਨੂੰ ਦੇਖਣ ਚ, ਬਸ ਫਿਰ ਇੱਥੇ ਫਸ ਜਾਏਗਾ, ਫਿਰ ਨਰਕ ਚਲਾ ਜਾਏਗਾ, ਉਧਰ ਸਵਰਗ ਚਲੇ ਜਾਏਗਾ, ਆਪਣੇ ਘਰ ਨਿੱਜ ਘਰ ਚਲੇ ਜਾਏਗਾ, ਉਧਰ ਸੱਚਖੰਡ ਚਲੇ ਜਾਏਗਾ, ਇਧਰ ਅਗਰ ਸਾਗਰ ਚ ਰਹਿ ਜਾਏਗਾ। ਇੱਥੋਂ ਦੋ ਰਸਤੇ ਨੇ, ਇੱਥੋਂ ਰਸਤਾ ਪੜ ਗਿਆ। ਗੁਰਮੁਖਾਂ ਦਾ ਮਨਮੁਖਾਂ ਦਾ ਰਸਤਾ ਇੱਥੋਂ ਅੱਡ ਅੱਡ ਹੋ ਗਿਆ। ਦੇਖਣ ਤੋਂ ਦ੍ਰਿਸ਼ਟੀਕੋਣ ਬਦਲ ਗਿਆ ਨਾ, ਦ੍ਰਿਸ਼ਟੀਕੋਣ ਅੱਡ ਅੱਡ ਹੈ ਭਗਤਾਂ ਤੇ ਸਾਰੀਆਂ ਜੋੜ ਕੇ ਦੇਣਾ। ਇੱਥੋਂ ਦ੍ਰਿਸ਼ਟੀਕੋਣ ਅੱਡ ਹੋ ਗਿਆ ਭਗਤ ਦਾ, ਗੁਰਮੁਖ ਦਾ, ਸਿੱਖ ਦਾ ਦ੍ਰਿਸ਼ਟੀਕੋਣ ਔਰ ਸੰਸਾਰੀ ਦਾ ਅੱਡ ਅੱਡ ਹੋ ਗਿਆ। ਦ੍ਰਿਸ਼ਟੀਕੋਣ ਦੋ ਹੋ ਗਏ। ਸਿਰਫ ਜੋ ਦੇਖ ਰਹੇ ਹਾਂ, ਦੇਖਦੇ ਦੋਏ ਨੇ, ਪਰ ਕਿਸ ਐਂਗਲ ਤੋਂ ਦੇਖ ਰਹੇ ਨੇ ਦੋਏ, ਅੱਡ ਅੱਡ ਐਂਗਲ, ਅੱਡ ਅੱਡ ਨੇ। ਸੰਸਾਰ ਨੂੰ ਦੋਏ ਦੇਖਦੇ ਨੇ, ਦੋਹਾਂ ਦੇ ਐਂਗਲ ਵੱਖਰੇ ਵੱਖਰੇ ਨੇ ਦੇਖਣ ਦੇ। ਹਾਂਜੀ, ਛਿਕਛਾ ਇਹ ਛਤਰਪਤੀ ਪਾਸਾ, ਛੱਕ ਕੇ ਨਾ ਰਹੋ ਛੱਡ ਕੇ ਨਾ ਆਸਾ। ਤੁਸੀਂ ਮਾਇਆ ਦੀ ਭੁੱਖ ਕਿਉਂ ਪਾਲ ਲਈ? ਆਨੰਦ ਰਹੋ ਮਾਇਆ ਚੋਂ। ਇਹ ਨਾਲ ਜਾਣੀ ਹੈ ਤਾਂ ਸਰੀਰ ਜੋਗੀ ਚਾਹੀਦੀ ਹੈ, ਇਕੱਠੀ ਕਰਕੇ ਵਿੱਚੇ ਹੀ ਰੱਖੋਗੇ, ਇੱਥੇ ਰਹਿਣੀ ਹੈ। ਜੇ ਕਿਸੇ ਦਾ ਰਾਜ ਇੱਥੇ ਰਹਿਣਾ, ਫਿਰ ਵੀ ਉਹ ਕਿਹੜਾ ਨਾਲ ਲਪੇਟ ਕੇ ਲੈ ਜੂ। ਜੋ ਰੋਟੀਆਂ ਦੋ ਖਾਣੀਆਂ ਨੇ ਉਹਨੇ ਵੀ ਉਹੀ ਹੈ। ਇਸ ਕਰਕੇ ਇਹ ਤੋਂ ਛਕ ਰਹੋ, ਆਨੰਦ ਰਹੋ, ਇੱਧਰੋਂ ਮਾਇਆ ਦੀ ਭੁੱਖ ਨਾ ਪਾਲੋ।
ਮਾਇਆ ਦੀ ਭੁੱਖ ਬਹੁਤ ਸੀਮਤ ਰੱਖੋ। ਸਰੀਰ ਦੀ ਭੁੱਖ ਹੈ ਮੇਰੀ ਹੈ ਹੀ ਨਹੀਂ। ਛੱਕ ਕੀ ਨਾ ਰਹੇ, ਛਾੜ ਕੀ ਨਾ ਛੱਡ ਕੇ ਨਾ ਆਸਾ। ਇਹਦੀ ਆਸ ਹੈ ਛੱਡ ਦੋ ਮਾਇਆ ਦੀ। ਕਿਤੇ ਭੱਜਦੀ ਹੈ ਵੀ ਹੋਰ ਆਊ ਹੋਰ ਆਊ, ਕੀ ਕਰਨੀ ਹੋਰ। ਇਹ ਮਾਇਆ ਬੜੇ ਬੜੇ ਰਾਜਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਤਾਂ ਹੀ ਹਮਲਾ ਕਰਦਾ ਦੂਆ ਆ ਕੇ। ਹਮਲਾ ਕਾਹਤੇ ਕਰੂਗਾ? ਡਕੈਤ ਕਿਹਨੂੰ ਕਹਿੰਦੇ ਨੇ? ਮਾਇਆ ਨੂੰ। ਉਹ ਮਾਇਆ ਵਿਨਾਸ਼ ਦਾ ਕਾਰਨ ਵੀ ਹੈ, ਸੁਖ ਦਾ ਕਾਰਨ ਨਹੀਂ ਹੈ। ਸੁਖ ਦਾ ਕਾਰਨ ਜਿੰਨਾ ਉਹ ਨਹੀਂ ਸੁਖ ਦਾ ਕਾਰਨ ਵੀ ਹੈ। ਤਾਨਰ ਭੂਮ ਪ੍ਰਾਤਨ ਬਹਿਰਾ, ਬੈਰ ਕਾਹਦੇ ਖਾਤਰ ਹੈ? ਤਾਨਰ ਭੂਮ ਖਾਤਰ। ਇਹ ਬੈਰ ਵਿਰੋਧ ਪਾਉਣ ਵਾਲੀ ਚੀਜ਼ ਹੈ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾ, ਤਾਹੇ ਛਾੜਕਤ ਆਪ ਵਧਾਵਾ। ਰੇ ਮਨ, ਇਹ ਮੇਰੇ ਮਨ, ਮੈਂ ਤੈਨੂੰ ਛਿਨ ਛਿਨ ਇਹੀ ਸਮਝਾਇਆ ਵੀ ਤੂੰ ਮਾਇਆ ਨਾ ਕਿਉਂ ਆਪਣੇ ਆਪ ਨੂੰ ਬੰਨੀ ਜਾਂਦਾ, ਝੂਠ ਨਾ ਕਿਉਂ ਬੰਨਣਾ। ਤੂੰ ਸੱਤ ਸਰੂਪ ਹੈ, ਝੂਠ ਅਸਲ ਤੇਰੀ ਗਲਤੀ ਨਾਲ ਮਾਇਆ ਨਾਲ ਤੂੰ ਜੁੜਦਾ। ਆਪਣੀ ਗਲਤੀ ਨਾਲ ਆ ਬੰਨ ਹੁੰਦਾ, ਆਪਣੇ ਆਪ ਨੂੰ ਮਾਇਆ ਨਾਲ ਜੋੜਦਾ। ਤੂੰ ਮਾਇਆ ਦਾ ਮੋਹ ਤੂੰ ਪਾਲਦਾ। ਮਾਇਆ ਕੁਝ ਨਹੀਂ ਕਹਿੰਦੀ ਤੈਨੂੰ। ਇਹ ਜ਼ਬਰਦਸਤੀ ਮਗਰ ਨਹੀਂ ਆਉਂਦੀ ਕਿਸੇ ਦੇ, ਜ਼ਬਰਦਸਤੀ ਮਗਰ ਆਉਂਦੀ ਹੈ। ਕੁਛ ਨਹੀਂ ਮਾਇਆ ਕਹਿ ਰਹੀ, ਜਿਹੜੇ ਕਹਿੰਦੇ ਨੇ ਉਹ ਬਹਾਨਾ ਲਾਉਂਦੇ ਨੇ। ਤੂੰ ਇਹਨੂੰ ਇਹਦਾ ਮੋਹ ਪਾਲਦਾ, ਇਹਦੀ ਇੱਛਾ ਪੈਦਾ ਕਰਦਾ, ਆਪ ਕਰਦਾ। ਛਿਨ ਹੀ ਤੈਨੂੰ ਸਮਝਾਈਦੇ ਆ। ਇਹਦੇ ਨਾਲ ਤੂੰ ਆਪਣੇ ਆਪ ਨੂੰ ਕਿਉਂ ਬੰਨ ਰਿਹਾ, ਕਿਉਂ ਬਣਾ ਰਿਹਾ ਆਪਣਾ ਆਪਾ ਇਹਦੇ ਨਾਲ? ਮਾਇਆ ਨਾਲ ਤੂੰ ਬੰਨ ਰਿਹਾ ਮਾਇਆ ਨਾਲ ਆਪਣਾ ਆਪਾ। ਬਸ ਜਾਣ ਬੁੱਝ ਕੇ ਬੰਨ ਰਿਹਾ ਤੂੰ। ਛੱਡ ਸਕਦਾ ਕੋਈ ਔਖਾ ਨਹੀਂ। ਮੋਹੇ ਤਿਆਗਣਾ। ਜੱਜਾ ਜੋ ਜਨ ਜੀਵਤ ਜਰਾਵੈ, ਜੋਬਨ ਯਾਰ ਜੁਗਤ ਸੋ ਪਾਵੈ। ਜੱਜਾ ਜੋ ਮਨ ਜੀਵਤ ਜਰਾਵੈ, ਜੋ ਤਨ ਜੀਵਤ ਜਰਾਵੈ। ਜੋ ਤਨ ਜੀਵਤ ਜਰਾਵੈ, ਜਿਹੜਾ ਆਪਣੇ ਹਿਰਦੇ ਚੋਂ ਨਾ ਸਾਰੇ ਇੱਛਾਵਾਂ ਨੂੰ ਸਾੜ ਦੇਵੇ ਜਿਉਂਦਾ ਹੀ। ਸਾਰੀਆਂ ਇੱਛਾਵਾਂ ਸਾੜ ਦੇਵੇ ਜਿਉਂਦਾ ਹੀ। ਜਿਉਂਦੇ ਜੀ ਪਰਦੇਸੀ ਕੇ ਘਾਗਰੇ ਚਾਹੁੰਦੇ ਸਲਾ ਗਿਆ, ਜਿਉਂਦੇ ਨੂੰ ਬ੍ਰਹਮਾ ਕਰਨਾ ਫੂਕ ਦੇਵੇ। ਜੀਵਤ ਜਰਾਵੈ, ਜੋਬਨ ਯਾਰ ਜੁਗਤ ਸੋ ਪਾਵੇ। ਜੋਬਨ ਯਾਰ ਜੁਗਤ ਸੋ ਪਾਵੇ। ਆ ਜਿਹੜਾ ਨਾ ਯੋਬਨ ਹੈ, ਯੋਬਨ ਯੋਬਨ ਵੀ ਬਹੁਤ ਮਤਲਬ ਹੈ ਅੜਿੱਕਾ ਹੈ। ਸਰੀਰ ਦਾ ਬਲ ਹੈ ਨਾ, ਸਰੀਰ ਦਾ ਬਲ, ਆਪਣੀ ਬੁੱਧ ਦਾ ਬਲ, ਇਹਨੂੰ ਜਿਉਂਦੇ ਨੂੰ ਇਹ ਬੰਦੇ ਜਾਲ ਦੇਵੇ। ਜੋਬਨ ਜਾਲ ਜੁਗਤ ਸੋ ਪਾਵੇ। ਆਪਣੀ ਬੁੱਧੀ ਦਾ ਜਿਹੜਾ ਹੰਕਾਰ ਹੈ ਨਾ, ਇਹਨੂੰ ਤਿਆਗ ਦੇਵੇ ਵੀ ਮੈਨੂੰ ਬੁੱਧ ਹੈ ਉਹ ਨਹੀਂ, ਮੇਰੀ ਮਤ ਥੋੜੀ ਰਾਮ ਕਹੇ, ਖਤਮ ਕਰ ਦੇਵੇ ਹੈ ਨਹੀਂ ਮੇਰੀ ਮਤ। ਉਹ ਗੁਰ ਕੀ ਮਤ ਲੈ ਸਕਦਾ ਜੇ ਤਾਂ ਪੜ੍ਹੇ ਆਪਣੀ ਬੁੱਧੀ ਨਾਲ ਗੁਰਬਾਣੀ, ਤਾਂ ਕਰੂਗਾ ਆਪਣੀ ਮਰਜ਼ੀ ਦੇ ਅਰਥ। ਜੇ ਗੁਰਬਾਣੀ ਨੂੰ ਪੜ੍ਹੇ ਤਾਂ ਆਪਣੇ ਹਿਸਾਬ ਨਾਲ ਅਰਥ ਕਰੂਗਾ, ਆਪਣੀ ਵਿਦਿਆ ਦੇ ਹਿਸਾਬ ਨਾਲ, ਜੋ ਉਹਨੇ ਸੁਣਿਆ ਹੋਇਆ ਸਮਝਿਆ ਹੋਇਆ ਉਹਦੇ ਹਿਸਾਬ ਨਾਲ। ਜੇ ਗੁਰਬਾਣੀ ਤੋਂ ਪੜ੍ਹੇ ਆਪਣੀ ਬੁੱਧੀ ਨੂੰ ਪਾਸੇ ਰੱਖ ਦੇਵੇ, ਫਿਰ ਨਵੀਂ ਗੱਲ ਦਾ ਪਤਾ ਲੱਗੂਗਾ ਨਵੀਂ ਗੱਲ ਕੀ ਕਹਿ ਰਹੀ ਹੈ। ਗੁਰਬਾਣੀ ਨਵੀਂ ਗੱਲ ਕੀ ਕਹਿ ਰਹੀ ਹੈ, ਨਹੀਂ ਜਿਹੜੀ ਨਵੀਂ ਗੱਲ ਕਹਿ ਰਹੀ ਹੈ ਉਹਦੇ ਤੇ ਕੈਂਚੀ ਤੇਰੀ ਬੁੱਧੀ ਫਿਰ ਫੇਰੂਗੀ। ਜਿਹੜੀ ਤੇਰੀ ਬੁੱਧੀ ਨੂੰ ਗੱਲ ਫਿੱਟ ਨਹੀਂ ਆਉਣੀ ਤਾਂ ਉਹਦੇ ਅਰਥ ਨਹੀਂ ਬਣਨੇ, ਉਹਨਾਂ ਨਹੀਂ ਮੰਨਣੇ। ਇਹ ਕਿਵੇਂ ਹੋ ਜੂ? ਉੱਥੇ ਕਿੰਤੂ ਪ੍ਰੰਤੂ ਖੜਾ ਹੋਊਗਾ। ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਕੇ ਅਰਥ ਕੀਤੇ ਨੇ ਲੋਕਾਂ ਨੇ, ਅੰਦਰੋਂ ਆਪਣੇ ਹਿਸਾਬ ਦੇ ਅਰਥ ਕੀਤੇ ਨੇ। ਕਿਉਂਕਿ ਜੋ ਅਸੀਂ ਲਫ਼ਜ਼, ਸਾਡੀ ਭਾਸ਼ਾ ਹੈ, ਆਪਣੀ ਭਾਸ਼ਾ ਨੂੰ ਇਹਦੇ ਤੇ ਹਾਵੀ ਕਰਕੇ ਅਰਥ ਕੀਤੇ ਹਨ। ਗੁਰਬਾਣੀ ਦੀ ਭਾਸ਼ਾ ਤੇ ਸੰਸਾਰੀ ਭਾਸ਼ਾ ਲੱਦ ਕੇ ਅਰਥ ਕੀਤੇ ਨੇ, ਅਰਥ ਵਿਗੜ ਗਏ। ਬਜਾਏ ਇਹਦੇ ਗੁਰਬਾਣੀ ਦੀ ਆਪਣੀ ਭਾਸ਼ਾ ਛੱਡ ਕੇ ਗੁਰਬਾਣੀ ਦੀ ਭਾਸ਼ਾ ਸਿੱਖਦੇ, ਪਹਿਲਾਂ ਗੁਰਬਾਣੀ ਦੀ ਬੋਲੀ ਸਿੱਖਦੇ, ਦੇਖਦੇ ਕਿੱਥੋਂ ਗੁਰਬਾਣੀ ਦੀ ਬੋਲੀ ਹੈ ਸਾਡੀ ਬੋਲੀ ਰਲਦੀ ਨਹੀਂ, ਫੇਰ ਸਮਝ ਆਉਣੀ ਸੀ ਗੁਰਬਾਣੀ।
ਪਰ ਅਸੀਂ ਤਾਂ ਆਪਣੀ ਬੋਲੀ ਨਾਲ ਅਰਥ ਕਰ ਲਏ। ਸਿਖਾਏ ਇਹੀ ਅਰਥ ਹੋਣਗੇ। ਚੱਲਣਾ ਪੈਰ ਇੱਕੋ ਗੱਲ ਹੈ ਜੀ, ਦੋ ਕਿਵੇਂ ਹੋ ਗਏ? ਚੱਲ ਅੱਖਾਂ ਨੇਤਰ ਇੱਕੋ ਹੀ ਗੱਲ ਹੈ। ਸਾਰੀ ਡਿਕਸ਼ਨਰੀ 'ਚ ਇਵੇਂ ਲਿਖਿਆ ਹੈ। ਉਹ ਪੰਡਤ ਨੇ ਜਾਣ ਕੇ ਲਿਖਿਆ, ਬਾੜ ਪਾੜੀ ਹੈ, ਤੇ ਪੰਡਤ ਦੇ ਚੇਲੇ ਹੋ ਗਏ ਸਾਰੇ ਹੀ। ਸਰਗੁਣ ਨਿਰਗੁਣ ਆਏ ਲਿਖੇ ਹੋਏ ਨੇ ਜੀ। ਡਿਕਸ਼ਨਰੀ 'ਚ ਇਹੀ ਨੇ ਹਿੰਦੀ ਦੀਆਂ 'ਚ ਲਿਖੇ ਹੋਏ। ਉਹਨਾਂ ਨੇ ਤਾਂ ਬਾੜ ਪਾੜੀ ਸੀ। ਸਾਰੇ ਵਿਦਵਾਨ ਉਹਦੇ ਚੇਲੇ ਨੇ ਪੰਡਤ ਦੇ। ਇਸੇ ਕਰਕੇ ਨਹੀਂ ਕੋਈ ਟੈਲੀਫੋਨ ਕਰਦਾ ਵੀ ਅਸੀਂ ਸਾਨੂੰ ਤੁਸੀਂ ਰੋਜ਼ ਕਹੀ ਜਾਂਦੇ ਹੋ, ਵੀ ਸਾਨੂੰ ਰੋਜ਼ ਤਵਾ ਲਾਉਣੇ ਹੋ, ਸਾਡੇ ਤੇ ਕਹੀ ਜਾਂਦੇ ਹੋ। ਕੋਈ ਚੂਕਾ ਤਾਂ ਨਹੀਂ ਕਰਦਾ ਵਿਦਵਾਨ। ਹੈਗੇ ਨੇ, ਉਹਨਾਂ ਨੂੰ ਸਮਝ ਆ ਗਈ ਗੱਲ ਵੀ ਗਲਤੀ ਹੋਈ ਆ ਸਾਤੇ। ਐਡਮਿਟ ਕੀਤਾ ਹੋਇਆ ਉਹਨਾਂ ਦਾ। ਆ ਜਿਹੜੇ ਬੋਲਦੇ ਨੇ ਇਹ ਤਾਂ ਪੰਡਤ ਨੇ ਆਪ। ਜਿਹੜੇ ਬੋਲਦੇ ਨੇ ਕੌਣ ਨੇ? ਉਹ ਪੰਡਤ ਨੇ। ਉਹਨਾਂ ਦੇ ਖਿਲਾਫ ਜਾਂਦੀ ਹੈ ਨਾ ਗੱਲ। ਜਿਹੜੇ ਬੋਲਦੇ ਨੇ ਪੰਡਤ ਨੇ, ਜਿਨ੍ਹਾਂ ਤੇ ਗਲਤੀ ਹੋ ਗਈ ਉਹ ਪਛਤਾਉਂਦੇ ਨੇ। ਜਿਹੜੇ ਸਿੱਖ ਵਿਦਵਾਨ ਨੇ ਨਾ ਗਲਤ ਪਾਸੇ ਚੱਲ ਗਏ ਉਹ ਤਾਂ ਚੁੱਪ ਨੇ, ਉਹਨਾਂ ਨੂੰ ਪਤਾ ਗਲਤੀ ਹੋ ਗਈ। ਆ ਜਿਹੜੇ ਬੋਲਦੇ ਨੇ ਉਹ ਕਹਿੰਦੇ ਹਾਂ ਪੰਡਤ ਦੇ ਖਿਲਾਫ ਕਿਉਂ ਬੋਲਦੇ ਨੇ? ਉਹ ਤਾਂ ਸਿੱਖ ਦੇਖਣ ਨੂੰ, ਚਾਹੇ ਸਿੱਖ ਨੇ, ਕੋਈ ਰਾਮ ਰਈਆ, ਕੋਈ ਧੀਰ ਮੱਲੀ ਹੈ, ਕੋਈ ਮੀਣਾ ਹੈ, ਕੋਈ ਮਸੰਦ ਹੈ, ਉਹਨਾਂ ਚੋਂ ਨੇ ਸਾਰੇ ਜਿਹੜੇ ਵਿਰੋਧ ਕਰਦੇ, ਜਿਹੜੇ ਸਪੋਕਸਮੈਨ ਨਾਲ ਖੜੇ ਨੇ, ਜਿਹੜੇ ਕਾਮਾ ਰੌਲੀ ਪਾਉਂਦੇ ਨੇ, ਉਹ ਪੰਡਤ ਦੇ ਬੰਦੇ ਨੇ। ਪੰਡਤ ਦੇ ਖਿਲਾਫ ਚੱਲ ਰਹੀ ਹੈ ਨਾ ਗੱਲ। ਉਹਦੀ ਡਿਕਸ਼ਨਰੀ ਤੋਂ ਖਿਲਾਫ ਚੱਲ ਰਹੀ ਹੈ। ਉਹਨੇ ਆਹ ਕੁਛ ਕੀਤਾ ਵੇਦ ਤੋਂ ਖਿਲਾਫ ਇੱਕ ਚੱਲ ਰਹੀ ਹੈ। ਉਹ ਤਾਂ ਉਹ ਜਿਹੜੇ ਆਪਣੇ ਸਿੱਖ ਨੇ ਉਹ ਤਾਂ ਸੈਟਿਸਫਾਈਡ, ਉਹ ਤਾਂ ਕਹਿੰਦੇ ਨੇ ਠੀਕ ਕਹਿ ਰਹੇ ਨੇ, ਗਲਤੀ ਹੋਈ ਹੈ। ਉਹ ਜਿਹੜੇ ਦੂਏ ਨੇ ਉਹ ਤੜਫਦੇ ਨੇ ਵੀ ਸਾਡਾ ਤਾਂ ਕੀਤਾ ਕਰਾਇਆ, ਸਾਡੇ ਬਜ਼ੁਰਗਾਂ ਦਾ ਕੀਤਾ ਕਰਾਇਆ, ਸਭ ਕੁਝ ਨਾਸ਼ ਕਰਤਾ ਇਹਨਾਂ ਨੇ। ਜਿਹੜੇ ਜ਼ਿਆਦਾ ਵਿਰੋਧ ਕਰਦੇ ਨੇ ਅਸਲ 'ਚ ਉਹ ਉਹਨਾਂ ਦੇ ਬਜ਼ੁਰਗਾਂ ਦਾ ਕੀਤਾ ਹੋਇਆ ਹੈ ਗੜਬੜ। ਅਸੀਂ ਉਹਦੇ ਖਿਲਾਫ, ਉਹ ਸਾਡੇ ਖਿਲਾਫ ਨੇ। ਉਹ ਬੰਦੇ ਪੰਡਤ ਦੇ ਏਜੰਟ ਨੇ ਸਾਰੇ। ਅਰੇ ਇਹੀ ਸਾਬਤ ਹੋ ਜਾਣ, ਇਹ ਸਾਬਤ ਹੋ ਜਾਣ। ਆਪੇ ਸਾਬਤ ਕਰੀ ਜਾਂਦੇ ਨੇ ਬੋਲ ਕੇ। ਜਿੰਨਾ ਜ਼ਿਆਦਾ ਬੋਲਣਗੇ ਉਨੇ ਜ਼ਿਆਦਾ ਸਾਬਤ ਹੋਣਗੇ। ਨਹੀਂ ਲੱਗਦਾ ਕੋ ਵੀ ਤੁਹਾਨੂੰ ਕੀ ਤਕਲੀਫ ਹੈ? ਕਹਿ ਰਹੇ ਨੇ ਪੰਡਤ ਨੂੰ ਤੁਸੀਂ ਵੀ ਪੰਡਤ ਦੇ ਖਿਲਾਫ ਹੋ। ਯਾ ਤੁਸੀਂ ਐਂ ਕਰੋ, ਤੁਸੀਂ ਆਪ ਅਰਥ ਪਾ ਦਿਓ ਗੁਰਬਾਣੀ ਦੇ। ਜੇ ਗਲਤ ਕਰ ਰਹੇ ਨੇ ਤੁਸੀਂ ਅਰਥ ਪਾ ਦਿਓ, ਸੰਗਤ ਵਿਚਾਰ ਲੂਗੀ। ਦੋਹਾਂ ਅਰਥਾਂ ਨੂੰ ਸੰਗਤ ਦੇ ਸਾਹਮਣੇ ਤੁਸੀਂ ਆਪਣੇ ਵਾਲੇ ਅਰਥ ਰੱਖ ਦਿਓ, ਪੰਡਤ ਦੇ ਹੱਕ 'ਚ ਰੱਖ ਦਿਓ, ਪਤਾ ਲੱਗ ਜੂ। ਉਹ ਹੈ ਕੁਝ ਨਹੀਂ ਕੋਲ, ਉਹ ਨਹੀਂ ਕਰ ਰਿਹਾ ਕੋਈ ਵੀ, ਕਿੰਤੂ ਪਰੰਤੂ ਇਹ ਕਰ ਰਹੇ ਨੇ ਵੀ ਕਿਸੇ ਤਰੀਕੇ ਨਾਲ ਆਪ ਜਿਹੜਾ ਉਹ ਪ੍ਰਚਾਰ ਕਰ ਰਹੇ ਨੇ। ਮਿਸ਼ਨਰੀ ਵਾਲੇ ਕਰ ਬੈਠੇ ਨੇ ਜਾਂ ਕਰ ਰਹੇ ਨੇ, ਉਹ ਤੋਂ ਖਿਲਾਫ ਇਹ ਗੱਲ ਹੈਗੀ ਹੈ। ਉਹ ਸਾਤੋਂ ਖਿਲਾਫ, ਉਹ ਇਹ ਨਹੀਂ ਸਮਝਦੇ ਪੰਡਤ ਦੇ ਖਿਲਾਫ, ਉਹ ਕਹਿੰਦੇ ਸਾਤੇ ਖਿਲਾਫ ਹੈ। ਤੁਹਾਡਾ ਤਾਂ ਉਹੀ ਹੋ ਗਿਆ ਨਾ, ਤੁਹਾਡਾ ਪੰਡਤ ਵਾਲਾ ਹੈ। ਜਿਹੜਾ ਪੰਡਤ ਦੇ ਧੜੇ ਚ ਆਇਆ ਉਹ ਤਾਂ ਫਿਰ ਖਿਲਾਫ, ਉਹ ਤੇ ਖਿਲਾਫ ਹੀ ਨੇ। ਇਹ ਤਾਂ ਪੱਕੀ ਉਹ ਗੱਲ ਹੈ। ਹਾਂਜੀ, ਜੱਜਾ ਜੌਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਜੋਬਨ ਜਾਰ ਜੁਗਤ ਸੋ ਪਾਵੈ। ਆਪਣਾ ਜਿਹੜਾ ਬੁੱਧ ਬਲ ਹੈ ਨਾ, ਆਪਣਾ ਬੁੱਧ ਬਲ, ਉਹਨੂੰ ਜਾਣ ਦਿਓ। ਜੋਬਨ ਬਾਹਰਲੇ ਸਰੀਰ ਦਾ ਨਹੀਂ ਹੈ, ਜੋਬਨ ਅੰਦਰਲੇ ਸਰੀਰ ਦਾ। ਅੰਦਰਲੇ ਸਰੀਰ ਦਾ ਬੁੱਧ ਬਲ ਹੋਰ ਚੀਜ਼ ਹੈ। ਸਰੀਰ ਦਾ ਬਲ ਘਟ ਜਵੇ, ਬਾਹਰਲੇ ਦਾ ਇਹਦਾ ਵੀ ਜੋਬਨ ਚਲਿਆ ਜਾਂਦਾ, ਬਿਮਾਰ ਹੋ ਜਾ ਆਦਮੀ, ਸ਼ਕਲੇ ਨਹੀਂ ਚੰਗੀ ਲੱਗਦੀ। ਜੇ ਬੱਚਾ ਬਿਮਾਰ ਹੋ ਜਾਏ, ਬੱਚਾ ਨਹੀਂ ਚੰਗਾ ਲੱਗਦਾ। ਜਵਾਨ ਬਿਮਾਰ ਹੋ ਜਾਏ, ਸੁੱਕ ਜਵੇ, ਉਹ ਨਹੀਂ ਚੰਗਾ ਲੱਗਦਾ, ਚਿਹਰਾ ਚੰਗਾ ਨਹੀਂ ਲੱਗਦਾ। ਬਲ ਨਾਲ ਹੈ ਬਲ, ਸਰੀਰ ਦਾ ਜੇ ਬਲ ਜਿੰਨਾ ਹੈ ਉਹਨਾਂ ਹੀ ਉਹਦਾ ਜੋਬਨ ਹੈ। ਇਹ ਬੁੱਧ ਬਲ ਨਾਲ, ਬੁੱਧੀ ਦਾ ਜਿਹੜਾ ਬਲ ਹੈ ਨਾ, ਉਹ ਜੋਬਨ ਹੈ ਇਹਦਾ, ਅੰਦਰਲੇ ਸਰੀਰ ਦਾ। ਆਪਣਾ ਬੁੱਧ ਬਲ ਛੱਡ ਦਈਏ, ਆਪਣਾ ਗਿਆਨ ਔਰ ਬੁੱਧੀ ਨੂੰ ਪਾਸੇ ਕਰ ਦਈਏ, ਇਹ ਡਿੱਕਾ ਕਰਦੀ ਹੈ ਮੂਹਰੇ। ਇਹ ਗੁਰੂ ਦੀ ਗੱਲ ਮੰਨਣ ਨਹੀਂ ਦਿੰਦਾ ਆਪਣਾ ਬੁੱਧ ਬਲ। ਹਾਂਜੀ, ਅਸ ਜਰ ਪਰ ਜਰ ਜਰ ਜਬ ਰਹੇ। ਅਸ ਜਰ
ਪਰ ਜਰ ਅਸ ਮੇਰਾ, ਪਰ ਜਰ ਤੇਰਾ ਪਰਾਇਆ, ਮੇਰ ਔਰ ਤੇਰ ਜਾਂ ਦੋਏ ਜਲ ਜਾਣ ਅੰਦਰੋਂ। ਹੁਣ ਜਿਹੜਾ ਤੇਰ ਹੈ ਇੱਥੇ ਅੜੀ ਹੋਈ ਹੈ, ਸਾਫ ਮੇਰ ਕਾਹਦੀ ਕਰਦੇ ਨੇ? ਸਾਫ ਸੌਂਦੀ। ਅਸਲ ਤੇਰ ਦੀ ਮੇਰ ਕਰਦੇ ਨੇ ਮਿਸ਼ਰੀ ਵਾਲੇ। ਆਪਣਾ ਨਹੀਂ ਗਿਆਨ ਇਹਨਾਂ ਦਾ, ਗਿਆਨ ਸਾਫ ਸੌਂਦਾ। ਸਾਫ ਸੌਂਦੇ ਅੜਦੇ ਨੇ, ਉਹ ਤੇਰੇ ਤੇ ਅੜਦੇ ਨੇ, ਮੇਰੇ ਤੇ ਨਹੀਂ ਅੜਦੇ। ਤੇਰੇ ਨੂੰ ਮੇਰਾ ਬਣਾ ਲਿਆ ਨਾ, ਤੇਰ ਹੀ ਮੇਰ ਹੋ ਗਈ। ਪੰਡਤ ਦੀ ਨਕਲ ਉਹਨੇ ਕੀਤੀ, ਇਹਨਾਂ ਨੂੰ ਤਾਂ ਪਤਾ ਨਹੀਂ। ਠੱਪਾ ਲੱਗ ਗਿਆ ਵੀ ਇਹ ਸਾਫ ਸੌਂਦਾ। ਸਾਫ ਸੌਂ ਇਹਨਾਂ ਨੇ ਮੰਨ ਲਿਆ। ਹੁਣ ਸਾਫ ਸੌਂ ਦੇ ਖਿਲਾਫ ਨਹੀਂ ਸੁਣਨਾ ਚਾਹੁੰਦੇ ਕੁਛ, ਚਾਹੇ ਉਹ ਸੱਚ ਵੀ ਹੈ, ਸੱਚ ਵੀ ਨਹੀਂ ਸੁਣਨਾ ਚਾਹੁੰਦੇ ਉਹਦੇ ਖਿਲਾਫ। ਤੇਰ ਮੇਰ ਹੋ ਗਈ ਨਾ, ਹੈ ਇਹੀ ਹੈ ਤੇਰ ਮੇਰ। ਆਪਣਾ ਨਹੀਂ ਗਿਆਨ ਸਾਰਿਆਂ ਦਾ ਹੁੰਦਾ, ਕਿਸੇ ਦੀ ਮਤ ਲਈ ਹੁੰਦੀ ਹੈ। ਇਹ ਜੇ ਦੋਏ ਜਲ ਜਾਣਾ ਗਿਆਨ ਆਪਣਾ ਔਰ ਜਿਹੜਾ ਲਿਆ ਹੋਇਆ ਕਿਸੇ ਦਾ, ਉਹ ਦੋਏ ਜਾਲੀ ਦੇ ਨੇ। ਹਾਂ, ਅਸ ਜਰ ਪਰ ਜਰ ਜਰ ਜਬ ਰਹੇ, ਜਰ ਜਬ ਰਹੇ, ਜਦ ਜਲ ਕੇ ਦੋਏ ਗਿਆਨ। ਜੋ ਗਿਆਨ ਲੈ ਲਿਆ ਸਭ ਸਾੜਤਾ। ਜੋ ਗੁਰੂ ਦਾ ਉਹ ਰੱਖ ਲਿਆ। ਤਬ ਜਾਏ ਜੋਤ ਉਜਾਰੋ ਰਹੇ ਲਹੇ, ਉਜਾਰੋ ਰਹੇ। ਤਾਂ ਗੁਰਬਾਣੀ ਦੀ ਜਿਹੜੀ ਜੋਤ ਹੈ ਉਜਾਲਾ, ਇਹਦਾ ਦਰਸ਼ਨ ਹੋਊਗਾ। ਗੁਰਬਾਣੀ ਕੀ ਕਹਿੰਦੀ ਹੈ ਤਾਂ ਸਮਝ ਆਊਗੀ। ਜਿੰਨਾ ਚਿਰ ਗਿਆਨ ਦਿਮਾਗ ਤੇ ਲੱਦਿਆ ਹੋਇਆ ਆਪਣਾ, ਜੋ ਸੁਣ ਲਿਆ ਬਾਹਰੋਂ ਜਾਂ ਕਿਸੇ ਦਾ ਮਤ ਲੈ ਲਈ, ਗੁਰਬਾਣੀ ਦੀ ਸਮਝ ਨਹੀਂ ਆ ਸਕਦੀ। ਇਹਦਾ ਚਾਨਣ ਨਹੀਂ ਹੋਣਾ ਅੰਦਰ, ਇਸੇ ਕਰਕੇ ਨਹੀਂ ਚਾਨਣ ਹੋ ਰਿਹਾ। ਤਬ ਜਾਏ ਜੋਤ ਉਜਾਰੋ ਲਹੇ। ਇਹ ਜਿਹੜੀ ਜੋਤ ਇਹ ਚਾਨਣ ਹੈ ਗੁਰਬਾਣੀ 'ਚ, ਇਹਦਾ ਉਜਾਲਾ ਤਾਂ ਨਜ਼ਰ ਆਉਣਾ ਜੇ ਪਹਿਲਾ ਗਿਆਨ ਛੱਡ ਦੇਵੇ। ਉਹ ਜੋ ਪੜ੍ਹਿਆ, ਜੋ ਸੁਣਿਆ, ਸਭ ਤਿਆਗ ਦੇਵੇ, ਉਹਨੂੰ ਜਾਲ ਦੇਵੇ, ਬੁੱਧੀ ਨੂੰ ਨਿਰਮਲ ਕਰ ਲਵੇ। ਸਭੇ ਬੁੱਧੀ ਜਾਲੀਆਂ ਨੂੰ ਕਿਉਂ ਜਾਲੀ ਸੀ? ਨਿਰਮਲ ਕਰਕੇ ਲੈ ਗਏ ਸੀ। ਉਹ ਬੁੱਧੀ ਪਾਈ ਸੀ ਬੱਚੇ 'ਚ, ਉਹ ਤਾਂ ਨਿਰਮਲ ਸੀ। ਜੰਮਦੇ ਬੱਚੇ ਦੀ ਬੁੱਧੀ ਕਿਉਂ ਨਿਰਮਲ ਹੁੰਦੀ ਹੈ? ਮਰਨ ਲੱਗੀ ਉਹ ਜਾਲ ਦਿੰਦੇ ਨੇ ਅਗਲੇ। ਮਰਨ ਲੱਗੀ ਜਾਲ ਕੇ ਹੀ ਲੈ ਕੇ ਜਾਂਦੇ ਨੇ। ਪਹਿਲਾਂ ਅੱਗ 'ਚ ਪਾ ਕੇ। ਇਹ ਸੀਤਾ ਦੀ ਅਗਨੀ ਪ੍ਰੀਖਿਆ ਇਹੀ ਹੈ, ਹੋਰ ਕੋਈ ਨਹੀਂ ਅਗਨੀ ਪ੍ਰੀਖਿਆ ਸੀਤਾ ਦੀ। ਸੀਤਾ ਬੁੱਧੀ ਹੈ, ਅਗਨੀ ਪ੍ਰੀਖਿਆ ਇਹਦੀ। ਅਗਨੀ ਪ੍ਰੀਖਿਆ ਕਰਕੇ ਸੱਚਖੰਡ ਲੈ ਕੇ ਜਾਂਦੇ ਨੇ। ਉਹ ਬੱਚੇ ਦੁਬਾਰਾ ਪਾਉਂਦੇ ਨੇ ਵੀ ਇਹਨੂੰ ਕੀ, ਜਿਹੜੀ ਬੁੱਧੀ ਮਲੀਨ ਹੋ ਗਈ, ਮਲੀਨਤਾ ਸਾੜ ਦਿੰਦੇ ਨੇ। ਤਾਂ ਹੀ ਕਹਿੰਦੇ ਨੇ ਬੱਚੇ ਦੀ ਬੁੱਧੀ ਨਿਰਮਲ ਹੁੰਦੀ ਹੈ। ਕਿੱਥੋਂ ਆਈ ਨਿਰਮਲ? ਹੋ 'ਚ ਮਲੀਨਤਾ ਪਹਿਲਾਂ ਹੀ ਸਾੜ ਦਿੰਦੇ ਨੇ। ਸ਼ਬਦੀ ਸਾਰੇ ਮਲੀਨਤਾ ਉਹਨਾਂ ਲਿਜਾ ਕੇ ਮਲੀਨਤਾ ਬਾਹਰ ਕੀ ਕਰਨੀ ਹੈ? ਹਾਂ, ਦੇਵਲੋਕ 'ਚ ਮਲੀਨਤਾ ਨਹੀਂ ਜਾਂਦੀ, ਇੱਥੇ ਜਾ ਦਿੰਦੇ ਨੇ। ਉੱਥੇ ਬਹੁਤ ਜ਼ਰੂਰ ਚੱਕਣਾ ਉਹਨਾਂ ਨੇ। ਇੱਥੇ ਜਾਲ ਕੇ ਜਾਂ ਬੱਚੇ 'ਚ ਪਾਉਂਦੇ ਨੇ ਬੁੱਧ, ਉਹ ਨਿਰਮਲ ਹੁੰਦੀ ਹੈ। ਬਾਲ ਬੁੱਧ ਜਿਹਨੂੰ ਕਹਿੰਦੇ ਨੇ, ਉਹ ਨਿਰਮਲ ਤਾਂ ਹੀ ਹੁੰਦੀ ਆ, ਪਹਿਲਾਂ ਜਾਲੀ ਹੋਈ ਹੁੰਦੀ ਹੈ। ਆਪਣਾ ਪਰਾਇਆ ਨਹੀਂ ਉਹ ਜਾਂਦਾ, ਉਹ ਬਾਅਦ 'ਚ ਸਿੱਖਦਾ ਸਭ ਤੋਂ ਹੀ। ਆ ਤੇਰੀ ਆ ਚੱਕ ਲਈਏ ਨੇ, ਆ ਤੇਰਾ ਆ ਖਿਡੌਣਾ ਫਲਾਣੇ ਨੇ ਚੱਕ ਲਿਆ। ਉਹ ਦੇਖੋ ਅਸੀਂ ਇਸ਼ਾਰੇ ਨਾਲ ਸਮਝਾਉਂਦੇ ਹਾਂ ਉਹਨੂੰ। ਉਹ ਜੋ ਚੀਜ਼ ਪੈਦਾ ਹੋ ਜਾਂਦੀ ਹੈ ਦੇਖ ਕੇ, ਤੇਰ ਮੇਰ ਪੈਦਾ ਹੋ ਜਾਂਦੀ ਹੈ। ਕਈਆਂ 'ਚ ਬਹੁਤ ਘੱਟ ਹੁੰਦੀ ਹੈ, ਹੁੰਦੀ ਉਹ ਨਹੀਂ ਫਿਰ ਵੀ। ਹਾਂਜੀ, ਝੱਜਾ ਉਰਜ ਸੁਰਜ ਨਹੀਂ ਜਾਣਾ, ਰਿਹੋ ਝਜਕ ਨਹੀਂ ਪਰਵਾਨਾ। ਝੱਜਾ ਉਰਜੀ, ਉਰਜੀ ਲਫ਼ਜ਼ ਹੈ। ਝੱਜਾ ਕਹਿੰਦਾ ਜਿਹੜੀ ਬੁੱਧੀ ਉਲਝੀ ਹੋਈ ਹੈ ਨਾ, ਜਿਹਦੀਆਂ ਮਤਾਂ ਨੇ ਸਭ ਉਲਝੀਆਂ ਹੋਈਆਂ ਨੇ, ਉਲਝੀਆਂ ਹੋਈਆਂ ਨੇ, ਉਹ ਆਪਣੇ ਆਪ ਸੁਲਝਣਾ ਨਹੀਂ ਜਾਣਦੀ ਹੁੰਦੀ। ਜੇ ਆਪਣੇ ਆਪ ਸੁਲਝਣਾ ਜਾਣਦੀ ਹੁੰਦੀ ਤੇ ਉਲਝਦੀ ਕਿਉਂ? ਸਵਾਲ ਦਿੱਤੇ ਮੈਥ ਦੇ ਕਲਾਸ ਦੇ ਵਿੱਚ ਕੱਢਣ ਨੂੰ, ਇੱਕ ਦੋ ਮੁੰਡਿਆਂ ਨੇ ਤਿਆਰ ਨੇ ਠੀਕ ਕਰ ਲਏ, ਜਿਨ੍ਹਾਂ ਨੇ ਗਲਤ ਕਰ ਲਏ ਉਹ ਆਪਣੇ ਆਪ ਠੀਕ ਨਹੀਂ ਕਰ ਸਕਦੇ। ਹੁਣ ਸਮਝਾਏ ਤੇ ਬਿਨਾਂ ਕਰ ਲੈਣਗੇ, ਠੀਕ ਨਹੀਂ ਕਰ ਸਕਦੇ। ਇਹ ਉਰਜੀ ਸੁਰਜ ਨਹੀਂ ਜਾਣਾ, ਸੁਰਜਣਾ ਨਹੀਂ। ਜੇ ਸੁਰਜ ਜਾਣਦੀ ਹੁੰਦੀ ਤਾਂ ਉਲਝਦੀ ਕਿਉਂ? ਜਿੰਨਾ ਮਰਜ਼ੀ ਉਹਨਾਂ ਨੂੰ ਟਾਈਮ ਸਾਰਾ ਦਿਨ ਬਿਠਾ ਰੱਖੋ,
ਬਈ ਭਾਈ ਤੁਹਾਡਾ ਸਵਾਲ ਗਲਤ ਹੈ, ਠੀਕ ਕਰਕੇ ਲਿਆਓ, ਕਦੇ ਨਹੀਂ ਲਿਆਉਂਦੇ। ਇਸ ਕਰਕੇ ਮੈਥ ਵਿੱਚ ਇਹ ਨਿਯਮ ਹੈ ਕਿ ਜਿਹੜਾ ਗਲਤ ਹੋ ਗਿਆ ਉਹਨੂੰ ਜਦੇ ਸਮਝਾ ਦਿਓ, ਟਾਈਮ ਵੇਸਟ ਨਾ ਕਰੋ। ਕਦੇ ਨਹੀਂ ਕਹਿੰਦੇ ਇਹਨੂੰ ਠੀਕ ਕਰਕੇ ਲਿਆ, ਕਿਉਂ ਟਾਈਮ ਵੇਸਟ ਹੋ। ਸ਼ਾਮ ਤੱਕ ਵੀ ਬਿਠਾ ਰੱਖੋ ਉਹਨੂੰ, ਉਹਨੇ ਦਾ ਹੀ ਚਲਿਆ ਜਾਓ, ਹੋਰ ਬੈਠਾ ਨੂੰ ਵਿਚਾਰਾ ਸਭ ਤੇ ਹੱਥ ਰੱਖ ਕੇ ਹੁਣ ਕਰੂਗਾ। ਤੇ ਟੀਚਰ ਵੀ ਟਾਈਮ ਵੇਸਟ ਕਰਦੇ, ਤਾਂ ਉਹੀ ਗੱਲ ਕਹਿ ਰਿਹਾ ਕਬੀਰ, ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੈ। ਉਲਝਿਆ ਹੋਇਆ ਆਪਣੇ ਆਪ ਨਹੀਂ ਸੁਲਝਿਆ ਕਦੇ ਕੋਈ। ਇਹ ਮੈਥ ਦਾ ਤਰੀਕਾ ਹੈ, ਮੈਥ ਵਿੱਚ ਇਹੀ ਹੈ। ਸਾਇੰਸ ਵਾਲੇ ਖੋਜ ਕਰ ਲੈਂਦੇ ਨੇ, ਬੈਠੇ ਰਹਿੰਦੇ ਨੇ, ਸਾਇੰਸ ਵਾਲੇ ਖੋਜ ਕਰ ਲੈਂਦੇ ਨੇ, ਉਲਝੀਆਂ ਹੋਈਆਂ ਗੱਲਾਂ ਦੀ ਕਰ ਰਹੇ ਨੇ ਖੋਜ। ਮੈਥ ਵਿੱਚ ਨਹੀਂ ਹੁੰਦੀ ਹੈਗਾ। ਉਰਜ ਸੁਰਜ ਨਹੀਂ ਜਾਣਾ, ਜਾਂ ਉਰਜੀ ਸੁਰਜ ਨਹੀਂ ਜਾਣਾ, ਰਹੋ ਝਜਕ ਨਹੀਂ ਪਰਵਾਨਾ। ਉਹ ਝੱਖ ਮਾਰ ਰਹੇ ਨੇ, ਹੋਰ ਗ੍ਰੰਥ ਲਿਖੀ ਜਾਂਦੇ ਨੇ ਸਾਡੇ ਵਿਦਵਾਨ, ਝੱਖ ਮਾਰ ਰਹੇ ਨੇ, ਝਜਕ ਝੱਖ ਝੱਖ ਬੋਲਣ ਕਿਆ ਜਗ ਸੇ ਬਾਅਦ। ਗਲਤ ਕਿਤਾਬਾਂ ਲਿਖੀਆਂ ਹੋਈਆਂ ਦੇ ਵਿੱਚੋਂ 4 ਕਿਤਾਬਾਂ 5ਵੀਂ ਹੋਰ ਲਿਖਤੀ। ਗੱਡੇ ਕਿਤਾਬਾਂ ਦੇ ਬਾਹਰ ਫੜ ਕੇ ਟਰੱਕ ਕਿਤਾਬਾਂ ਦੇ ਯੂਨੀਵਰਸਿਟੀਆਂ 'ਚ ਲਿਖੇ ਪਏ ਨੇ, ਸਾਰੇ ਹੀ ਗਲਤ। ਝੱਖ ਮਾਰਦੇ ਨੇ ਜਿਹੜੇ ਝੱਖ ਮਾਰੇ ਨੇ ਵਿਦਵਾਨਾਂ ਦੇ, ਉਹਨਾਂ ਨੂੰ ਪੜ੍ਹਦੇ ਨੇ ਵੀ ਤੁਸੀਂ ਇਹਨਾਂ ਜੋ ਕੀ ਕੱਢੋਗੇ ਝੱਖ ਚੋਂ। ਪਹਿਲਾਂ ਹੀ ਪਤਾ ਜੇ ਝੱਖ ਹੈ, ਫਿਰ ਪੜ੍ਹੀ ਜਾਂਦੇ ਨੇ ਉਹਨਾਂ ਨੂੰ। ਔਰ ਉਹਨਾਂ ਗੁਰਮਤਿ ਨੂੰ ਸਮਝਣ ਵਾਸਤੇ ਮਨਮੱਤਾਂ ਨੂੰ ਪੜ੍ਹ ਰਹੇ ਯੂਨੀਵਰਸਿਟੀਆਂ 'ਚ, ਵੀ ਉੱਥੋਂ ਮਨਮੱਤਾਂ ਜੋ ਗੁਰਮਤਿ ਨੂੰ ਤੁਸੀਂ ਠੀਕ ਕਰ ਲਓਗੇ। ਇਸਲਾਮ ਪੜ੍ਹ ਲਿਆ ਫਲਾਨਾ, ਤੁਸੀਂ ਉਹ ਜੋ ਕੀ ਲੱਭੋਗੇ, ਜੋ ਸਵਾਲ ਹੈ ਗਲਤ ਹੈ। ਗਲਤੀ ਕਿੱਥੇ ਕੀਤੀ ਉਹਨੇ, ਕਿੱਥੇ ਤੁਸੀਂ ਕੀ ਲੈਣਾ, ਠੀਕ ਕੀ ਹੈ ਉਹਨੂੰ ਜਵਾਬ ਦੱਸ ਦਿਓ ਭਾਈ, ਉਹਦਾ ਦਰੁਸਤ ਕਰ ਦਿਓ। ਗੁਰਬਾਣੀ ਨੇ ਉਹਨਾਂ ਮਤਾਂ ਨੂੰ ਦਰੁਸਤ ਕੀਤਾ ਵੀ ਇੱਥੋਂ ਤੇਰੀ ਗਲਤੀ ਹੈ, ਆ ਠੀਕ ਕਰ। ਤੁਸੀਂ ਗਲਤ ਨੂੰ ਪੜ੍ਹ ਰਹੇ ਹੋ। ਗਲਤ ਕਰਨੇ ਸਿੱਖੇ ਨੇ, ਸਵਾਲ ਵੀ ਕਿਸ ਤਰੀਕੇ ਨਾਲ ਮੈਂ ਗਲਤ ਕਰ ਸਕਦਾ, ਕੀ ਸਿੱਖ ਰਹੇ ਨੇ, ਕੀ ਸਿਖਾ ਰਹੇ ਨੇ ਵੀ ਇੰਨੇ ਤਰੀਕੇ ਨਾਲ ਗਲਤ ਕੀਤਾ ਜਾ ਸਕਦਾ। ਸਵਾਲ ਇਹ, ਜੇ ਤਾਂ ਗਲਤ ਕਰਨਾ ਫਿਰ ਤਾਂ ਉਹ ਮਤਾ ਪੜ੍ਹ ਲਓ। ਜੇ ਸਵਾਲ ਕੱਢਣਾ ਠੀਕ ਵੀ ਠੀਕ ਸਿੱਖ ਲਓ, ਵੀ ਠੀਕ ਕਿਵੇਂ ਕੱਢੀਦਾ, ਬਸ ਉਹਦਾ ਹੱਲ ਜਿਹੜਾ ਉਹ ਸਿੱਖ ਲਓ। ਹੱਲ ਕੀ ਹੈ, ਇੱਕੋ ਚੀਜ਼ ਸਿੱਖਣ ਦੀ ਲੋੜ, ਹੱਲ ਹੈ ਕੀ। ਆਪਣੇ ਆਪ ਸੁਲਝਿਆ ਨਹੀਂ ਜਾ ਸਕਦਾ ਜਿਹੜਾ ਉਲਝਿਆ ਹੋਇਆ। ਇੱਥੇ ਨਾ ਕੋਈ ਸੁਲਝਿਆ, ਇਸ ਕਰਕੇ ਕਹਿੰਦੇ ਨੇ ਗੁਰਦੇਵ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਗੁਰੂ ਗਿਆਨ ਦੀ ਲੋੜ ਹੈ। ਗੁਰੂ ਬਿਨ ਗਿਆਨ ਨਾ ਹੋਏ। ਜਿਹੜੇ ਉਲਝੇ ਹੋਏ ਸੀ, ਗੁਰੂ ਅੰਗਦ ਦੇਵ ਉਲਝੇ ਹੋਏ ਸੀ, ਲੋੜ ਪਈ ਨਾ। ਗੁਰੂ ਅਮਰਦਾਸ ਉਲਝੇ ਹੋਏ ਸੀ, ਲੋੜ ਪਈ ਨਾ। ਉਹਨਾਂ ਨੇ ਪਿਛਲਾ ਛੱਡਤਾ, ਪਰ ਤਾਂ ਉਹ ਆਏ ਕਾਮਯਾਬ ਹੋਏ। ਸਾਡੇ ਕੋਲ 2 ਮਿਸਾਲਾਂ ਹੈਗੀਆਂ ਘਰ 'ਚ, ਕਿਤੇ ਹੋਰ ਦੇਖਣ ਦੀ ਲੋੜ ਹੈ ਨਹੀਂ। ਹਾਂਜੀ, ਕਦ ਝੱਖ ਝੱਖ ਔਰ ਨੂੰ ਸਮਝਾਵਾਂ, ਝਗੜ ਕੀ ਚੱਖ ਔਰ ਨੂੰ ਸਮਝਾਵਾ, ਝੱਖ ਮਾਰਦਾ ਪੰਡਤ ਨੂੰ ਕਹਿ ਰਹੇ ਨੇ। ਝਗੜ ਕੀ ਝਗੜੋ ਹੀ ਪਾਵਾ। ਸਾਡੇ ਵੀ ਝੱਖ ਮਾਰਦੇ ਨੇ ਗੁਰਦੁਆਰੇ, ਜੁਰ ਕੀ ਕਰਦੇ ਨੇ ਯੂਨੀਵਰਸਿਟੀਆਂ ਵਾਲੇ ਵਿਦਵਾਨ, ਝੱਖੇ ਮਾਰਦੇ ਨੇ, ਕਿਤਾਬਾਂ ਲਿਖਦੇ ਨੇ। ਆ ਝੱਖ ਕਿਹਾ ਹੋਇਆ, ਝੱਖ ਬੋਲਣਾ ਕਿਆ ਜਗ ਸਿਉ ਬਾਦ। ਸੰਸਾਰੀ ਲੋਕਾਂ ਨਾਲ ਜਗ ਨਾਲ ਬੋਲਣਾ, ਝੱਖ ਮਾਰਨਾ। ਜਿਹੜਾ ਆਦਮੀ ਸਰੀਰ ਨਾਲ ਜੁੜਿਆ ਹੋਇਆ ਬਾਹਰ, ਉਹਦੇ ਨਾਲ ਬੋਲਣਾ, ਝੱਖ ਮਾਰਨਾ। ਗੁਰਬਾਣੀ ਦੀ ਗੱਲ ਉਹਦੇ ਨਾਲ ਕਰਨੀ ਹੋਣੀ ਚਾਹੀਦੀ, ਤੇ ਝੱਖ ਮਾਰਨ ਵਾਲੀ ਗੱਲ। ਤੁਸੀਂ ਕਿੱਥੇ ਆਤਮਾ ਦੇ ਲੈਵਲ ਤੇ ਖੜੇ ਹੋ, ਉਹ ਸਰੀਰ ਦੇ ਲੈਵਲ ਤੇ ਖੜਾ ਹੈ, ਉਹਦੇ ਨਾਲ ਬੋਲਣ ਦਾ ਝੱਖ ਮਾਰਨਾ। ਜਾਗਾ ਨਾ ਹੋ, ਜੱਗ ਲਫ਼ਜ਼ ਵਰਤਿਆ, ਜੱਗ ਸਰੀਰ ਨਾਲ ਹੁੰਦਾ, ਆਤਮਾ ਦੇ ਲੈਵਲ ਤੇ ਜੱਗ ਹੁੰਦਾ ਹੀ ਨਹੀਂ। ਨਿਰਾਕਾਰੀ ਦੁਨੀਆ ਦੀ ਗੱਲ ਸਰੀਰ ਨਾਲ ਜੁੜਿਆ ਆਦਮੀ ਕਿਵੇਂ ਉਹਦੇ ਨਾਲ ਕਿਵੇਂ ਡਿਸਕਸ ਕਰੋਗੇ ਤੁਸੀਂ, ਕੀਤੀ ਨਹੀਂ ਜਾ ਸਕਦੀ। ਝੱਖ ਬੋਲਣਾ ਕਿਆ ਜੱਗ ਸੋ ਬਾਦ, ਝੱਖ ਝੱਖ ਔਰ ਨੇ ਸਮਝਾਵਾ। ਝਗੜ ਕੀ ਝਗੜੋ ਹੀ ਪਾਵਾ। ਉਹ ਇਹ ਤਾਂ ਝਗੜਾ ਹੈ ਆਪਸ ਵਿੱਚ ਹੀ, ਝਗੜ ਕੀ ਉਹ ਝਗੜਾ ਹੀ ਪਾਵਾ। ਇਹ ਬਹਿਸ ਦਾ ਵਿਸ਼ਾ, ਝੱਖ ਮਾਰਨ ਵਾਲਿਆਂ ਨੇ ਧਰਮ ਨੂੰ ਬਹਿਸ ਦਾ ਵਿਸ਼ਾ ਬਣਾਇਆ ਹੋਇਆ। ਝੱਖ ਮਾਰਨ ਵਾਲਿਆਂ ਨੇ ਵਿਚਾਰ ਦਾ ਵਿਸ਼ਾ ਨਹੀਂ ਬਣਾਇਆ ਧਰਮ ਨੂੰ, ਬਹਿਸ ਦਾ ਵਿਸ਼ਾ ਬਣਾਇਆ, ਬਹਿਸ ਦਾ। ਪੰਡਤ ਨੇ ਔਰ ਮੁੱਲਾ ਨੇ, ਪੰਡਤ ਮੁੱਲਾ ਛਾੜੇ ਦਊ, ਤਾਂ ਕਬੀਰ ਕਹਿ ਰਿਹਾ। ਉਹਨੇ ਵਿਚਾਰਿਆ ਇਹ ਤਾਂ ਦੋਵੇਂ ਝੱਖ ਮਾਰਦੇ ਨੇ, ਦੂਜਿਆਂ ਨੂੰ ਝੱਖ ਮਾਰ ਸਮਝਾ ਰਹੇ ਨੇ, ਝੱਖ ਮਾਰ ਕੇ। ਸਾਡੇ ਕੀ ਹੋ ਰਿਹਾ, ਝੱਖ ਮਾਰਦੇ ਨੇ।
ਜਦ ਸਾਡੇ ਕੋਲ ਹੱਲ ਸਹੀ ਨਹੀਂ ਹੈ ਨਾ, ਜਿਹਨੂੰ ਦਰਸ਼ਨ ਸਹੀ ਨਹੀਂ ਹੋਇਆ, ਸਹੀ ਪਤਾ ਨਹੀਂ ਇੱਕ ਕੀ ਹੈ, ਉਹ ਚੱਖ ਮਾਰੂਗਾ ਜੇ ਉਹ ਗੁਰਬਾਣੀ ਦਾ ਪ੍ਰਚਾਰ ਕਰੂਗਾ। ਜਿਹਨੂੰ ਖੁਦ ਕਲੀਅਰ ਨਹੀਂ ਇੱਕ, ਉਹ ਗੁਰਬਾਣੀ ਦਾ ਪ੍ਰਚਾਰ ਕਰੂ ਤੇ ਚੱਖ ਮਾਰੂਗਾ। ਚੱਖੇ ਵੱਜ ਰਹੀ ਹੈ, ਹੋਰਾਂ ਨੂੰ ਸਮਝਾ ਰਹੇ ਨੇ, ਚੱਖ ਮਾਰ ਰਹੇ ਨੇ, ਚਾਹੇ ਉਹ ਸੰਤ ਨੇ, ਚਾਹੇ ਉਹ ਵਿਦਵਾਨ ਨੇ, ਚਾਹੇ ਉਹ ਮਸਕੀਨ ਸੀ, ਚਾਹੇ ਹੋਰ ਕੁਕੀਨ ਸੀ, ਚਾਹੇ ਅਫੀਮ ਸੀ। ਰਾੜੇ ਵਾਲਾ ਅਫੀਮ ਸੀ ਨਾ, ਸੰਤਾਂ ਜੋ ਕੋਈ ਕੁਕੀਨ ਵੀ ਹੋਣੇ ਨੇ। ਇੰਨਾ ਪੈਸਾ ਹੋਰ ਕਿੱਥੋਂ ਹੋਣਾ ਇਹਨਾਂ ਕੋਲ? ਮਸਕੀਨ ਨਾ ਅਫੀਮ ਸੀ ਨਾ ਕੁਕੀਨ ਸੀ, ਉਹ ਇੰਨਾ ਗੱਲ ਠੀਕ ਹੈ। ਇਹ ਦੋਹਾਂ ਤੋਂ ਪਰੇ ਸੀ। ਉਹ ਵਿਦਵਾਨ ਜ਼ਰੂਰ ਸੀ ਪਰ ਪੂਰਾ ਨਹੀਂ ਸੀ, ਉਹ ਇੱਥੋਂ ਬਚਿਆ ਹੋਇਆ ਸੀ। ਹਾਂ, ਇਹ ਉਹ 'ਚ ਇੰਨੀ ਖੂਬੀ ਸੀ, ਉਹ 'ਚ ਨਾ ਅਫੀਮ ਸੀ ਨਾ ਕੁਕੀਨ ਸੀ, ਉਹ ਦੋਹਾਂ ਤੋਂ ਬਚਿਆ ਹੋਇਆ ਸੀ। ਇੱਧਰ ਨਹੀਂ, ਇੱਧਰ ਦਾ ਸਭ ਕੁਝ ਹਜਮ ਹੈ। ਇਸੇ ਕਰਕੇ ਸਿਆਸਤਦਾਨਾਂ ਤੋਂ ਪਰੇ ਰਿਹਾ। ਜਿਹੜਾ ਆਦਮੀ ਸਿਆਸਤਦਾਨਾਂ ਦੇ ਨੇੜੇ ਆ ਗਿਆ, ਅਫੀਮ ਔਰ ਕੁਕੀਨ ਦੋਏ ਹੁੰਦੇ ਨੇ, ਉਹ ਪਰੇ ਰਿਹਾ। ਰਾੜੇ ਕੋਲ ਆਲੇ ਕੋ ਆ ਜਾਂਦਾ ਸੀ, ਜਲਸਮ ਵੀ ਆ ਜਾਂਦਾ ਸੀ, ਉਹ ਨਹੀਂ, ਇਹ ਦੂਰ ਰਹਿੰਦਾ ਸੀ। ਮੁਸ਼ਕਿਲ ਸਿਆਸਤਦਾਨਾਂ ਤੋਂ ਦੂਰ, ਬਸ ਮਤਲਬ ਇਹ ਨਹੀਂ ਕੋਈ। ਟੌੜਾ ਜੋਰ ਲਾ ਹਟਿਆ ਵੀ ਤੂੰ ਇੱਧਰ ਆ ਜਾ, ਕਹਿੰਦਾ ਨਾ ਮੈਨੂੰ ਨਹੀਂ ਲੋੜ ਹੈ। ਤੁਸੀਂ ਕੱਲ ਨੂੰ ਕਹੋਗੇ ਐ ਨਹੀਂ ਐ ਬੋਲ, ਤੁਸੀਂ ਤਾਂ ਕੱਲ ਨੂੰ ਐਂ ਕਹੋਗੇ ਵੀ ਐ ਨਹੀਂ ਐ ਬੋਲ। ਗੁਰਬਾਣੀ ਨਹੀਂ ਬਰਦਾਸ਼ਤ ਕਰਦੀ ਇਹ ਗੱਲ। ਗੁਰਬਾਣੀ ਦਾ ਸੱਚ ਹੈ, ਤੁਹਾਨੂੰ ਸੱਚ ਕਿੱਥੇ? ਤੁਹਾਨੂੰ ਸੱਚ ਪਾਉਣਾ ਨਹੀਂ। ਮੈਂ ਸੱਚ ਕਹਿਣ ਤੋਂ ਹਟਣਾ ਨਹੀਂ। ਆਪਣੀ ਗੱਲ ਬਣਨੀ ਨਹੀਂ ਗਾਹਾਂ ਜਾ ਕੇ, ਜੇ ਗਾਹਾਂ ਜਾ ਕੇ ਨਹੀਂ ਬਣਨੀ, ਆਪਾਂ ਨੂੰ ਪਤਾ ਹੈ ਆਪਾਂ ਰਿਸ਼ਤਾ ਜੋੜੀਏਗਾ ਤੇ ਭਾਈ ਸਾਡੀ ਨਿਭਣੀ ਨਹੀਂ ਜ਼ਿੰਦਗੀ। ਦੇਖੋ ਨਾ, ਜਿਹੜੇ ਘਰਾਂ ਨਾਲ ਆਪਾਂ ਨੂੰ ਪਤਾ ਵੀ ਆ ਕੁੜੀ ਮੁੰਡੇ ਦੀ ਨਿਭਣੀ ਨਹੀਂ, ਉੱਥੇ ਰਿਸ਼ਤਾ ਕਰਦਾ ਕੋਈ? ਸਿਆਣਾ ਬੰਦਾ ਤਾਂ ਕਰਦਾ ਹੀ ਨਹੀਂ। ਤੇ ਭਾਈ ਇਹ ਹੈਗੇ ਨੇ ਰਾਧਾ ਸਵਾਮੀ, ਆਪਾਂ ਗੁਰਸਿੱਖ, ਆਪਣੀ ਕਿਵੇਂ ਨਹੀਂ ਬੁਝੇ ਨਾ, ਏਦਾਂ ਨਹੀਂ ਕਰਦੇ ਹੁੰਦੇ। ਉਹ ਸਿਆਣਾ ਸੀਗਾ, ਉਹਨੇ ਕਿਹਾ ਨਾ ਮੇਰੀ ਨਿਭਣੀ ਤੋਂ ਲੈ, ਠੀਕ ਹੈ ਮੈਂ ਏਦਾਂ ਹੀ ਠੀਕ ਹਾਂ। ਤਾਂ ਹੀ ਬਾਅਦ ਦੇ ਵਿੱਚ ਉਹਨੂੰ 15 ਦਿਨ ਦਾ ਦਿੱਤਾ ਇਹਨਾਂ ਨੇ, ਪਹਿਲਾਂ ਤਾਂ ਦਿੱਤਾ ਨਹੀਂ। ਉਹ ਇਹਨਾਂ ਦੀ ਪਰਵਾਹ ਨਹੀਂ ਸੀ ਕਰਦਾ। ਹਾਂਜੀ, ਯਹੀਆਂ ਨਿਕਟ ਜੋ ਘਟ ਰਹੋ, ਦੂਰ ਕਹਾਂ ਤਜ ਜਾਏ, ਜਾ ਕਾਰਨ ਜਗ ਢੂੰਡਿਓ, ਨੇਰਿਓ ਪਾਇਓ ਤਾਏ। ਯਹੀਆਂ ਨਿਕਟ ਜੋ ਘਟ ਰਹੇ, ਜਿਹੜਾ ਤੇਰੇ ਹਿਰਦੇ ਦੇ ਨੇੜੇ ਰਹਿੰਦਾ ਹੈ, ਅੰਦਰ ਰਹਿੰਦਾ ਹੈ, ਤੂੰ ਉਹਨੂੰ ਛੱਡ ਕੇ ਆਪ ਦੂਰ ਕਰਦੇ ਜਾਂਦਾ। ਉਹਦਾ ਤੇਰੇ ਅੰਦਰ ਬੈਠਾ, ਤੂੰ ਉਹਨੂੰ ਬਾਹਰ ਡੋਲਦਾ ਫਿਰਦਾ। ਤੇ ਪਾਗਲ ਨਹੀਂ ਤਾਂ ਜਿਹਨੂੰ ਡੋਲਦਾ ਤਾਂ ਘਰ ਆਇਆ ਹੋਇਆ, ਤੁਹਾਡੇ ਘਰ ਬੈਠਾ। ਘਰ ਆਏ ਹੋਏ ਨੂੰ ਬਾਹਰ ਡੋਲਦਾ ਫਿਰਦਾ। ਨਿਕਟ ਜੋ ਘਟ, ਯਹੀਆਂ ਨਿਕਟ ਜੋ ਘਟ ਰਹੋ, ਘਟ ਰਹੇ ਹੋ, ਦੂਰ ਕਹਾਂ ਤਜ ਜਾਏ। ਉਹ ਤੂੰ ਆਪਣੇ ਅੰਦਰ ਨੇੜੇ ਹੀ ਰਹਿ, ਆਪਣੇ ਹਿਰਦੇ ਦੇ ਦੂਰ ਕਾਹਦੇ ਛੱਡ ਕੇ ਜਾਣਾ? ਉਹ ਤਾਂ ਅੰਦਰ ਬੈਠਾ। ਜੇ ਤੂੰ ਅੰਦਰ ਨਹੀਂ ਆ ਜੋ ਪਹੁੰਚਿਆ, ਨੇੜੇ ਤਾਂ ਰਹਿ ਜਿੰਨਾ ਨੇੜੇ ਜਾ ਸਕਦਾ। ਝਾਕਦਾ ਅੰਦਰ ਨੂੰ, ਬਈ ਅੰਦਰ ਨੂੰ ਦੇਖ। ਆਪਣੇ ਗਰਬਾਨ ਚ ਸਿਰ ਨੀਵਾ ਕਰਕੇ ਤਾਂ ਦੇਖਦਾ ਰਹਿ, ਜੇ ਨਹੀਂ ਉੱਥੇ ਤੱਕ ਪਹੁੰਚ ਜਾਓ। ਨੇੜੇ ਜਿੰਨਾ ਨੇੜੇ ਜਾ ਸਕਦਾ ਉਹਨਾਂ ਨੇੜੇ ਤਾਂ ਰਹਿ। ਤੂੰ ਛੱਡ ਕੇ ਬਾਹਰ ਟੋੜਦਾ ਫਿਰਦਾ। ਹੇਮਕੁੰਟ ਜਾਣਾ, ਕਦੇ ਹਜ਼ੂਰ ਸਾਹਿਬ ਜਾਣਾ, ਕਦੇ ਅੰਮ੍ਰਿਤਸਰ ਜਾਣਾ, ਕਦੇ ਕਿਤੇ ਜਾਣਾ। ਉੱਥੇ ਕੀ ਰੱਖਿਆ ਹੋਇਆ? ਕੀ ਰੱਖਿਆ ਉੱਥੇ? ਅੱਜ ਉਹ ਗੁਰਬਾਣੀ ਕਹਿੰਦੀ ਹੈ ਉਹ ਕਰੋ, ਉੱਥੇ ਬਾਹਰ ਕੁਝ ਨਹੀਂ ਰੱਖਿਆ। ਬਾਹਰ ਤਾਂ ਉਹੀ ਸਾਖੀਆਂ ਸੁਣਾ ਦੇਣਗੇ, ਗੁਰਬਾਣੀ ਤੋਂ ਕਰ ਦੇਣਗੇ ਉਲਟ। ਉਹ ਤਾਂ ਉਹੀ ਪੰਡਤ ਬੈਠੇ ਨੇ, ਪਾਣੇ ਜਿਵੇਂ ਬੈਠੇ ਤੇ ਤੀਰਥਾਂ ਤੇ। ਉੱਥੇ ਤਾਂ ਉਹੀ ਕੁਝ ਬੈਠਾ ਹੈ ਜਿਹੜੇ ਇੱਥੇ ਸੀ। ਦੂਰ ਕਹਾਂ ਤਾਂ ਜਾਏ, ਜਾ ਕਾਰਨ ਜਗ ਢੂੰਡਿਓ, ਨੇਰਿਓ ਪਾਇਓ ਤਾਏ। ਉਹ ਬਾਹਰ ਕੀ ਲੈਣ ਜਾਂਦਾ ਤੂੰ? ਕਾਹਦੇ ਵਾਸਤੇ ਜਾਂਦਾ ਬਾਹਰ? ਜਾ ਕਾਰਨ ਜਗ ਢੂੰਡਿਆ, ਨੇੜਿਓਂ ਪਾਇਓ ਤਾਏ। ਸਾਰਾ ਸੰਸਾਰ ਢੂੰਡ ਲਿਆ, ਉਹ ਤਾਂ ਅੰਦਰੋਂ ਪਾ ਲਿਆ, ਮੈਂ ਤਾਂ ਨੇੜਿਓਂ ਪਾ ਲਿਆ। ਤੂੰ ਕਾਹ ਤੁਰਿਆ ਫਿਰਦਾ ਬਾਹਰ? ਉਹ
ਨੇੜਿਓਂ ਪਾਇਆ, ਜਿਹਨੇ ਵੀ ਪਾਇਆ ਨੇੜਿਓਂ ਪਾਇਆ, ਅੰਦਰੋਂ ਪਾਇਆ, ਕਿਸੇ ਨੇ ਬਾਹਰੋਂ ਪਾਇਆ ਹੀ ਨਹੀਂ। ਬਾਹਰ ਡੋਲੇ ਸੇ ਪਰ ਭੁਲਾਈ ਭੁਲਾਈ, ਸਭ ਕੁਝ ਘਰ ਮੈਂ ਬਾਹਰ ਨਹੀਂ। ਘਰ 'ਚ ਸਭ ਕੁਝ ਹੈ। ਕਿਉਂ ਘਰ 'ਚ ਸਭ ਕੁਝ ਹੈ? ਘਰ ਉਹਦਾ ਹੈ, ਆਪਣਾ ਤਾਂ ਹੈ ਨਹੀਂ। ਆਪਾਂ ਤਾਂ ਛੱਡੀ ਫਿਰਦੇ ਆ ਪਰਦੇਸ, ਉਹਦਾ ਘਰੇ ਹੈ। ਆਪਣਾ ਉਹਦਾ ਇੱਕੋ ਹੀ ਆ ਘਰ, ਦੋ ਨਹੀਂ ਹਨ। ਦੋ ਤਾਂ ਅਸੀਂ ਮੰਨੇ ਹੋਏ ਨੇ। ਜਦ ਘਰ ਤਾਂ ਤੇਰੇ ਸਭ ਕੁਝ ਹੈ ਕਿ ਹੈ, ਤੇ ਤੇਰਾ ਮੇਰਾ ਇੱਕੋ ਹੀ ਆ। ਉੱਥੇ ਤੇਰਾ ਮੇਰਾ ਇੱਕ ਨਾ ਹੋ ਗਿਆ ਉਦੋਂ। ਉਹ ਮੇਰਾ ਨਹੀਂ ਗਿਆ, ਤੇਰਾ ਗਿਆ ਬਸ। ਮੇਰਾ ਕਾਹਦੇ ਕਹਿਣਾ ਦਾ, ਬੜੇ ਦਾ ਹੀ ਹੁੰਦਾ ਘਰ। ਜਦ ਤੂੰ ਕਹਿੰਦਾ ਤੂੰ ਮੇਰਾ ਪਿਤਾ, ਫਿਰ ਪਿਤਾ ਦੇ ਘਰ ਨੂੰ ਆਪਣਾ ਕਿਵੇਂ ਗਿਆ? ਤੂੰ ਜਿੰਨਾ ਚਿਰ ਪਿਤਾ ਜਿਉਂਦਾ ਹੈ, ਜਿੰਨਾ ਚਿਰ ਬਾਪ ਜਿਉਂਦਾ ਹੈ, ਪਿਤਾ ਦੇ ਘਰ ਨੂੰ ਮੇਰਾ ਕਹਿ ਦੂਗਾ, ਚਾਹੇ ਉਹਦਾ ਹੀ ਹੈ। ਪਤਾ ਹੀ ਹੈ ਉਹਦਾ ਹੀ ਹੈ, ਜਾਂ ਪਿਤਾ ਹੈ ਤਾਂ ਉਹਦਾ ਹੀ, ਪਰ ਕਹੂਗਾ ਕਹਿ ਨਹੀਂ ਸਕਦਾ। ਮੇਰਾ ਕਹਿਣਾ ਯੋਗ ਨਹੀਂ ਹੈ, ਕਹਿਣਾ ਬਣਦਾ ਨਹੀਂ ਹੈ ਮੇਰਾ। ਗੱਲ ਵੀ ਝੂਠ ਹੈ, ਪਿਤਾ ਦੀ ਵੀ ਨੀਅਤ 'ਚ ਖੋਟ ਵੀ ਹੈ, ਨੀਅਤ ਦੇ ਵਿੱਚ ਵੀ ਖੋਟ ਹੈ। ਇਸੇ ਕਰਕੇ ਔਰੰਗਜ਼ੇਬ ਨੇ ਇਸ ਦੁੱਖ ਦੇ ਮਾਰੇ ਨੇ ਆਪਣੇ ਬਾਪ ਨੂੰ ਜੇਲ੍ਹ 'ਚ ਦਿੱਤਾ ਸੀ, ਤੇਰੇ ਔਰ ਮੇਰੇ ਦੀ ਕਰਕੇ ਹੀ। ਪਿਤਾ ਦਾ ਰਾਜ ਬਰਦਾਸ਼ਤ ਨਹੀਂ ਸੀ, ਆਪਣਾ ਕਰਨਾ ਸੀ, ਚੱਕ ਕੇ ਬਾਪ ਨੂੰ ਜੇਲ੍ਹ 'ਚ ਦੇ ਦਿੱਤਾ। ਫਿਰ ਔਰੰਗਜ਼ੇਬ ਦਾ ਰਾਜ ਹੈ। ਪਹਿਲਾਂ ਥੀ ਤਾਂ ਉਹਨਾਂ ਦਾ ਹੀ, ਜਿਹੜਾ ਪਿਤਾ ਦੇ ਰਾਜ ਨੂੰ ਆਪਣਾ ਰਾਜ ਨਹੀਂ ਮੰਨਦਾ, ਪਿਤਾ ਦੇ ਘਰ ਨੂੰ ਆਪਣਾ ਘਰ ਨਹੀਂ ਮੰਨਦਾ, ਉਹ ਫਿਰ ਉਹ ਕਰਦਾ ਜੋ ਔਰੰਗਜ਼ੇਬ ਨੇ ਕੀਤਾ ਸੀ। ਉਹਨੂੰ ਉਹ ਕਰਨਾ ਪਊਗਾ। ਇਹ ਤਾਂ ਨੀਅਤ 'ਚ ਖੋਟ ਆ ਗਈ। ਕਰਤਾ ਤੇਰੇ ਸਭ ਕੁਝ ਹੈ ਦਾ ਮਤਲਬ ਇਹੀ ਹੈ। ਜੇ ਤੂੰ ਮੇਰਾ ਹੋ ਰਿਹਾ ਤਾਂ ਸਭ ਜੱਗ ਤੇਰਾ ਹੋਏ। ਬਸ ਫਿਰ ਉਹ ਉਹਨੇ ਹੋਏ ਕਹਿਤਾ। ਬਾਪ ਕੀ ਕਹਿੰਦਾ, ਲੈ ਇਹਨਾਂ ਦਾ ਨਿਆਣਾ ਦਾ ਹੀ ਹੈ, ਮੇਰਾ ਕੀ ਹੈ? ਬਾਪ ਹੀ ਦਾ ਹੀ ਕਹਿੰਦਾ। ਉਹ ਕਹਿੰਦਾ ਇਹਨਾਂ ਦਾ, ਮੈਂ ਤਾਂ ਨੌਕਰ ਹਾਂ। ਕੋ ਵੱਡਿਆ ਹੋਇਆ ਨਹੀਂ ਨਾ, ਇਹ ਪ੍ਰੇਮ, ਇਹਨੂੰ ਕਹਿੰਦੇ ਨਾ ਪ੍ਰੇਮ ਦੀ ਖੇਡ ਇਹ। ਉਹ ਕਹਿੰਦਾ ਮੇਰਾ ਨਹੀਂ ਇਹਨਾਂ ਦਾ, ਉਹ ਕਹਿੰਦਾ ਇਹਦਾ। ਦੋ ਇੱਕ ਦੋ ਇੱਕ।